ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਵੀਰਾਂ ਭੈਣਾਂ ਨੂੰ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਸਵਈਏ ਮਹਿਲੇ ਚੌਥੇ ਕੇ ਭੱਟ ਗਿਆਨੰਦ ਜੀ ਦੇ ਸਵਈਆਂ ਦੇ ਵਿਚਾਰ ਪਿਛਲੇ ਮੰਗਲਵਾਰ ਆਰੰਭ ਕੀਤੀ ਸੀ। 2 ਸਵਈਆਂ ਦੇ ਵਿਚਾਰ ਅਸੀਂ ਕਰ ਚੁੱਕੇ ਹਾਂ। ਤੀਜੇ ਸਵਈਏ ਤੋਂ ਅੱਜ ਦੀ ਵਿਚਾਰ ਆਰੰਭ ਹੋਵੇਗੀ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਇਹ ਵਿਚਾਰ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਸਾਡੇ ਨਾਲ ਸਾਂਝੀ ਕਰ ਰਹੇ ਹਨ, ਜੋ ਬਹੁਤ ਹੀ ਖੂਬਸੂਰਤ ਢੰਗ ਨਾਲ ਗੁਰਬਾਣੀ ਵਿਆਕਰਨ ਦੇ ਨਿਯਮ, ਉਚਾਰਨ, ਅਰਥਬੋਧ ਹਰ ਪੱਖ ਸਪਸ਼ਟ ਸਾਨੂੰ ਕਰਦੇ ਹਨ। ਤਾਂ ਮੈਂ ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਰਪਾ ਕਰਕੇ ਅੱਜ ਤੋਂ ਇਹ ਵਿਚਾਰ ਆਰੰਭ ਕਰਨ। ਭੱਟਾਂ ਦੇ ਸਵਈਏ ਮਹਿਲੇ ਚੌਥੇ ਕੇ ਭੱਟ ਗਿਆਨੰਦ ਜੀ ਦਾ ਤੀਜਾ ਸਵਈਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਸਤਿਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਹਰਜੀਤ ਸਿੰਘ ਜੀ, ਸਿੱਖ ਮਿਸ਼ਨਰੀ ਕਾਲਜ ਦੀ ਸਾਰੀ ਵਿਦਵਾਨਾਂ ਦੀ ਟੀਮ ਅਤੇ ਸਾਰੇ ਹੀ ਗੁਰਸਿੱਖ ਜੋ ਇਸ ਸਰਕਲ ਨਾਲ ਜੁੜੇ ਹੋਏ ਹਨ, ਅੱਜ ਦੀ ਇਸ ਕਲਾਸ ਵਿੱਚ ਆਪ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੱਟ ਗਿਆਨੰਦ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਦੇ ਸਵਈਆਂ ਦੀ ਅਸੀਂ ਵਿਚਾਰ ਲਗਾਤਾਰ ਕਰ ਰਹੇ ਹਾਂ। ਭੱਟ ਗਿਆਨੰਦ ਜੀ ਦੇ ਕੁੱਲ 16 ਸਵਈਏ ਨੇ, ਜਿਹਦੇ ਵਿੱਚੋਂ 2 ਸਵਈਆਂ ਦੀ ਵਿਚਾਰ ਅਸੀਂ ਪਿੱਛੇ ਕਰ ਚੁੱਕੇ ਹਾਂ। ਤੀਸਰੇ ਸਵਈਏ ਤੋਂ ਅੱਜ ਦੀ ਇਹ ਵਿਚਾਰ ਆਰੰਭ ਹੈ। ਸਭ ਤੋਂ ਪਹਿਲਾਂ ਸਵਈਏ ਦਾ ਅਸੀਂ ਪਾਠ ਕਰ ਲਈਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ। ਜਗ ਜਨਮ ਮਰਨ ਪੱਗਾ ਇਹ ਆਈ ਹੀ ਹੈ ਪ੍ਰਤੀਤ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ। ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਅਬ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ। ਦਿव्य दृष्ट कारण करण सतगुर गुर सेव अलखगत जाकी। श्री रामदास तारण तरण अवलोक्या ब्रह्म परम सब छुटक्या। दिव्य दृष्ट कारण करण सतगुर गुर सेव अलखगत जाकी। श्री रामदास तारण तरण। वाहिगुरू जी का खालसा वाहिगुरू जी की फतेह। सत्कारयोग भट्ट ਗਿਆਨੰਦ जी ਦੇ पावन मुखारबिंद ਤੋਂ ਉਚਾਰਨ। ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਦੇ ਇਸ ਸਵਈਏ, ਜਿਹਦੇ ਵਿੱਚੋਂ ਤੀਸਰੇ ਸਵਈਏ ਤੋਂ ਅਸੀਂ ਅੱਜ ਦੀ ਇਹ ਵਿਚਾਰ ਆਰੰਭ ਕਰ ਰਹੇ ਹਾਂ। ਸੰਸਾਰ ਅਗਮ ਸਾਗਰ। ਸੰਸਾਰ ਦੇ ਰਾਰੇ ਨੂੰ ਔਂਕੜ ਇੱਕ ਵਚਨ ਪੁਲਿੰਗ ਨਾਉ ਹੈ। ਸਾਗਰ ਵੀ ਰਾਰੇ ਨੂੰ ਔਂਕੜ ਇੱਕ ਵਚਨ ਨਾਉ ਹੈ। ਅਗਮ ਮੈਨੇ ਜਿੱਦ ਤੱਕ ਪਹੁੰਚ ਨਾ ਹੋ ਸਕੇ। ਤੁਲਹਾ ਹਰ ਨਾਮ, ਨਾਮ ਦੇ ਮੰਮੀ ਨੂੰ ਔਂਕੜ ਹੈ ਤੇ ਤੁਲਹਾ ਦਾ ਭਾਵ ਬੇੜੀ। ਆਮ ਤੌਰ ਤੇ ਤਿਨਕਿਆਂ ਦਾ ਇਕੱਠ ਜਾਂ ਕਹਿ ਲਓ
ਛੋਟੀਆਂ ਲੱਕੜਾਂ ਦੇ ਇਕੱਠੇ ਗੱਠੜੇ ਨੂੰ ਵੀ ਤੁਲਹਾ ਕਿਹਾ ਜਾਂਦਾ ਹੈ। ਗੁਰੂ ਮੁਖ ਖੱਖੇ ਨੂੰ ਆ ਗਈ ਸਿਆਰੀ, ਭਾਵ ਮੁਖ ਦੇ ਰਾਹੀਂ ਪਾਇਆ। ਸੰਸਾਰ ਅਗੰਮ ਸਾਗਰ, ਭਾਵ ਸੰਸਾਰ ਜਿਹੜਾ ਅਥਾਹ ਸਮੁੰਦਰ ਹੈ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ। ਤੁਲਹਾ ਹਰਨਾਮ, ਹੁਣ ਇਸ ਅਥਾਹ ਸਮੁੰਦਰ ਨੂੰ ਤਰਿਆ ਕਿਵੇਂ ਜਾਏ, ਉਹਨੂੰ ਤਰਨ ਵਾਸਤੇ ਕੱਖਾਂ ਦੀ ਇੱਕ ਕਿਸ਼ਤੀ ਹੈ, ਬੇੜੀ ਹੈ, ਉਹ ਹੈ ਹਰੀ ਦਾ ਨਾਮ, ਤੁਲਹਾ ਹਰਨਾਮ। ਔਰ ਇਹ ਨਾਮ ਮਿਲਦਾ ਕਿੱਥੋਂ ਹੈ? ਗੁਰੂ ਮੁਖ ਪਾਇਆ, ਗੁਰੂ ਮੁਖ ਰਾਹੀਂ, ਭਾਵ ਗੁਰੂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਹੁਣ ਇੱਥੇ ਅਰਥ ਇਹ ਬਣੇਗਾ ਕਿ ਸੰਸਾਰ ਅਥਾਹ ਸਮੁੰਦਰ ਹੈ, ਪ੍ਰਭੂ ਦਾ ਨਾਮ ਤੁਲਹਾ ਹੈ, ਬੇੜੀ ਹੈ, ਤੇ ਇਹ ਨਾਮ ਜਿਸ ਮਨੁੱਖ ਨੇ ਗੁਰੂ ਦੇ ਰਾਹੀਂ ਪ੍ਰਾਪਤ ਕਰ ਲਿਆ, ਉਹਦੀ ਜ਼ਿੰਦਗੀ 'ਚ ਕੀ ਤਬਦੀਲੀ ਆਈ? ਜਗ ਜਨਮ ਮਰਨ ਭੱਗਾ, ਇਹ ਆਈ ਹੀ ਹੈ ਪ੍ਰਤੀਤ। ਜਗ ਦੇ ਗੱਗੇ ਨੂੰ ਆ ਗਈ ਸਿਆਰੀ, ਭਾਵ ਜਗਤ ਵਿੱਚ। ਜਨਮ ਮਰਨ ਭੱਗਾ, ਜਨਮ ਦਾ ਅਰਥ ਹੈ ਜਨਮ, ਮਰਨ ਦਾ ਅਰਥ ਹੈ ਮੌਤ। ਔਰ ਬਹੁਤ ਸਾਰੀਆਂ ਹੱਥ ਲਿਖਤ ਪੀੜਾਂ ਵਿੱਚ ਇੱਥੇ ਜਨਮ ਦੇ ਮੰਮੇ ਨੂੰ ਔਂਕੜ ਮਿਲਦੀ ਹੈ, ਭਾਵ ਭਾਵੇਂ ਜਨਮ ਹੋਵੇ ਤੇ ਭਾਵੇਂ ਮਰਨ ਹੋਵੇ, ਭੱਗਾ ਮੈਨੇ ਨਾਸ਼ ਹੋ ਗਿਆ। ਜਗਤ ਦੇ ਵਿੱਚ ਉਸ ਮਨੁੱਖ ਦਾ ਜਨਮ ਤੇ ਮਰਨ ਨਾਸ਼ ਹੋ ਗਿਆ, ਭਾਵ ਬਾਰ-ਬਾਰ ਜਨਮ ਬਾਰ-ਬਾਰ ਮਰਨ ਤੋਂ ਉਹ ਮਨੁੱਖ ਮੁਕਤ ਹੋ ਗਿਆ। ਰੋਜ਼ ਕਦੀ ਉਹ ਜੰਮਦਾ ਸੀ, ਕਦੀ ਮਰਦਾ ਸੀ, ਪ੍ਰਭੂ ਯਾਦ ਆ ਜਾਂਦਾ ਸੀ, ਜੰਮ ਜਾਂਦਾ ਸੀ, ਪ੍ਰਭੂ ਭੁੱਲ ਜਾਂਦਾ ਸੀ, ਮਰ ਜਾਂਦਾ ਸੀ। ਰੋਜ਼ ਸੱਚ ਬੋਲਦਾ ਸੀ, ਜਿਉ ਪੈਂਦਾ ਸੀ, ਝੂਠ ਬੋਲਦਾ ਸੀ, ਮਰ ਜਾਂਦਾ ਸੀ। ਹੱਕ ਦੀ ਕਮਾਈ ਘਰ ਲੈ ਕੇ ਆਂਦਾ ਸੀ, ਜੰਮ ਪੈਂਦਾ ਸੀ। ਕਿਸੇ ਗਰੀਬ ਦਾ ਹੱਕ ਮਾਰ ਕੇ ਕਰ ਲਿਆਂਦਾ ਸੀ, ਹਰਾਮ ਦੀ ਕਮਾਈ ਕਰ ਲਿਆਂਦਾ ਸੀ, ਅੰਦਰ ਜ਼ਮੀਰ ਮਰ ਜਾਂਦੀ ਸੀ। ਸਿਫਤ ਕਰਦਾ ਸੀ, ਜਿਉ ਪੈਂਦਾ ਸੀ, ਕਿਸੇ ਦੀ ਨਿੰਦਾ ਕਰਦਾ ਸੀ, ਅੰਦਰ ਮੌਤ ਹੋ ਜਾਂਦੀ ਸੀ। ਰੱਬ ਯਾਦ ਆ ਜਾਂਦਾ ਸੀ, ਜੰਮ ਪੈਂਦਾ ਸੀ, ਰੱਬ ਭੁੱਲ ਜਾਂਦਾ ਸੀ, ਮਰ ਜਾਂਦਾ ਸੀ। ਆਖਾਂ ਜੀਵਾਂ ਮਿਸਰੇ ਮਰ ਜਾਓ। ਔਰ ਰੋਜ਼ ਦਾ ਇਹ ਖੇਡ ਚੱਲਦਾ ਸੀ ਜੀਵਨ ਵਿੱਚ, ਰੋਜ਼ ਜੰਮਦਾ ਮਰਦਾ ਸੀ, ਕਦੀ ਜਨਮ ਆ ਜਾਂਦਾ ਸੀ, ਕਦੀ ਮੌਤ ਆ ਜਾਂਦੀ ਸੀ। ਜਿਸੇ ਭੁਲਾਏ ਆਪ ਮਰ ਮਰ ਜੰਮੇ ਨਿਤ, ਨਿਤ ਮੈਨੇ ਹਰ ਰੋਜ਼ ਜੰਮਣਾ, ਹਰ ਰੋਜ਼ ਮਰਨਾ। ਹੁਣ ਗੁਰੂ ਦੇ ਨਾਮ ਨੇ ਕੀ ਕੀਤਾ? ਗੁਰੂ ਦਾ ਨਾਮ ਹੈ ਅੰਮ੍ਰਿਤ। ਗੁਰੂ ਨੇ ਦਿੱਤਾ ਪ੍ਰਭੂ ਦਾ ਨਾਮ, ਪ੍ਰਭੂ ਦਾ ਨਾਮ ਹੈ ਅੰਮ੍ਰਿਤ, ਮੈਨੇ ਆਤਮਿਕ ਜ਼ਿੰਦਗੀ ਦੇਣ ਵਾਲਾ, ਕਿ ਜਿਹਦੇ ਨਾਲ ਆਤਮਾ ਮੁੜ ਕਦੀ ਮਰਦੀ ਨਹੀਂ, ਨਾ ਜਨਮ ਹੋਏਗਾ, ਨਾ ਮੌਤ ਹੋਏਗੀ, ਭਾਵ ਅਮਰਤਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ ਕਵੇ ਨਾ ਵਿਆਪੇ ਚੰਦਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਭਾਵ ਹਮੇਸ਼ਾ ਚਿਰ ਜੀਵਨ, ਜਿੱਥੇ ਮੌਤ ਕਦੀ ਆਂਦੀ ਨਹੀਂ, ਉਹ ਵਾਲਾ ਜੀਵਨ। ਹੁਣ ਨਾਮ ਅੰਮ੍ਰਿਤ ਨੇ ਕੀ ਕੀਤਾ? ਜਨਮ ਮਰਨ ਭੱਗਾ, ਬਾਰ-ਬਾਰ ਜੰਮ ਪੈਣਾ, ਬਾਰ-ਬਾਰ ਮਰ ਜਾਣਾ, ਇਹ ਨਾਸ਼ ਹੋ ਗਿਆ। ਆਵਾਗਮਨ ਮੁੱਕ ਗਿਆ, ਭਟਕਣਾ ਖਤਮ ਹੋ ਗਈ। ਜਗ ਜਨਮ ਮਰਨ ਭੱਗਾ, ਇਹ ਆਈ ਹੀ ਹੈ ਪ੍ਰਤੀਤ। ਇਹ ਦਿਹਾਹੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਪ੍ਰਤੀਤ ਦਾ ਇਹ ਪੜਨਾਮੀ ਵਿਸ਼ੇਸ਼ਣ ਹੈ, ਤੇ ਪ੍ਰਤੀਤ ਇਸਤਰੀ ਲਿੰਗ ਸ਼ਬਦ ਹੈ। ਪ੍ਰਤੀਤ ਦੇ ਤੱਤੇ ਦੀ ਸਿਆਰੀ ਜਿਹੜੀ ਹੈ, ਆਖਰੀ ਤੱਤੇ ਦੀ ਸਿਆਰੀ, ਉਹ ਮੌਲਿਕ ਸਿਆਰੀ ਇਹ ਆਪਣੇ ਨਾਲ ਲੈ ਕੇ ਆਇਆ। ਇਹ ਲਫ਼ਜ਼ ਪ੍ਰਤੀਤੀ ਤੋਂ ਇਹ ਲਫ਼ਜ਼ ਬਣਿਆ। ਮੌਲਿਕ ਸਿਆਰੀ ਪ੍ਰਤੀਤ ਨਾਲ ਲੈ ਕੇ ਆਇਆ, ਔਰ ਇਸਤਰੀ ਲਿੰਗ ਸ਼ਬਦ ਹੈ। ਇਸ ਤਰ੍ਹਾਂ ਦੇ ਇਸਤਰੀ ਲਿੰਗ ਸ਼ਬਦ ਬਹੁਤ ਸਾਰੇ ਗੁਰਬਾਣੀ ਚ ਮਿਲਦੇ ਨੇ। ਭਗਤ, ਉਤਪਤ, ਸੁਹਾਗਣ, ਮਾਲਨ, ਇਸੇ ਤਰ੍ਹਾਂ ਪ੍ਰਤੀਤ। ਇਸਤਰੀ ਲਿੰਗ ਦਾ ਪੜਨਾਮੀ ਵਿਸ਼ੇਸ਼ਣ ਇਹ ਹਾਹੀ ਦੀ ਔਂਕੜ ਤੋਂ ਬਿਨਾਂ ਆ ਗਿਆ। ਇਹ ਆਈ, ਜੇ ਪ੍ਰਤੀਤ ਪੁਲਿੰਗ ਹੁੰਦਾ ਫਿਰ ਆਣਾ ਸੀ ਆਇਆ, ਪਰ ਇੱਥੇ ਇਸਤਰੀ ਲਿੰਗ ਸ਼ਬਦ ਹੈ ਪ੍ਰਤੀਤ। ਮੈਨੇ ਯਕੀਨ, ਵਿਸ਼ਵਾਸ, ਭਰੋਸਾ। ਹੀ ਹੈ ਮੈਨੇ ਹਿਰਦੇ ਵਿੱਚ। ਦਲਾਵਾਂ ਜਿਹੜੀਆਂ ਨਾਉਂ ਦੇ ਉੱਪਰ ਲੱਗੀਆਂ ਹੋਈਆਂ, ਇਹ ਕਈ ਵਾਰੀ ਕਰ ਕੀ ਅਰਥ ਦਿੰਦੀਆਂ ਨੇ। ਹੀ ਹੈ ਮੈਨੇ ਹਿਰਦੇ ਦੇ ਵਿੱਚ, ਇਹ ਆਈ ਹੀ ਹੈ ਪ੍ਰਤੀਤ। ਜਦੋਂ ਜਿਸ ਮਨੁੱਖ ਨੂੰ ਹਿਰਦੇ ਵਿੱਚ ਯਕੀਨ ਵੱਜ ਗਿਆ, ਇਹ ਪ੍ਰਤੀਤ ਆ ਗਈ ਕਿ ਨਾਮ ਹੀ ਤਾਰਨ ਵਾਲਾ ਹੈ। ਜਗ ਜਨਮ ਮਰਨ ਭੱਗਾ, ਜਗਤ ਵਿੱਚ ਉਹਦਾ ਜਨਮ ਤੇ ਮਰਨ ਮੁੱਕ ਗਿਆ, ਭਾਵ ਹੁਣ ਆਵਾਗਮਨ ਤੋਂ ਛੁੱਟ ਗਿਆ। ਹੁਣ ਉਹ ਆਤਮਿਕ ਤੌਰ ਤੇ ਅਟਲ ਜੀਵਨ ਵਾਲਾ ਹੋ ਗਿਆ, ਅਮਰਤਾ ਵਾਲੇ ਜੀਵਨ ਵਾਲਾ ਹੋ ਗਿਆ। ਯਾਦ ਰੱਖਿਓ, ਸਰੀਰਕ ਤੌਰ ਤੇ ਜਨਮ ਵੀ ਹੈ, ਮੌਤ ਵੀ ਹੈ। ਜੇ ਇੱਥੇ ਉਹਨਾਂ ਆਵਾਗਮਨ ਦੀ ਗੱਲ ਕਰਾਂਗੇ ਤੇ ਯਾਦ ਰੱਖਿਓ, ਜਨਮ ਤੇ ਹੋ ਗਿਆ,
ਪ੍ਰਭੂ ਦੇ ਨਾਮ ਨੇ ਜਨਮ ਮਰਨ ਭੱਗਾ ਮੈਨੇ ਨਾਸ਼ ਕਰ ਦਿੱਤਾ। ਫਿਰ ਇਹ ਆਦਮੀ ਹੁਣ ਕਦੀ ਮਰਨਾ ਨਹੀਂ ਚਾਹੀਦਾ, ਕੋਈ ਜਨਮ ਮਰਨ ਤੇ ਕੱਟਿਆ ਗਿਆ। ਹੁਣ ਇਹਨੇ ਨਾਮ ਨਾਲ ਸਾਂਝ ਪਾ ਲਈ, ਹੁਣ ਮਰਨਾ ਨਹੀਂ ਚਾਹੀਦਾ। ਇੱਥੇ ਗੱਲ ਸਰੀਰ ਦੀ ਚੱਲ ਹੀ ਨਹੀਂ ਰਹੀ। ਸਰੀਰ ਨੇ ਤੇ ਮਰਨਾ ਹੀ ਮਰਨਾ ਹੈ, ਕਿਉਂਕਿ ਜਿਹਦਾ ਜਨਮ ਸਰੀਰ ਦਾ ਹੋਇਆ ਉਹ ਸਰੀਰ ਦੀ ਮੌਤ ਨਿਸ਼ਚਿਤ ਹੈ। ਜਨਮੰ ਤਾਂ ਮਰਨੰ, ਜਿੱਥੇ ਜਨਮ ਅਤੇ ਮੌਤ ਨਿਸ਼ਚਿਤ ਹੈ। ਪ੍ਰਭੂ ਦਾ ਨਾਮ ਜਨਮ ਵੀ ਮਿਟਾ ਦਿੰਦਾ ਹੈ, ਮੌਤ ਵੀ ਮਿਟਾ ਦਿੰਦਾ ਹੈ। ਭਾਵ ਆਤਮਿਕ ਤੌਰ ਤੇ ਹੁਣ ਨਾ ਜੰਮਦਾ ਹੈ, ਨਾ ਹੀ ਆਤਮਿਕ ਤੌਰ ਤੇ ਨੇ ਮਰਨਾ ਹੈ। ਬਾਰ-ਬਾਰ ਨਾ ਜੰਮਣਾ ਨਾ ਮਰਨਾ, ਬਾਰ-ਬਾਰ ਦਾ ਚੱਕਰ ਖਤਮ ਹੋ ਗਿਆ। ਹੁਣ ਅਮਰ ਹੋ ਗਿਆ ਉਹ ਜੀਵਨ ਜਿਹੜਾ ਸਦ ਜੀਵਨ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ। ਹੁਣ ਸਤ ਜੀਵਨ ਪ੍ਰਾਪਤ ਹੋ ਗਿਆ। ਇਹ ਆਈ ਹੀ ਹੈ ਪ੍ਰਤੀਤ ਜਦੋਂ ਪ੍ਰਭੂ ਦੇ ਨਾਮ ਤੇ ਵਿਸ਼ਵਾਸ ਵੱਜ ਗਿਆ, ਜਦੋਂ ਪ੍ਰਭੂ ਦੇ ਨਾਮ ਤੇ ਯਕੀਨ ਪੈਦਾ ਹੋ ਗਿਆ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ। ਪ੍ਰਤੀਤ ਹੀ ਹੈ ਆਈ, ਇੱਥੇ ਫਿਰ ਪ੍ਰਤੀਤ ਦੇ ਤੱਤੇ ਨੂੰ ਸਿਆਰੀ ਆ ਗਈ। ਇਸਤਰੀ ਲਿੰਗ ਸ਼ਬਦ ਹੈ ਪ੍ਰਤੀਤੀ, ਮੈਨੇ ਯਕੀਨ ਭਰੋਸਾ ਵਿਸ਼ਵਾਸ। ਹੀ ਹੈ ਆਈ ਮੈਨੇ ਹਿਰਦੇ ਵਿੱਚ ਆ ਗਈ, ਭਾਵ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਚ ਯਕੀਨ ਆ ਗਿਆ। ਜਿਨ ਜਨ ਕੈ, ਇੱਥੇ ਜਿਨ ਨੰਨੇ ਨੂੰ ਸਿਆਰੀ ਨਹੀਂ ਹੈ, ਇਹਦਾ ਮਤਲਬ ਇਹ ਬਹੁਵਚਨ ਸ਼ਬਦ ਹੈ। ਜਿਨ੍ਹਾਂ ਜਨ ਕੈ, ਜਿਨ੍ਹਾਂ ਜਨਾਂ ਦੇ, ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਤੀਤ ਆ ਗਈ, ਹਿਰਦੇ ਵਿੱਚ ਯਕੀਨ ਵੱਜ ਗਿਆ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ, ਇੱਥੇ ਫਿਰ ਤਿੰਨ ਦੇ ਨੰਨੇ ਨੂੰ ਸਿਆਰੀ ਨਹੀਂ ਆਈ, ਨੰਨਾ ਮੁਕਤਾ ਭਾਵ ਬਹੁਵਚਨ ਅਰਥ ਬਣ ਜਾਣੇਗਾ ਉਹਨਾਂ ਨੂੰ। ਜਿਨ ਤਿੰਨ ਕਿਨ ਉਨ ਇਨ, ਆਖਰੀ ਅੱਖਰ ਨੰਨੇ ਨੂੰ ਸਿਆਰੀ ਆ ਜਾਏ ਤੇ ਇੱਕ ਵਚਨ ਦੇ ਅਰਥ ਨਿਕਲਦੇ ਨੇ ਸਿੰਗੂਲਰ ਦੇ। ਪਰ ਜਿਨ ਤਿੰਨ ਕਿਨ ਇਨ ਉਨ, ਆਖਰੀ ਅੱਖਰ ਨੰਨਾ ਮੁਕਤਾ ਹੋਵੇ ਤੇ ਬਹੁਵਚਨ ਦੇ ਅਰਥ ਬਣ ਜਾਂਦੇ ਨੇ। ਜਿਨ ਜਨ ਕੈ ਭਾਵ ਜਿਨ੍ਹਾਂ ਗੁਰਮੁਖਾਂ ਦੇ ਪ੍ਰਤੀਤ ਹੀ ਆਈ, ਹਿਰਦੇ 'ਚ ਯਕੀਨ ਆ ਗਿਆ। ਤਿੰਨ ਕੋ ਭਾਵ ਉਹਨਾਂ ਮਨੁੱਖਾਂ ਨੂੰ ਪਦਵੀ ਉੱਚ ਪਈ। ਪਦਵੀ ਦਾ ਭਾਵ ਰੁਤਬਾ, ਮਰਤਬਾ, ਅਵਸਥਾ। ਉੱਚ ਪਈ, ਉੱਚ ਚੱਚੇ ਨੂੰ ਔਕੜਤਾ ਨਹੀਂ ਆਈ, ਕਿਉਂਕਿ ਪਦਵੀ ਇਸਤਰੀ ਲਿੰਗ ਸ਼ਬਦ ਹੈ, ਉਹਦਾ ਵਿਸ਼ੇਸ਼ਣ ਉੱਚ ਵੀ ਆਖਰੀ ਅੱਖਰ ਮੁਕਤਾ ਆ ਗਿਆ। ਉਹਨਾਂ ਨੂੰ ਉੱਚੀ ਪਦਵੀ ਮਿਲ ਗਈ, ਉਹਨਾਂ ਦੀ ਅਵਸਥਾ ਉੱਚੀ ਹੋ ਗਈ। ਭਾਵ ਜਦੋਂ ਵਿਸ਼ਵਾਸ ਆ ਗਿਆ ਜਨਮ ਮਰਨ ਮੁੱਕ ਗਿਆ। ਹੁਣ ਉਹਨਾਂ ਕਦੀ ਮਰਨਾ ਹੀ ਨਹੀਂ ਹੈ, ਉਹ ਅਮਰ ਹੋ ਗਏ ਨੇ। ਹੁਣ ਮੌਤ ਕਦੀ ਆਏਗੀ ਨਹੀਂ ਜ਼ਿੰਦਗੀ 'ਚ, ਨਾ ਜੰਮਣਾ ਪਏਗਾ ਨਾ ਮਰਨਾ ਪਏਗਾ। ਅਮਰਤਾ ਆ ਗਈ, ਉਹ ਅਵਸਥਾ ਜਿਹੜੀ ਅਮਰਤਾ ਵਾਲੀ ਪਦਵੀ ਮਿਲ ਗਈ। ਤਿੰਨ ਕੋ ਪਦਵੀ ਉੱਚ ਪਈ, ਹੁਣ ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੋ ਗਈ, ਅਮਰਤਾ ਵਾਲੀ ਹੋ ਗਈ। ਆਤਮਿਕ ਅਵਸਥਾ ਕਿਵੇਂ ਅਮਰ ਹੋ ਗਈ? ਹੁਣ ਵਿਕਾਰਾਂ 'ਚ ਮਰਦੇ ਨਹੀਂ ਹਨ, ਨਿੰਦਿਆ ਚੁਗਲੀ 'ਚ ਮਰਦੇ ਨਹੀਂ ਹਨ, ਝੂਠ 'ਚ ਮਰਦੇ ਨਹੀਂ ਹਨ, ਗਰੀਬ ਦਾ ਹੱਕ ਮਾਰ ਕੇ ਮਰਦੇ ਨਹੀਂ ਹਨ, ਲਾਲਚ 'ਚ ਮਰਦੇ ਨਹੀਂ ਹਨ। ਉਹ ਕਿੰਨਾ ਵਿਕਾਰਾਂ ਦੀ ਮੌਤ ਸੀ? ਅਗਲੀ ਤੁਕ ਵਿੱਚ ਤਜ ਮਾਇਆ ਮੋਹ, ਲੋਭ ਔਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ। ਆਹ ਸੀ ਦੁੱਖ ਜਨਮ ਮਰਨ ਦਾ। ਹੱਕ ਦੀ ਕਮਾਈ ਹੁੰਦੀ ਸੀ, ਜੰਮ ਪੈਂਦਾ ਸੀ, ਲਾਲਚ ਕਰਕੇ ਲੋਭ ਕਰਕੇ ਕਿਸੇ ਗਰੀਬ ਦਾ ਹੱਕ ਮਾਰ ਲੈਂਦਾ ਸੀ, ਮਰ ਜਾਂਦਾ ਸੀ। ਮੌਤ ਦਾ ਦੁੱਖ ਵੀ ਨਾਲ ਜੁੜਿਆ ਸੀ। ਘਰ ਦੀਆਂ ਚੀਜ਼ਾਂ ਦਾ ਮੋਹ, ਪਦਾਰਥਾਂ ਦਾ ਮੋਹ, ਧੀਆਂ ਪੁੱਤਰਾਂ ਦਾ ਮੋਹ, ਜ਼ਮੀਨ ਜਾਇਦਾਦ ਦਾ ਮੋਹ, ਇੱਥੋਂ ਤੱਕ ਕਿ ਵਾਸਨਾ, ਇੱਥੋਂ ਤੱਕ ਕਿ ਕ੍ਰੋਧ ਦਾ ਦੁੱਖ। ਹੁਣ ਇਹ ਸਾਰੇ ਖਤਮ ਹੋ ਗਏ। ਤਜ ਮਾਇਆ ਮੋਹ, ਹੁਣ ਮਾਇਆ ਦਾ ਮੋਹ ਛੱਡ ਦਿੱਤਾ। ਤਜ ਦੇ ਜਜਨ ਲੱਗੀ ਸਿਆਰੀ, ਤਜ ਕੇ, ਛੱਡ ਕੇ। ਮਾਇਆ ਮੋਹ, ਮੋਹ ਦੇ ਹਾਹੇ ਨੂੰ ਆ ਗਈ ਔਂਕੜ। ਮਾਇਆ ਦਾ ਮੋਹ, ਇੱਥੇ ਇਹ ਨਹੀਂ ਵੀ ਮਾਇਆ ਛੱਡ ਕੇ ਤੇ ਮੋਹ ਛੱਡ ਕੇ, ਨਹੀਂ। ਮਾਇਆ ਦਾ ਮੋਹ ਗੁਰਮਤਿ ਨੇ ਕਿਤੇ ਵੀ ਨਹੀਂ ਕਿਹਾ, ਗੁਰਬਾਣੀ ਨੇ ਕਿਤੇ ਵੀ ਨਹੀਂ ਕਿਹਾ ਕਿ ਸਿੱਖ ਮਾਇਆ ਦਾ ਤਿਆਗ ਕਰੇ। ਮਾਇਆ ਦੇ ਤਿਆਗ ਦੀ ਕਿਤੇ ਵੀ ਗੱਲ ਨਹੀਂ ਹੈ, ਕਿਉਂਕਿ ਜੇ ਮਾਇਆ ਦਾ ਤਿਆਗ ਕਰ ਦੇਗਾ ਫਿਰ ਆਪਣੀ ਗ੍ਰਸਥੀ ਜ਼ਿੰਦਗੀ ਦੀਆਂ ਲੋੜਾਂ ਕਿਵੇਂ ਪੂਰੀਆਂ ਕਰੇਗਾ? ਜਿਸ ਘਰ ਵਿੱਚ ਘਰ ਦੀ ਸ਼ੋਭਾ ਮਾਇਆ ਨਾ ਹੋਵੇ, ਲੋੜਵੰਦ ਵੀ ਭੁੱਖੇ ਮੁੜ ਜਾਂਦੇ ਨੇ। ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ, ਆਵਤ ਪਹੀਆ ਖੁਦ ਜਾਹੇ। ਪਹੀਆ ਮਨੇ ਪਹੇ ਤੇ ਉੱਪਰ, ਰਸਤੇ ਤੇ ਤੁਰਨ ਵਾਲੇ ਮੁਸਾਫਿਰ ਵੀ ਭੁੱਖੇ ਮੁੜ ਜਾਂਦੇ ਨੇ। ਮਾਇਆ ਦਾ ਤਿਆਗ ਨਹੀਂ ਕਿਹਾ, ਬਲਕਿ ਮਾਇਆ ਜਿਹਨੇ ਛੱਡ ਦਿੱਤੀ ਤੇ ਕੀ ਛੱਡਿਆ? ਕੁਝ ਵੀ ਨਹੀਂ ਛੱਡਿਆ। ਛੱਡਣਾ ਤੇ ਮਾਇਆ ਦਾ ਮੋਹ ਸੀ, ਛੱਡਣਾ ਤੇ ਮਾਇਆ ਦਾ ਹੰਕਾਰ ਸੀ, ਛੱਡਣਾ ਤੇ ਮਾਇਆ ਦਾ ਲੋਭ ਸੀ। ਮਾਇਆ ਛੱਡਣ ਦੀ ਤੇ ਗੱਲ ਹੀ ਨਹੀਂ। ਕਬੀਰ ਮਾਇਆ ਤਜੀ ਤੂੰ ਕਿਆ ਪਿਆ? ਕੀ ਹੋਇਆ ਜੇ ਮਾਇਆ ਛੱਡ ਦਿੱਤੀ? ਕੁਝ ਵੀ ਨਹੀਂ ਹੋਇਆ। ਛੱਡਣਾ ਸੀ ਮਾਣ, ਮਾਇਆ ਤਜੀ ਤੋਂ ਕਿਆ ਪਿਆ? ਜੋ ਮਾਣ ਤਜਿਆ ਨਹੀਂ ਜਾਏ। ਮਾਣ ਉੱਥੇ ਹੀ ਖੜਾ ਹੈ।
ਕਿਉਂਕਿ ਮਨੁੱਖ ਸੋਚਦਾ ਸੀ ਮਾਇਆ ਦਾ ਹੰਕਾਰ ਹੈ ਨਾ, ਮਾਇਆ ਹੀ ਛੱਡ ਦੇਣਾ, ਨਾ ਮਾਇਆ ਰਹੇਗੀ ਨਾ ਹੰਕਾਰ ਰਹੇਗਾ। ਇਹਨੇ ਮਾਇਆ ਤਿਆਗ ਦਿੱਤੀ, ਹੰਕਾਰ ਫਿਰ ਉੱਥੇ ਖੜਾ ਹੈ। ਮਸਲਾ ਉਹੀ ਖੜਾ ਹੈ ਜੀ, ਉਹ ਫਿਰ ਨਹੀਂ ਗਿਆ। ਪਹਿਲਾਂ ਹੰਕਾਰ ਸੀ ਮੇਰੇ ਵਰਗਾ ਅਮੀਰ ਕੌਣ, ਹੁਣ ਹੰਕਾਰ ਹੈ ਮੇਰੇ ਵਰਗਾ ਤਿਆਗੀ ਕੌਣ। ਮਾਣ ਤੇ ਉੱਥੇ ਖੜਾ, ਮਾਣ ਤੇ ਗਿਆ ਹੀ ਨਹੀਂ। ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨੀਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਨੇ ਮੁਨੀਆਂ ਨੂੰ ਵੀ ਖਾ ਲਿਆ, ਤੇ ਮੁਨੀਵਰ ਮੁਨੀਆਂ ਦੇ ਸ੍ਰਿਸ਼ਟ ਮੁਨੀ ਵੱਡੇ ਵੱਡੇ ਮੁਨੀਆਂ ਨੂੰ ਵੀ ਖਾ ਲਿਆ। ਮਾਨ ਸਭੈ ਕੋ ਖਾਏ, ਸਭ ਨੂੰ ਖਾ ਜਾਂਦਾ। ਛੱਡਣਾ ਤੇ ਮਾਇਆ ਦਾ ਮਾਣ ਸੀ, ਮਾਇਆ ਤੇ ਛੱਡਣ ਦੀ ਗੱਲ ਹੀ ਨਹੀਂ ਸੀ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਾ ਖਾਇਆ। ਮਾਇਆ ਮਮਤਾ ਮੋਹਣੀ, ਮਾਇਆ ਦੀ ਮਮਤਾ, ਮਾਇਆ ਅਤੇ ਮਮਤਾ ਨਹੀਂ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਾ ਖਾਇਆ। ਮਾਇਆ ਦੀ ਜਿਹੜੀ ਪਕੜ ਹੈ, ਮੋਹ ਹੈ, ਮਮਤਾ ਹੈ। ਛੱਡਣਾ ਮੋਹ ਹੈ, ਛੱਡਣਾ ਮਾਇਆ ਦਾ ਲੋਭ ਹੈ। ਤਜ ਮਾਇਆ ਮੋਹ ਲੋਭ ਅਰ ਲਾਲਚ। ਜਿਹਨੇ ਮਾਇਆ ਦਾ ਮੋਹ ਛੱਡ ਦਿੱਤਾ, ਮਾਇਆ ਦਾ ਲੋਭ ਛੱਡ ਦਿੱਤਾ, ਮਾਇਆ ਦਾ ਲਾਲਚ ਛੱਡ ਦਿੱਤਾ, ਲੋਭ ਲਾਲਚ ਤਿਆਗ ਦਿੱਤਾ ਜਿਹਨੇ। ਮਾਇਆ ਛੱਡ ਦੇਣੀ ਆਸਾਨ ਹੈ, ਪਰ ਮਾਇਆ ਦਾ ਲੋਭ ਛੱਡਣਾ ਬੜਾ ਔਖਾ ਹੈ। ਕਿਉਂਕਿ ਲੋਭ ਜਿਹੜਾ ਹੈ, ਮਾਇਆ ਛੱਡ ਕੇ ਵੀ ਨਾਲ ਰਹਿੰਦਾ ਹੈ। ਪਹਿਲਾਂ ਲੋਭ ਸੀ ਮੇਰਾ ਘਰ ਵੱਡਾ ਹੋਵੇ, ਮਾਇਆ ਤੇ ਤਿਆਗ ਦਿੱਤੀ, ਲੋਭ ਨਹੀਂ ਛੱਡਿਆ। ਹੁਣ ਇਹਨੇ ਆਸ਼ਰਮ ਬਣਾ ਲਿਆ, ਡੇਰਾ ਬਣਾ ਲਿਆ, ਹੁਣ ਕਹਿੰਦਾ ਮੇਰਾ ਡੇਰਾ ਵੱਡਾ ਹੋਣਾ ਚਾਹੀਦਾ। ਲੋਭ ਤੇ ਉੱਥੇ ਖੜਾ ਹੈ। ਮਾਇਆ ਦਾ ਮੋਹ ਛੱਡਣਾ ਸੀ, ਮਾਇਆ ਛੱਡਣ ਦੀ ਗੱਲ ਹੀ ਨਹੀਂ ਸੀ। ਇਹਨੇ ਸੋਚਿਆ ਬੱਚਿਆਂ ਦਾ ਮੋਹ ਹੈ, ਬੱਚੇ ਛੱਡ ਦੇਗਾ, ਮੋਹ ਨਹੀਂ ਰਹੇਗਾ। ਬੱਚੇ ਛੱਡ ਦਿੱਤੇ, ਮੋਹ ਉੱਥੇ ਹੀ ਖੜਾ ਹੈ। ਪਹਿਲਾਂ 2 ਬੱਚਿਆਂ ਦਾ ਮੋਹ ਸੀ, ਹੁਣ 100 ਚੇਲਿਆਂ ਦਾ ਮੋਹ ਹੈ ਕਿ ਮੇਰੇ 100 ਤੋਂ 200 ਚੇਲੇ ਹੋ ਜਾਣ, ਪਰ ਮੇਰਾ ਚੇਲਾ ਟੁੱਟ ਕੇ ਦੂਜੇ ਦਾ ਚੇਲਾ ਨਾ ਬਣੇ, ਦੂਜੇ ਦੇ ਸਾਰੇ ਚੇਲੇ ਟੁੱਟ ਕੇ ਮੇਰੇ ਚੇਲੇ ਬਣ ਜਾਣ। ਤਾਂ ਹੀ ਸਤਿਗੁਰੂ ਨੇ ਬਾਣੀ ਚ ਬਚਨ ਕੀਤਾ ਸੀ ਕਿ ਇਹਨਾਂ ਕੋ ਛੱਡ ਕੇ ਫਰਕ ਕੀ ਪਿਆ। ਦੇਸ ਛੋੜ ਪਰਦੇਸਾਂ ਧਾਇਆ, 5 ਚੰਡਾਲ ਨਾਲੇ ਲੈ ਆਇਆ। ਵਿਕਾਰ ਤੇ ਨਾਲ ਹੀ ਚੁੱਕੀ ਫਿਰਦਾ, ਉਹ ਤੇ ਛੱਡੇ ਹੀ ਨਹੀਂ। ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ। ਅਜੂ ਵਿਕਾਰ ਨਾ ਛੋਟੀ ਪਾਪੀ ਮਨ ਮੰਦਾ। ਇਸ ਕਰਕੇ ਜਿਹਨੇ ਮਾਇਆ ਦਾ ਮੋਹ ਤਿਆਗ ਦਿੱਤਾ, ਮਾਇਆ ਦਾ ਲੋਭ ਲਾਲਚ ਤਿਆਗ ਦਿੱਤਾ, ਕਾਮ ਤਿਆਗ ਦਿੱਤਾ ਤੇ ਕ੍ਰੋਧ ਛੱਡ ਦਿੱਤਾ, ਉਹਦੇ ਅੰਦਰੋਂ ਆ ਬ੍ਰਿਥਾ, ਆ ਪੀੜ ਖਤਮ ਹੋ ਗਈ। ਬ੍ਰਿਥਾ ਮਨੇ ਪੀੜਾ, ਕਲੇਸ਼, ਦੁੱਖ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬ੍ਰਿਥਾ ਗਈ। ਜਿਹਨੇ ਸੱਚਮੁੱਚ ਨਾਮ ਦੇ ਉੱਪਰ ਯਕੀਨ ਬਣਾ ਲਿਆ, ਉਹਨੇ ਮਾਇਆ ਦਾ ਮੂੰਹ ਛੱਡ ਕੇ ਲੋਭ ਤੇ ਲਾਲਚ ਤਿਆਗ ਦਿੱਤਾ। ਹੁਣ ਉਹਨਾਂ ਦੀ ਅੰਦਰੋਂ ਕ੍ਰੋਧ ਦੀ ਤੇ ਕਾਮ ਦੀ ਪੀੜਾ ਖਤਮ ਹੋ ਗਈ, ਦੁੱਖ ਦਰਦ ਖਤਮ ਹੋ ਗਿਆ। ਹੁਣ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਤੇ ਸ਼ਾਂਤੀ ਆਨੰਦ ਬਣ ਗਿਆ, ਕਿਉਂਕਿ ਦੁੱਖ ਚਲਾ ਗਿਆ, ਬ੍ਰਿਥਾ ਪੀੜਾ ਚਲੀ ਗਈ। ਜਿੱਥੇ ਪੀੜਾ ਨਾ ਹੋਵੇ ਉੱਥੇ ਸੁੱਖ ਹੁੰਦਾ ਹੈ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿव्य ਦ੍ਰਿਸ਼ਟ ਕਾਰਨ ਕਰਣ। ਅਵਲੋਕਿਆ ਮੈਨੇ ਵੇਖਿਆ, ਇੱਥੇ ਕੱਕੇ ਦੇ ਪੈਰ 'ਚ ਅੱਧਾ ਯਈਆ ਹੈ, ਤੇ ਇਹਦਾ ਉਚਾਰਨ ਕਿਵੇਂ ਕਰਨਾ ਹੈ? ਜਿਸ ਅੱਖਰ ਦੇ ਪੈਰ ਵਿੱਚ ਅੱਧਾ ਯਈਆ ਹੁੰਦਾ ਹੈ, ਉਸ ਅੱਖਰ ਨੂੰ ਸਿਹਾਰੀ ਲਾ ਕੇ ਅੱਗੇ ਐੜਾ ਲਗਾ ਦਿੱਤਾ ਜਾਂਦਾ ਹੈ। ਇੱਥੇ ਕੱਕੇ ਦੇ ਪੈਰ 'ਚ ਅੱਧਾ ਯਈਆ ਹੈ, ਕੱਕੇ ਨੂੰ ਸਿਹਾਰੀ ਲਾ ਕੇ ਅੱਗੇ ਐੜਾ, ਤੇ ਕੰਨਾ ਲੱਗ ਜਾਏਗਾ ਐੜੇ ਨੂੰ। ਅਵਲੋਕਿਆ, ਇਹ ਸਮਝ ਲਓ ਅੱਧੇ ਯਈਏ ਦਾ ਉਚਾਰਨ ਸਿੱਖਣ ਦੀ ਇੱਕ ਟੈਕਨੀਕ ਹੈ, ਇੱਕ ਨੁਕਤਾ ਹੈ ਛੋਟਾ ਜਿਹਾ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ। ਬ੍ਰਹਮ ਦੇ ਮੰਮੀ ਨੂੰ ਔਂਕੜ ਹੈ, ਭਾਵ ਇੱਕ ਪ੍ਰਭੂ ਹਰੀ। ਹੁਣ ਉਸ ਮਨੁੱਖ ਨੇ ਕੀ ਕੀਤਾ? ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ ਨੂੰ ਦੇਖ ਲਿਆ, ਬ੍ਰਹਮ ਨੂੰ ਦੇਖ ਲਿਆ, ਜਿਹੜਾ ਸ੍ਰਿਸ਼ਟੀ ਦਾ ਮੂਲ ਹੈ, ਜਿਹਨੇ ਉਹਨੂੰ ਦੇਖ ਲਿਆ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ। ਉਹਦਾ ਸਾਰਾ ਭਰਮ, ਇੱਥੇ ਭਰਮ ਦੇ ਮੰਮੀ ਨੂੰ ਆ ਗਈ ਔਂਕੜ, ਸਭ ਦੇ ਪੱਬੀ ਨੂੰ ਆ ਗਈ ਔਂਕੜ। ਹੁਣ ਸਭ ਇੱਥੇ ਇੱਕ ਵਚਨ ਹੈ। ਕੋਈ ਹੈਰਾਨ ਹੋਏਗਾ ਵੀ ਸਭ ਤੇ ਬਹੁਵਚਨ ਹੁੰਦਾ ਵੈ? ਸਭ ਨਹੀਂ, ਗੁਰਬਾਣੀ ਵਿੱਚ ਸਭ ਇੱਕ ਵਚਨ ਵੀ ਹੁੰਦਾ ਹੈ। ਸਾਡੀ ਪੰਜਾਬੀ ਵਿੱਚ ਵੀ ਸਭ ਇੱਕ ਵਚਨ ਹੁੰਦਾ ਵੈ। ਸਭ ਬਹੁਵਚਨ ਵੀ ਹੁੰਦਾ ਹੈ। ਜਿੱਥੇ ਸਭ ਦੇ ਪੱਬੇ ਨੂੰ ਸਿਹਾਰੀ ਆਏਗੀ, ਉੱਥੇ ਸਭ ਬਹੁਵਚਨ ਹੋਏਗਾ, ਬਹੁਤਿਆਂ ਦੀ ਗੱਲ ਚੱਲੇਗੀ ਹੋਏਗੀ। ਤੇ ਜਿੱਥੇ ਸਭ ਦੇ ਪੱਬੇ ਨੂੰ ਔਂਕੜ ਹੋਏਗੀ, ਉੱਥੇ ਸਭ ਇੱਕ ਵਚਨੀ ਅਰਥ ਦੇਗਾ, ਉੱਥੇ ਸਭ ਦੇ ਅਰਥ ਇੱਕ ਵਚਨ ਹੋਣਗੇ। ਜਦੋਂ ਅਸੀਂ ਪੜ੍ਹਦੇ ਹਾਂ ਜੀ ਜੰਤ ਸਭ ਤੇਰਾ ਖੇਲ, ਉੱਥੇ ਜੀ ਜੰਤ
ਤੋਂ ਬਾਅਦ ਵਿਸਰਾਮ ਨਹੀਂ ਆਣਾ, ਸਭ ਤੋਂ ਬਾਅਦ ਵਿਸਰਾਮ ਆਣਾ ਹੈ। ਜੀ ਜੰਤ ਸਭ, ਕਿਉਂਕਿ ਭੱਬੇ ਨੂੰ ਸਿਹਾਰੀ ਹੈ, ਭਾਵ ਸਾਰੇ ਜੀ ਜੰਤ, ਜਿੰਨੇ ਵੀ ਜੀਵ ਜੰਤ ਨੇ, ਤੇਰਾ ਖੇਲ, ਲੱਲੇ ਨੂੰ ਔਂਕੜ ਹੈ, ਉਹ ਤੇਰਾ ਇੱਕ ਖੇਲ ਹੈ। ਤੇ ਜੇ ਸਭ ਅਸੀਂ ਤੇਰਾ ਦੇ ਨਾਲ ਜੋੜ ਦਿਆਂਗੇ, ਜੀ ਜੰਤ ਸਭ ਤੇਰਾ ਖੇਲ, ਫਿਰ ਉੱਥੇ ਅਰਥ ਬਣ ਜਾਏਗਾ ਜਿੰਨੇ ਵੀ ਜੀ ਜੰਤ ਨੇ ਸਭ ਤੇਰਾ ਖੇਲ, ਇਹ ਸਾਰੇ ਤੇਰਾ ਖੇਲ ਹੈ। ਖੇਲ ਦੇ ਨਾਲ ਸਾਰੇ ਨਹੀਂ ਆਏਗਾ, ਸਾਰੇ ਖੇਲ, ਇਹ ਸਾਰੇ ਖੇਲ ਨਹੀਂ, ਫਿਰ ਉੱਥੇ ਖੇਲ ਦੇ ਲੱਲੇ ਦੀ ਔਂਕੜ ਹਟਾਣੀ ਪਏਗੀ। ਇੱਥੇ ਸਭ ਦੇ ਭੱਬੇ ਨੂੰ ਸਿਹਾਰੀ ਹੈ, ਤੇ ਇਹਦਾ ਮਤਲਬ ਸਭ ਮੈਨੇ ਸਾਰੇ, ਜਿੰਨੇ ਵੀ ਜੀ ਜੰਤ ਨੇ, ਜੀ ਜੰਤ ਸਭ, ਸਾਰੇ ਜੀ ਜੰਤ। ਇੱਥੇ ਸਭ ਤੋਂ ਬਾਅਦ ਰੁਕ ਕੇ ਫਿਰ ਆਏਗਾ ਤੇਰਾ ਖੇਲ, ਇਹ ਤੇਰਾ ਖੇਲ ਹੈ। ਤੇ ਜਿੱਥੇ ਸਭ ਭੱਬਾ ਮੁਕਤ ਆਏਗਾ, ਉੱਥੇ ਇਸਤਰੀ ਲਿੰਗ ਵਾਸਤੇ ਆਏਗਾ ਸ਼ਬਦ, ਇਸਤਰੀ ਲਿੰਗ ਵਾਸਤੇ ਸਭ। ਫਿਰ ਸਭ ਇੱਕ ਵਚਨ ਕਿਵੇਂ ਹੁੰਦਾ ਹੈ? ਮੈਂ ਉਦਾਹਰਨ ਦੇ ਦਿੰਦਾ। ਮੰਨ ਲਓ ਟੋਕਰੀ ਭਰੀ ਹੋਈ ਹੈ ਸੇਬਾਂ ਦੀ, ਤੇ ਮੈਂ ਕਹਿੰਦਾ ਮੈਂ ਸਾਰੇ ਸੇਬ ਖਾ ਲਏ। ਹੁਣ ਸਾਰੇ ਬਹੁਵਚਨ ਹੈ ਨਾ, ਜਿੰਨੇ ਟੋਕਰੀ 'ਚ ਸੇਬ ਪਏ ਸੀ ਸਾਰੇ ਖਾ ਲਏ। ਪਰ ਮੈਂ ਉਸ ਟੋਕਰੀ ਵਿੱਚੋਂ ਇੱਕ ਸੇਬ ਚੁੱਕ ਕੇ ਖਾ ਲੈਣਾ, ਤੇ ਮੈਂ ਕਹਿੰਦਾ ਮੈਂ ਸਾਰਾ ਸੇਬ ਖਾ ਲਿਆ। ਹੁਣ ਸੇਬ ਤੇ ਇੱਕ ਖਾਦਾ ਹੈ, ਪਰ ਕਹਿ ਦਿੱਤਾ ਸਾਰਾ। ਸਾਰਾ ਇੱਕ ਵਚਨ ਹੈ, ਸਾਰੇ ਬਹੁਵਚਨ ਹੈ। ਅਸੀਂ ਪੰਜਾਬੀ 'ਚ ਵੀ ਕਹਿੰਦੇ ਆ ਸਾਰਾ ਸੇਬ ਖਾ ਲਿਆ, मैंने एक सेब खादा, सारे सेब खा ले, मैंने बहुते सेब खा ले। सारे बहुवचन है, सारा एक वचन है। इदां ही सब एक वचन है। जे भब्बे नूं औंकड़ आ जाए ते एक वचन सब, जे भब्बे नूं सियारी आ जाए ते बहुवचन सब। हुण सारा परम, परम दे मम्मी नूं औंकड़ हैगी, एक वचन पुलिंग शब्द है, छुट गया, सारा परम छुट गया। इत्थे छुट गया दे फिर उस तरह ही कक्के दे पैर च अद्धा यईया, उचारण किवें होएगा? कक्के नूं सियारी ते अगे ऐड़ा लग जाएगा ते कन्ना ऐड़े नूं लग जाएगा, छुटकिया। दिव्य, फिर बब्बे नूं सियारी अगे ऐड़ा, दिव्य। दृष्ट, कारण करणं, दिव्य दृष्ट भाव रब्बी नजर वाली दृष्टि। कारण करणं, कारण मैंने जो भी संसार कीता होया है, करणं मैंने उन्होंने करण वाला मूल, सृष्टि दा मूल, कारण दा करणं, सृष्टि दा मूल। अवलोक्या ब्रह्म, जिस मनुख ने गुरु रामदास पातशाह जी दे विचों रब दे दर्शन कर ले, रब देख लिया, भरम सब छुट गया, ओदा सारा भरम ही मुक गया। दिव्य दृष्ट कारण करणं, जिन्हें गुरु रामदास पातशाह जी नूं दिव्य दृष्टि वाला हरि समझ लिया, सब जगत दा कारण समझ लिया, भी करता है, जो करन वाला है, जो कुछ करके जा रहा साडे लई। पावो गुरु रामदास पातशाह ਜਿਹੜੇ ਸਾਡੇ ਲਈ ਕੁਝ ਕਰਕੇ ਜਾ ਰਹੇ ਨੇ, ਕਾਰਨ ਕਰਨ ਨੇ, ਇਸ ਸ੍ਰਿਸ਼ਟੀ ਵਿੱਚ ਕੁਝ ਕਰਨ ਵਾਲੇ ਨੇ, ਜਿਨ੍ਹਾਂ ਦੀ ਦ੍ਰਿਸ਼ਟੀ ਦਿਵ ਹੈ, ਭਾਵ ਮਿਹਰ ਦੀ ਨਜ਼ਰ ਦੇ ਨਾਲ, ਜਿਹਦੇ ਉੱਪਰ ਗੁਰੂ ਦੀ ਨਜ਼ਰ ਪੈ ਜਾਂਦੀ ਹੈ। ਗੁਰੂ ਦੀ ਨਜ਼ਰ ਪੈਣੀ ਭਾਵ ਗੁਰੂ ਦੇ ਸਿਧਾਂਤਾਂ ਦੇ ਅਧੀਨ ਆ ਜਾਣਾ, ਗੁਰੂ ਦੇ ਨਿਯਮਾਂ ਦੇ ਅਧੀਨ ਆ ਜਾਣਾ। ਜਿਵੇਂ ਕੋਈ ਕਹਿ ਦਿੰਦਾ ਵੀ ਫਲਾਣਾ ਬੱਚਾ ਮੇਰੀ ਨਜ਼ਰ ਥੱਲੇ ਹੈ, ਭਾਵ ਉਹਨੂੰ ਮੈਂ ਗਾਈਡ ਕਰ ਰਿਹਾ ਵਾਂ, ਉਹਦੀ ਅਗਵਾਈ ਮੈਂ ਕਰ ਰਿਹਾ। ਗੁਰੂ ਦੀ ਨਜ਼ਰ ਥੱਲੇ ਆਉਣਾ, ਮੈਨੇ ਗੁਰੂ ਦੀ ਅਗਵਾਈ ਕਬੂਲ ਕਰ ਲੈਣੀ। ਜਿਨੇ ਗੁਰੂ ਨੂੰ ਆਗੂ ਸਮਝ ਲਿਆ ਵੀ ਅਗਵਾਈ ਕਰਨ ਵਾਲਾ ਹੈ, ਜਦੋਂ ਗੁਰੂ ਮਿਹਰ ਦੀ ਨਜ਼ਰ ਕਰਦਾ ਹੈ, ਕਿਸੇ ਨੂੰ ਆਪਣੀਆਂ ਨਜ਼ਰਾਂ ਥੱਲੇ ਲੈ ਆਂਦਾ ਹੈ, ਕਿਸੇ ਨੂੰ ਆਪਣੀ ਅਗਵਾਈ ਵਿੱਚ ਤੋਰ ਲੈਂਦਾ ਹੈ, ਉਸ ਮਨੁੱਖ ਦਾ ਸਾਰਾ ਭਰਮ ਟੁੱਟ ਜਾਂਦਾ ਹੈ, ਕੋਈ ਭਰਮ ਬਚਦਾ ਹੀ ਨਹੀਂ ਹੈ। ਗੁਰੂ ਅਗਵਾਈ ਦੇ ਦੇਵੇ ਤੇ ਭਰਮ ਕਿੱਥੇ ਰਹੇਗਾ? ਸੂਰਜ ਚੜ ਜਾਏ, ਧੁੱਪ ਮੈਦਾਨ 'ਚ ਫੈਲੀ ਹੋਵੇ, ਹਰ ਚੀਜ਼ ਸਾਫ਼-ਸਾਫ਼ ਨਜ਼ਰ ਆਉਂਦੀ ਹੈ, ਪਰ ਜੇ ਚੀਜ਼ ਅਜੇ ਵੀ ਸਾਫ਼ ਨਜ਼ਰ ਨਾ ਆਵੇ, ਵੀ ਸੱਪ ਪਿਆ ਕਿ ਰੱਸੀ ਪਈ ਹੈ ਪਤਾ ਨਹੀਂ ਚੱਲ ਰਿਹਾ, ਭਰਮ ਹੈ, ਸਮਝ ਲਓ ਸੂਰਜ ਚੜਿਆ ਨਹੀਂ। ਜਦੋਂ ਗੁਰੂ ਸੂਰਜ ਚੜ੍ਹਦਾ ਉਦੋਂ ਕੋਈ ਭਰਮ ਬਚਦਾ ਹੀ ਨਹੀਂ ਹੈ, ਕੋਈ ਭੁਲੇਖਾ ਰਹਿ ਹੀ ਨਹੀਂ ਜਾਂਦਾ। ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਪਿਆ ਪ੍ਰਗਾਸਾ। ਜਦੋਂ ਵੱਡਿਆਂ ਭਾਗਾਂ ਨਾਲ ਪੂਰਾ ਗੁਰੂ ਮਿਲਦਾ, ਮਨ 'ਚ ਪ੍ਰਕਾਸ਼ ਹੋ ਜਾਂਦਾ ਹੈ। ਇਹੀ ਅੱਜ ਦੇ ਵਚਨ ਗੁਰੂ ਨੇ ਦਿਵ ਦ੍ਰਿਸ਼ਟੀ ਕੀਤੀ, ਗੁਰੂ ਆਪਣੀ ਅਗਵਾਈ ਵਿੱਚ ਲੈ ਆਇਆ, ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਕਰਨੰ ਹੈ, ਭਾਵ ਇਸ ਕਾਇਨਾਤ ਦੀ ਕੁਝ ਕਰਨ ਵਾਲਾ ਹੈ, ਕਾਰਨ ਕਰਨੰ ਹੈ। ਉਸ ਗੁਰੂ ਵਿੱਚੋਂ ਜਦੋਂ ਰੱਬ ਦੇਖ ਲਿਆ, ਉਦੋਂ ਸਾਰਾ ਭਰਮ ਖਤਮ ਹੋ ਗਿਆ। ਅਵਲੋਕਿਆ ਬ੍ਰਹਮ, ਭਰਮ ਸਭ ਛੁੱਟ ਗਿਆ, ਦਿਵਯ ਦ੍ਰਿਸ਼ਟ ਕਾਰਨ ਕਰਨੰ। ਇਸੇ ਕਰਕੇ ਤੇ ਭੱਟ ਗੁਰੂ ਸਾਹਿਬਾਨਾਂ ਦੀ ਸਿਫਤ ਕਰ ਰਹੇ ਨੇ, ਇਸੇ ਕਰਕੇ ਉਪਮਾ ਕਰ ਰਹੇ ਨੇ ਵੀ ਜਿੱਦਣ ਦਾ ਗੁਰੂ ਵਿੱਚੋਂ ਰੱਬ ਦੇਖਿਆ, ਇਸ ਗੁਰੂ ਦੀ ਅਗਵਾਈ ਵਿੱਚ ਆਏ ਆ, ਜਿਹੜਾ ਗੁਰੂ ਕੁਛ ਦੇ ਕੇ ਚੱਲਿਆ ਸੰਸਾਰ ਨੂੰ, ਉਸ ਗੁਰੂ ਨੇ ਸਾਡਾ ਸਾਰਾ ਭਰਮ ਖਤਮ ਕਰ ਦਿੱਤਾ। ਸਾਡੇ ਭੁਲੇਖੇ ਮੁੱਕ ਗਏ, ਸਾਡੇ ਸਵਾਲ ਖਤਮ ਹੋ ਗਏ, ਗੁੰਝਲਾਂ ਸੁਲਝ ਗਈਆਂ।
कोई मुश्किल नहीं रही, हर मुश्किल हल हो गई। ਅਵਲੋਕਿਆ ਬ੍ਰਹਮ ਭਰਮ ਸਭ ਛੁੱਟ ਗਿਆ। ਭੱਟ ਗਿਆਨ ਜੀ ਆਖਦੇ ਨੇ, ਜਦੋਂ ਦਾ ਗੁਰੂ ਰਾਮਦਾਸ ਪਾਤਸ਼ਾਹ ਵਿੱਚੋਂ ਰੱਬ ਦੇਖਿਆ, ਦਿਵ ਦ੍ਰਿਸ਼ਟ, ਜਿਹੜਾ ਗੁਰੂ ਦਿਵ ਦ੍ਰਿਸ਼ਟੀ ਵਾਲਾ ਹੈ, ਦਿव्य ਨਜ਼ਰ ਵਾਲਾ, ਭਾਵ ਜਿਹਨੂੰ ਨਜ਼ਰਾਂ ਥੱਲੇ ਲੈ ਆਂਦਾ ਉਹਨੂੰ ਆਪਣੀ ਅਗਵਾਈ ਦੇ ਦਿੰਦਾ ਹੈ, ਕਾਰਨ ਕਰਨ, ਸੰਸਾਰ ਲਈ ਕੁਝ ਕਰਕੇ ਜਾਣ ਵਾਲਾ ਗੁਰੂ, ਜਦੋਂ ਉਹਦੇ ਵਿੱਚੋਂ ਰੱਬ ਦੇਖ ਲਿਆ, ਭਰਮ ਸਭ ਛੁੱਟ ਗਿਆ, ਮੇਰਾ ਸਾਰਾ ਭਰਮ ਖਤਮ ਹੋ ਗਿਆ। ਆਪਣੇ ਤਜਰਬੇ ਦੱਸ ਰਹੇ ਨੇ ਭੱਟ ਗਿਆਨ, ਕਹਿਣ ਲੱਗੇ ਜਿਸ ਮਨੁੱਖ ਨੇ ਸ੍ਰਿਸ਼ਟੀ ਦੇ ਮੂਲ ਦਿਵ ਦ੍ਰਿਸ਼ਟ ਵਾਲੇ ਹਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇਖਿਆ, ਉਸ ਦਾ ਸਾਰਾ ਭਰਮ ਮਿਟ ਗਿਆ। ਸਤਿਗੁਰੂ ਗੁਰ ਸੇਵ, ਸਤਿਗੁਰੂ ਗੁਰ ਸੇਵਿਆ, ਉਹਦੀ ਸ਼ਰਨ ਵਿੱਚ ਆਏ, ਅਲਖ ਗਤ ਜਾਗੀ। ਉਹ ਗੁਰੂ ਜਿਹਦੀ ਗਤ ਅਲਖ ਹੈ, ਇੱਥੇ ਸਤਿਗੁਰ ਤੇ ਗੁਰ ਦੋਨੋਂ ਹੀ ਇੱਕ ਵਚਨ ਪੁਲਿੰਗ ਨਾਉ ਨੇ। ਉਹ ਗੁਰ ਜਿਹੜਾ ਸੱਚਾ ਗੁਰ ਹੈ, ਉਹ ਗੁਰ, ਉਹ ਗਿਆਨ ਦਾ ਮੁਜੱਸਮਾ, ਜਿਹੜਾ ਸੱਚੇ ਗਿਆਨ ਦਾ ਮੁਜੱਸਮਾ ਹੈ, ਸੱਚਾ ਗਿਆਨ ਦੇਣ ਵਾਲਾ ਹੈ। ਗੁਰ ਤੇ ਬਹੁਤ ਨੇ, ਪਰ ਸੱਚ ਦਾ ਗਿਆਨ ਕੋਈ ਬਿਰਲਾ ਦਿੰਦਾ ਹੈ। ਇਹ ਸਤਿਗੁਰ ਹੈ, ਸੱਚ ਦਾ ਗਿਆਨ ਦਿੰਦਾ ਹੈ। ਸਤਿਗੁਰ ਗੁਰ ਸੇਵ, ਸੱਚੇ ਗੁਰ, ਗੁਰ ਨੂੰ ਸੇਵਿਆ, ਅਲਖ ਗਤ ਜਾਕੀ। ਉਹ ਗੁਰੂ ਜਿਹਦੀ ਅਵਸਥਾ ਅਲਖ ਹੈ, ਉਸ ਗੁਰੂ ਨੂੰ ਸੇਵ, ਭਾਵ ਤੂੰ ਸੇਵ। ਗੁਰੂ ਸੇਵ, ਅਲਖ ਗਤ ਜਾਕੀ, ਭਾਵ ਜਿਹਦੀ ਅਵਸਥਾ ਅਲਖ ਹੈ, ਲਖੀ ਨਹੀਂ ਜਾ ਸਕਦੀ, ਸਾਡੀਆਂ ਅੱਖਾਂ ਦੇਖ ਨਹੀਂ ਸਕਦੀਆਂ, ਬਿਆਨ ਤੋਂ ਪਰੇ ਹੈ। ਗਤ ਦੇ ਤੱਤੇ ਨੂੰ ਸਿਆਰੀ ਆ ਗਈ, ਮਤਲਬ ਇਹ ਇਸਤਰੀ ਲਿੰਗ ਸ਼ਬਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ, ਗਤੀ ਤੋਂ ਇਹ ਲਫ਼ਜ਼ ਬਣਿਆ ਗਤ, ਤੇ ਉਹਦਾ ਵਿਸ਼ੇਸ਼ਣ ਹੈ ਅਲਖ। ਇਸਤਰੀ ਲਿੰਗ ਸ਼ਬਦ ਦਾ ਵਿਸ਼ੇਸ਼ਣ ਔਂਕੜ ਤੋਂ ਬਿਨਾਂ ਹੁੰਦਾ ਹੈ, ਇਸ ਕਰਕੇ ਇੱਥੇ ਅਲਖ ਦੇ ਖੱਖੇ ਨੂੰ ਔਂਕੜ ਨਹੀਂ ਆਈ। ਅਲਖ ਗਤ ਜਾ ਕੀ, ਇੱਥੇ ਪਾਠ ਜਾਂ ਕੀ ਨਹੀਂ, ਜਾ ਮੈਨੇ ਜਿਸ, ਕੀ ਮੈਨੇ ਦੀ, ਜਿਸ ਦੀ, ਜਿਸ ਦੀ ਅਵਸਥਾ ਅਲਖ ਹੈ, ਬਿਆਨ ਤੋਂ ਪਰੇ ਹੈ, ਉਹ ਗੁਰੂ ਸ਼੍ਰੀ ਰਾਮਦਾਸ ਤਾਰਨ ਤਰਣ। ਉਹ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ, ਇੱਥੇ ਰਾਮਦਾਸ ਤੇ ਸੱਸੇ ਨੂੰ ਔਂਕੜ ਹੈ, ਭਾਵ ਗੁਰੂ ਰਾਮਦਾਸ ਪਾਤਸ਼ਾਹ ਦਾ ਜ਼ਿਕਰ ਇੱਕ ਵਚਨ ਪੁਲਿੰਗ ਰੂਪ, ਸ਼੍ਰੀ ਉਹਨਾਂ ਦੇ ਲਈ ਆਦਰ ਬੋਧਕ ਸ਼ਬਦ ਹੈਗਾ। ਤਾਰਨ ਤਰਣ, ਭਾਵ ਤਾਰਨ ਦੇ ਲਈ, ਤਰਣ ਮੈਨੇ ਜਹਾਜ਼ ਹੈ, ਉਹ ਜਿਹੜਾ ਸੰਸਾਰ ਦੇ ਵਿਕਾਰਾਂ ਦੇ ਸਾਗਰ ਤੋਂ ਤਾਰਨ ਵਾਸਤੇ ਜਹਾਜ਼ ਹੈ, ਜਿਹਦੀ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਭੱਟ ਗਿਆਨ ਜੀ ਨੇ। ਸੰਸਾਰ ਅਗੰਮ ਸੰਸਾਰ, ਤੁਲਹਾ ਹਰ ਨਾਮ ਗੁਰੂ ਮੁਖ ਪਾਇਆ, ਕਿ ਸੰਸਾਰ ਇੱਕ ਉਹ ਅਥਾਹ ਸਮੁੰਦਰ ਹੈ, ਗੁਰੂ ਨਾਮ ਰੂਪੀ ਬੇੜੀ ਚ ਬਿਠਾ ਕੇ ਪਾਰ ਕਰਾ ਦਿੰਦਾ ਹੈ, ਜਾਂ ਗੁਰੂ ਉਹ ਜਹਾਜ਼ ਹੈ ਜਿਹੜਾ ਤਾਰ ਦਿੰਦਾ ਹੈ। ਸਤਿਗੁਰੂ ਗੁਰਸੇਵ ਅਲਖ ਗਤ ਜਾਕੀ, ਸ਼੍ਰੀ ਰਾਮਦਾਸ ਤਾਰਨ ਤਰਣ, ਭਾਵ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਤਾਰਨ ਵਾਲੇ ਜਹਾਜ਼ ਹਨ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਪ੍ਰਤਾਪ, ਇੱਥੇ ਪ੍ਰਤਾਪ ਦੇ ਪੱਪੇ ਨੂੰ ਆ ਗਈ ਔਂਕੜ, ਰੁਤਬਾ, ਮਰਾਤਬਾ ਜਾਂ ਛਵੀ ਕਹਿ ਲਓ, ਜਾਂ ਗੁਰੂ ਦਾ ਤੇਜ ਕਹਿ ਲਓ। ਸਦਾ ਗੁਰ ਕਾ, ਇੱਕ ਵਚਨ ਪੁਲਿੰਗ ਹੋਣ ਕਰਕੇ ਪ੍ਰਤਾਪ ਦੇ ਪੱਪੇ ਨੂੰ ਔਂਕੜ ਆ ਗਈ। ਸਦਾ ਗੁਰ ਕਾ, ਗੁਰ ਦੇ ਰਾਰੇ ਨੂੰ ਔਂਕੜ ਤਾਨੀ ਆਈ, ਅੱਗੇ ਕਾ ਸੰਬੰਧਕ ਆ ਗਿਆ। ਘਟ ਘਟ, ਟੈਂਕੇ ਨੂੰ ਸਿਆਰੀ ਆ ਗਈ। ਹਿਰਦੇ ਵਿੱਚ, ਹਿਰਦੇ ਵਿੱਚ ਭਾਵ ਹਰੇਕ ਹਿਰਦੇ ਵਿੱਚ, ਘਟ ਘਟ ਵਿੱਚ, ਹਿਰਦੇ ਹਿਰਦੇ ਦੇ ਵਿੱਚ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਪ੍ਰਗਾਸ ਭਇਆ, ਪ੍ਰਕਾਸ਼ ਹੋ ਗਿਆ, ਇੱਕ ਵਚਨ ਪੁਲਿੰਗ ਕਰਕੇ ਪ੍ਰਗਾਸ ਦੇ ਸੱਸੇ ਨੂੰ ਔਂਕੜ ਆ ਗਈ। ਭਇਆ, ਕਿਉਂਕਿ ਇੱਕ ਪ੍ਰਕਾਸ਼ ਦੀ ਗੱਲ ਹੈ, ਇਸ ਕਰਕੇ ਭਇਆ ਵੀ ਇੱਕ ਵਚਨੀ ਕਿਰਿਆ ਹੈ। ਜੇ ਪ੍ਰਕਾਸ਼ ਬਹੁਤੇ ਹੁੰਦੇ ਫਿਰ ਭਏ ਆਣਾ ਸੀ, ਜੇ ਪ੍ਰਕਾਸ਼ ਇਸਤਰੀ ਲਿੰਗ ਹੁੰਦਾ ਫਿਰ ਭਈ ਆਣਾ ਸੀ, ਪਰ ਇੱਥੇ ਭਇਆ ਮੈਨੇ ਇੱਕ ਵਚਨ ਪੁਲਿੰਗ ਦੀ ਕਿਰਿਆ ਹੈ ਹੀ। ਪ੍ਰਕਾਸ਼, ਪ੍ਰਗਾਸ਼ ਭਇਆ ਮੈਨੇ ਪ੍ਰਕਾਸ਼ ਹੋ ਗਿਆ। ਜਸ ਜਨ ਕੈ, ਜਸ ਸੱਸੇ ਨੂੰ ਔਂਕੜ ਆ ਗਈ, ਭਾਵ ਗੁਰੂ ਦੀ ਸ਼ੋਭਾ, ਗੁਰੂ ਦਾ ਜਸ। ਜਨ ਕੈ, ਜਨਾਂ ਦੇ ਹਿਰਦਿਆਂ ਵਿੱਚ, ਇੱਥੇ ਜਨ ਬਹੁਵਚਨ ਤੇ ਜਨ ਕੈ ਮੈਨੇ ਦਾਸਾਂ ਦੇ ਹਿਰਦਿਆਂ ਦੇ ਵਿੱਚ। ਹੁਣ ਇੱਥੇ ਅਰਥ ਬਣੇਗਾ ਪ੍ਰਤਾਪ ਸਦਾ ਗੁਰ ਕਾ ਘਟ ਘਟ, ਸਤਿਗੁਰੂ ਜੀ ਦਾ ਪ੍ਰਤਾਪ ਹਰੇਕ ਹਿਰਦੇ ਵਿੱਚ ਹੈ। ਪ੍ਰਗਾਸ ਭਇਆ ਜਸ ਜਨ ਕੈ, ਸਤਿਗੁਰੂ ਦਾ ਜਸ ਦਾਸਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਰਿਹਾ ਹੈ। ਇੱਕ ਪੜ੍ਹੇ ਸੁਣੇ ਗਾਵੇਂ ਪ੍ਰਭਾਤੇ ਕਰੇ ਇਸ਼ਨਾਨ। ਇੱਕ ਪੜ੍ਹੇ, ਇੱਕ ਦੇ ਕੱਕੇ ਨੂੰ ਆ ਗਈ ਸਿਆਰੀ। ਸਿਆਰੀ ਬਹੁਵਚਨੀ ਰੂਪ ਚ ਆ ਜਾਂਦੀ ਹੈ ਇਹਨਾਂ ਸੰਖਿਆਵਾਂ ਦੇ ਨਾਲ, ਅਨਿਸ਼ਚਿਤ ਨਾਲ, ਜਿਵੇਂ ਸਭ,
मैंने बहुत सारे, एक मैंने कई, जिथे बहुतियां दी गल है एक कक्के नूं सिहारी आ गई, मैंने कई, जिथे एक दे कक्के नूं औंकड़ आएगी उत्थे एक दी गल है पुलिंग एक वचन दी, जिथे एक दा कक्का मुक्ता होएगा उत्थे वो इस्त्री लिंग दा विशेषण बन के आ जाएगा। एक गुरा एक दे बुझाई, मैनू एक बुझाई दे दियो हे गुरु जी। बुझाई मैंने समझ, अकल, कितनी अकल चाहिए है? एक। अकल समझ बुझाई इस्त्री लिंग है, ਉਹਦਾ विशेषण एक औंकड़ तो रहता हो गया, औंकड़ तो बिना आया। सबना जियां का एक दाता, दाता क्योंकि पुलिंग है, ਉਹਦਾ विशेषण एक कक्के नूं औंकड़ नाल आ गया। एक ना हुक्मी बख्शीश, एक हुक्मी सदा भवाइयां, एक दे कक्के नूं आ गई सिहारी, भाव कई मालक दे नियमां च भटकदे फिरदे ने। एक दे कक्के नूं सिहारी भाव कई पढ़े, इसे करके अगली क्रिया भी बहुवचनी आ गई। जे एक दी गल हुंदी, सिंगल दी, वन दी गल हुंदी, फिर पढ़े आना सी डाड़े नूं दलावां नाल, पढ़े भी एक पढ़दा है, पर इत्थे एक नहीं कई पढ़दे हन। इस करके पढ़े राड़ा हाहे नूं सिहारी बहुवचनी क्रिया आ गई, पढ़े, इहदा नासकी उच्चारण करना पएगा। जे पढ़े करांगे, एक पढ़े सुने गावे इदां करांगे, सामने वाले नूं भी लगेगा भी एक दी गल चल रही, भी एक ही पढ़दा है बस गुरु दा जस, ते एक ही सुणदा ते एक ही गाउंदा है, होर ते गांदा ही नहीं। अपने आप च भी अर्थ नहीं होणगे सानू। पर जदों असीं नासकी उच्चारण करांगे, पढ़े सुने गावे, भाव कई पढ़दे हन, सुणदे हन, गाउंदे हन, ते दूजे नूं भी पता लगेगा, सुणन वाले नूं भी, कि इत्थे बहुतियां दी गल चल रही है। इसे करके हाहे नूं सिहारी लाई है, दलावां ला के। एक पढ़े बहुवचनी क्रिया पढ़दे हन, सुणे सुणदे हन, गावे गाउंदे हन। कई मनुख गुरु दा जस पढ़दे हन, कई सुणदे हन, कई गाउंदे हन। एक थोड़े सुणदा है, देखो आप सारे सुन ही रहे हो, बहुते हो आप। ਇਹ ਨਹੀਂ ਵੀ ਇੱਕੋ ਹੀ ਗੁਰੂ ਦਾ ਜਸ ਸੁਣਦਾ, ਹੋਰ ਕੋਈ ਸੁਣਦਾ ਹੀ ਨਹੀਂ ਹੈ। ਇੱਥੇ ਕਈ ਜਿਹੜੇ ਨੇ ਗੁਰੂ ਦਾ ਜਸ ਪੜ੍ਹਦੇ ਹਨ, ਸੁਣਦੇ ਹਨ, ਗਾਉਂਦੇ ਹਨ। ਪ੍ਰਭਾਤੇ ਕਰੇ ਇਸ਼ਨਾਨ, ਉਹ ਪ੍ਰਭਾਤੇ ਇਸ਼ਨਾਨ ਕਰਦੇ ਹਨ, ਭਾਵ ਅੰਮ੍ਰਿਤ ਵੇਲੇ ਜਸ ਰੂਪ ਜਲ ਦੇ ਵਿੱਚ ਇਸ਼ਨਾਨ ਕਰਦੇ ਹਨ। ਇਹੀ ਉਹਨਾਂ ਦੇ ਪ੍ਰਭਾਤ ਦਾ ਇਸ਼ਨਾਨ ਹੈ। ਪ੍ਰਭੂ ਦੀ ਸਿਫਤ ਗਾਉਣੀ, ਸੁਣਨੀ, ਪੜ੍ਹਨੀ, ਮਾਨੋ ਆਤਮਿਕ ਤੌਰ ਤੇ ਅੰਤਰਗਤ ਤੀਰਥ ਮਲ ਨਾਓ ਉਹਨਾਂ ਦਾ ਹੋ ਜਾਂਦਾ ਹੈ। अंदर दे तीर्थ दे उपर वो इशनान कर लेंदे हन, ये उन्हां दे प्रभात वेले दा इशनान हो जाता है। कई हथ लिखत बीड़ां दे विच प्रभातां दे तत्ते नूं सिहारी नहीं लगी हुई, कई बीड़ां दे विच तत्ते नूं सिहारी नहीं हैगी। ते इहदे तों इलावा असीं होर भी कई थावां दे उपर जदों असीं प्रभात कल्ला लिखदे हां, तत्ते नूं सिहारी उदों इस्त्रीलिंग शब्द है प्रभात, उदों तत्ते नूं सिहारी आउणी ही आउणी है। पर जदों प्रभाते ਨੂੰ आगे के कारकी अर्थ जो आ गया, उदों फिर हाहे नूं सिहारी अखीर ते आ जाती है। इस करके कुछ पीड़ां विच ते तत्ते नूं सिहारी मिलती है हाथी दी वर्णां च, पर कुछ च नहीं मिलती। पर इत्थे नहीं होनी चाहिए, व्याकरणिक नियमां दे अनुसार हाहे नूं सिहारी होनी चाहिए। प्रभातें करें इशनान, करें मैंने करदे हन, इशनान मैंने इशनान। प्रभु दी बाणी पढ़दे हन, जस गाउंदे हन, सुणदे हन, ये प्रभु दा जस रूपी वो इशनान करदे हन। ये उन्हां दे अमृत वेले दा इशनान बन जाता है। इशनान करें प्रभात शुद्ध मन, गुरु पूजा विद सहत करन। ये इशनान वो प्रभात करदे हन। इशनान दे नंदे नूं आ गई औंकड़, एक वचन इशनान करें रारा हाहे नूं सिहारी करदे हन, बहुते करदे हन। प्रभात दे तत्ते नूं आ गई सिहारी प्रभात। हुण इत्थे अगे कोई कारकी अर्थ नहीं लगेगा। प्रभात इशनान करते हैं, प्रभात का इशनान है ये। किहड़ा इशनान है प्रभात का? इत्थे प्रभात नूं अर्थ नहीं आणगे। प्रभात का इशनान किहड़ा है? शुद्ध मन, शुद्ध मन दे नाल, मन दे नाल, क्योंकि नन्ने नूं सिहारी लग गई, मन दे नाल करके अर्थ आ गया। ते मन का विशेषण है शुद्ध, स्वच्छ, इस करके उत्थे भी धद्दा मुक्ता आ गया, औंकड़ नहीं आई। शुद्ध मन नाल, शुद्ध मन नाल की करते ने? गुर पूजा विद सहत करन। गुर दे रारे नूं औंकड़ नहीं आई, अगे कारकी अर्थ बन जाएगा, लुप्त संबंधक आ जाएगा, गुरु दी पूजा विद सहत करन। विद मैंने विधि, विद अपना मौलिक सिहारी जिहड़ी है नाल लेके आए शब्द वाला, इस करके तदे नूं सिहारी लगी हुई विधि नाल। सहत मैंने नाल, करन मैंने करदे हन। हुण कई मनुख गुरु दे जस रूपी जल विच अमृत वेले टुब्बी लांदे हन, शुद्ध हिरदे दे नाल
ਮਰਿਆਦਾ ਅਨੁਸਾਰ ਗੁਰੂ ਦੀ ਪੂਜਾ ਕਰਦੇ ਹਨ। ਗੁਰੂ ਦੇ ਜਸ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਨਾ, ਸ਼ੁੱਧ ਹਿਰਦੇ ਨਾਲ ਗੁਰੂ ਦੀ ਪੂਜਾ ਕਰਨੀ, ਇਹ ਉਹਨਾਂ ਦੇ ਗੁਰਸਿੱਖਾਂ ਦੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਹੈ। ਭਾਵ ਗੁਰਬਾਣੀ ਚ ਇਸ਼ਨਾਨ ਕਰਦੇ ਹਨ। ਬਾਹਰੀ ਤੌਰ ਤੇ ਸਿੱਖ ਇਸ਼ਨਾਨ ਕਰਦਾ ਹੀ ਹੈ, ਉਹਨੇ ਕਰਨਾ ਵੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਬਾਹਰੋਂ ਇਸ਼ਨਾਨ ਕਰੀ, ਨਾਲ ਪ੍ਰਭੂ ਦਾ ਨਾਮ ਵੀ ਸਿਮਰੀ, ਤਾਂ ਕਿ ਤਨ ਵੀ ਤੇਰਾ ਅਰੋਗ ਤੰਦਰੁਸਤ ਰਹੇ ਤੇ ਮਨ ਵੀ ਤੇਰਾ ਅਰੋਗ ਤੰਦਰੁਸਤ ਹੋ ਜਾਏ। ਇੱਕ ਪ੍ਰਭਾਤ ਦਾ ਇਸ਼ਨਾਨ ਇੱਕ ਉਹਨਾਂ ਦੀ ਜ਼ਿੰਦਗੀ ਦਾ ਹੈ ਕਿ ਉਹ ਗੁਰੂ ਦੀ ਪੂਜਾ ਮਰਿਆਦਾ ਨਾਲ, ਸ਼ੁੱਧ ਮਨ ਨਾਲ ਕਰਦੇ ਹਨ। ਉਦੋਂ ਕੀ ਹੁੰਦਾ, ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਤਰੰਗ। ਉਹਨਾਂ ਦਾ ਤਨ ਸੋਨਾ ਹੋ ਜਾਂਦਾ ਹੈ। ਹੁਣ ਜੇ ਕੋਈ ਕਹੇ ਇੱਥੇ ਵੀ ਗੱਲ ਤਨ ਦੀ ਚੱਲ ਰਹੀ ਹੈ, ਬਿਲਕੁਲ ਤਨ ਦੀ ਚੱਲ ਰਹੀ ਹੈ, ਨਾਲ ਇਹ ਵੀ ਤੇ ਕਹਿਣਾ ਕੰਚਨ, ਸਰੀਰ ਸੋਨਾ ਬਣ ਜਾਂਦਾ ਹੈ। ਹੁਣ ਸੋਨਾ ਕਿਵੇਂ, ਸਰੀਰ ਤੇ ਚਮੜੀ ਰਹੇਗਾ, ਇਹ ਚ ਹੱਡੀਆਂ ਖੂਨ ਮਿੱਝ ਸਾਰਾ ਕੁਝ ਰਹੇਗਾ, ਇਹ ਸੋਨੇ ਦਾ ਗੋਲਡ ਦਾ ਨਹੀਂ ਬਣੇਗਾ ਸਰੀਰ। ਹੁਣ ਭਾਵ ਅਰਥ ਲੈਣੇ ਪੈਣਗੇ ਇੱਥੇ। ਉਹਦਾ ਸਰੀਰ ਕੀਮਤੀ ਹੋ ਜਾਏਗਾ, ਸੋਨੇ ਵਰਗਾ ਕੀਮਤੀ ਹੋ ਜਾਏਗਾ, ਜਿਵੇਂ ਸੋਨਾ ਕੀਮਤੀ ਹੈ। ਕੰਚਨ ਤਨ ਹੋਏ, ਤਨ ਦੇ ਨੰਨੇ ਨੂੰ ਆ ਗਈ ਔਂਕੜ, ਅੱਗੋਂ ਉਹਦਾ ਵਿਸ਼ੇਸ਼ਣ ਕੰਚਨ, ਨੰਨੇ ਨੂੰ ਔਂਕੜ ਆ ਗਈ, ਉਹਦਾ ਤਨ ਕੰਚਨ ਹੋ ਜਾਂਦਾ ਹੈ, ਸੋਨਾ ਤਨ ਬਣ ਜਾਂਦਾ ਹੈ। ਭਾਵ ਇਹ ਨਹੀਂ ਵੀ ਸਰੀਰ ਉਹਦਾ ਗੋਲਡ ਦਾ ਹੋ ਜਾਂਦਾ ਹੈ। ਜੇ ਪੂਰਾ ਸਰੀਰ ਸੋਨੇ ਦਾ ਬਣ ਜਾਏ, ਅਸੀਂ ਹੱਥ ਪਰ ਹਿਲਾ ਨਹੀਂ ਸਕਾਂਗੇ, ਅਸੀਂ ਬੋਲ ਨਹੀਂ ਸਕਾਂਗੇ, ਜੀਭ ਸੋਨੇ ਦੀ ਹੋ ਜਾਏ, ਗਲਾ ਸੋਨੇ ਦਾ ਹੋ ਜਾਏ, ਅਸੀਂ ਹਿਲ ਜੁਲ ਵੀ ਨਹੀਂ ਸਕਾਂਗੇ, ਪੈਰ ਸੋਨੇ ਦੇ ਹੁਣ ਤੁਰ ਨਹੀਂ ਸਕਾਂਗੇ ਅਸੀਂ। ਹੁਣ ਭਾਵ ਅਰਥ ਨੇ ਇੱਥੇ ਤਨ ਦੇ ਵੀ ਤੇ ਕੰਚਨ ਦੇ ਵੀ। ਤਨ ਅਰੋਗ ਸੋਨੇ ਵਰਗਾ ਕਿਵੇਂ ਹੁੰਦਾ ਹੈ? ਭਾਵ ਉਹਦਾ ਤਨ ਕੀਮਤੀ ਸੋਨੇ ਵਰਗਾ ਹੋ ਜਾਂਦਾ ਹੈ। ਜਿਵੇਂ ਸੋਨਾ ਕੀਮਤੀ ਮੰਨਿਆ ਗਿਆ ਇਸ ਧਰਤੀ ਉੱਪਰ, ਉਹਦਾ ਤਨ ਕੀਮਤੀ ਹੋ ਜਾਂਦਾ ਹੈ। ਕਿਵੇਂ ਕੀਮਤੀ ਹੋ ਜਾਂਦਾ ਹੈ? ਉਹਦੇ ਕੋਲ ਅੱਖਾਂ ਹਨ, ਪਰ ਉਹਨੂੰ ਸਮਝ ਪੈ ਗਈ ਕਿ ਇਹਨਾਂ ਅੱਖਾਂ ਨਾਲ ਮੈਂ ਰੱਬ ਨੂੰ ਦੇਖਣਾ ਹੈ। ਉਹਦੀਆਂ ਅੱਖਾਂ ਹੁਣ ਕੀਮਤੀ ਹੋਈਆਂ। ਹੱਥ ਉਹਦੇ ਪਹਿਲਾਂ ਵੀ ਸਨ, ਪਰ ਉਹਨੂੰ ਸੋਨੇ ਦੇ ਹੱਥ ਹੋ ਗਏ, ਹੱਥਾਂ ਨਾਲ ਉਹ ਸੇਵਾ ਕਰਨ ਲੱਗ ਪਿਆ। ਪੈਰ ਪਹਿਲਾਂ ਵੀ ਸਨ, ਪਰ ਹੁਣ ਉਹਦੇ ਪੈਰ ਸੋਨੇ ਦੇ ਹੋ ਗਏ, ਭਾਵ ਕੀਮਤੀ ਹੋ ਗਏ, ਕਿਉਂਕਿ ਹੁਣ ਉਹਦੇ ਪੈਰ ਧਰਮ ਵਾਲੇ ਪਾਸੇ, ਪਰਉਪਕਾਰ ਵਾਲੇ ਪਾਸੇ ਜਾਂਦੇ ਨੇ। ਜਿੰਨਾ ਚਿਰ ਹੱਥ ਪੈਰ ਚੰਗੇ ਕੰਮ ਨਹੀਂ ਸੀ ਕਰਦੇ, ਵਿਅਰਥ ਸੀ, ਮਿੱਟੀ ਸੀ ਇਹ। ਵਿਣ ਸੇਵਾ ਤ੍ਰਿਗ ਹੱਥ ਪੈਰ ਔਰ ਨਿਫਲ ਕਰਨੀ। ਤੇ ਹੁਣ ਕੀ ਹੋਇਆ? ਕੱਚੋਂ ਕੰਚਨ ਪਇਓ। ਹੁਣ ਕੱਚੇ ਤੋਂ ਸੋਨਾ ਹੋ ਗਿਆ ਇਹ, ਭਾਵ ਕੀਮਤੀ ਸਰੀਰ ਹੋ ਗਿਆ। ਇਹਦੀਆਂ ਅੱਖਾਂ ਹੁਣ ਪਰ ਤਨ ਪਰ ਰੂਪ ਦੀ ਬਜਾਏ ਰੱਬ ਦੇਖਦੀਆਂ ਨੇ, ਕੰਨ ਸੱਚ ਨੂੰ ਸੁਣਦੇ ਨੇ, ਜ਼ਬਾਨ ਸੱਚ ਦੀ ਸਿਫਤ ਬੋਲਦੀ ਹੈ, ਹੱਥ ਚੰਗੇ ਕਰਮ ਕਰਦੇ ਨੇ, ਪੈਰ ਚੰਗੇ ਪਾਸੇ ਜਾਂਦੇ ਨੇ। ਭਾਵ ਇਹਦੇ ਹੁਣ ਨੈਣ ਪ੍ਰਾਣ ਜਿਹੜੇ ਸਰੀਰ ਦੇ ਅੰਗ ਨੇ ਉਹ ਕੀਮਤੀ ਹੋ ਗਏ, ਕਿਸੇ ਦਾ ਭਲਾ ਕਰਨ ਲੱਗ ਪਏ ਨੇ, ਫਾਇਦਾ ਦੇਣ ਲੱਗ ਪਏ ਨੇ। ਇਸ ਕਰਕੇ ਕੰਚਨ ਤਨ ਹੋਏ, ਉਹਨਾਂ ਦਾ ਸਰੀਰ ਕੰਚਨ ਸੋਨਾ ਹੋ ਜਾਂਦਾ ਹੈ, ਭਾਵ ਕੀਮਤੀ ਹੋ ਜਾਂਦਾ ਹੈ। ਉਹ ਆਪਣੇ ਸਰੀਰ ਦੇ ਨਾਲ ਹੁਣ ਸੰਸਾਰ ਦਾ ਭਲਾ ਕਰਦੇ ਹਨ, ਸੰਸਾਰ ਦੇ ਲਈ ਅਮੁੱਲਕ ਹੋ ਜਾਂਦੇ ਹਨ। ਪਰਸ ਪਾਰਸ ਕਹੋ, ਪਰਸ ਤੇ ਆ ਗਈ ਸਸਿਮ ਸਿਆਰੀ, ਮੈਨੇ ਛੂ ਕੇ, ਕਿਰਿਆ ਦੇ ਅਖੀਰ ਤੇ ਸਿਆਰੀ ਆ ਗਈ, ਮੈਨੇ ਛੂ ਕੇ ਪਾਰਸ ਕਹੋ। ਇੱਥੇ ਪਾਰਸ ਸੱਸੀ ਨੂੰ ਔਂਕੜ ਚਾਹੀਦੀ ਸੀ, ਪਰ ਅੱਗੇ ਕਉ ਸੰਬੰਧਕ ਨੇ ਪਾਰਸ ਤੇ ਸੱਸੇ ਦੀ ਔਂਕੜ ਹਟਾ ਦਿੱਤੀ। ਗੁਰੂ ਪਾਰਸ ਨੂੰ ਛੂ ਕੇ। ਹੁਣ ਗੁਰੂ ਪਾਰਸ ਕੋਈ ਪੱਥਰ ਥੋੜੇ ਹੈ ਗੁਰੂ, ਪਰ ਇੱਥੇ ਭੱਟ ਗਿਆਨ ਜੀ ਸਿਫਤ ਕਰ ਰਹੇ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ, ਕਿ ਉਹਨਾਂ ਵਿੱਚ ਪਾਰਸ ਵਾਲੇ ਗੁਣ ਨੇ। ਜਿਵੇਂ ਪਾਰਸ ਲੋਹੇ ਨੂੰ ਛੂਹ ਦੇ ਤੇ ਉਹਨੂੰ ਸੋਨਾ ਕਰ ਦਿੰਦਾ ਹੈ, ਗੁਰੂ ਉਹ ਮੇਰੇ ਲਈ ਪਾਰਸ ਹੈ। ਹੁਣ ਇੱਥੇ ਪਾਰਸ ਨੂੰ ਗੁਰੂ ਨਹੀਂ ਕਵਾਂਗੇ, ਗੁਰੂ ਨੂੰ ਪਾਰਸ ਕਵਾਂਗੇ। ਅੱਗੇ ਚੱਲ ਕੇ ਇਦਾਂ ਹੀ ਅਸੀਂ ਇਹ ਨਹੀਂ ਕਵਾਂਗੇ ਕਿ ਕ੍ਰਿਸ਼ਨ ਜੀ ਸਾਡੇ ਗੁਰੂ ਨੇ, ਅਸੀਂ ਕਹਾਂਗੇ ਸਾਡਾ ਗੁਰੂ ਸਾਡੇ ਲਈ ਕ੍ਰਿਸ਼ਨ ਹੈ, ਸਾਡਾ ਗੁਰੂ ਸਾਡੇ ਲਈ ਸ਼੍ਰੀ ਰਾਮ ਚੰਦਰ ਹੈ। ਅੱਗੇ ਆਣਗੇ ਸੋਹੀਏ ਵਾਲੇ, ਸਾਡੇ ਲਈ ਸਾਡਾ ਗੁਰੂ ਹੀ ਸਾਰਾ ਕੁਛ ਹੈ। ਸਾਡੇ ਲਈ ਸਾਡਾ ਗੁਰੂ ਪਾਰਸ ਹੈ, ਨਾ ਕਿ ਪਾਰਸ ਸਾਡਾ ਗੁਰੂ ਹੈ। ਗੁਰੂ ਦੀ ਤੁਲਨਾ ਪਾਰਸ ਨਾਲ ਕੀਤੀ ਹੈ, ਗੁਰੂ ਦੀ ਤੁਲਨਾ ਸ਼੍ਰੀ ਰਾਮਚੰਦਰ ਕ੍ਰਿਸ਼ਨ ਨਾਲ ਕੀਤੀ ਹੈ। ਭਾਵ ਸਾਡੇ ਲਈ ਸਾਡਾ ਗੁਰੂ ਹੀ ਹੁਣ ਰਾਮਚੰਦਰ ਹੋ ਗਿਆ, ਸਾਡੇ ਲਈ ਸਾਡਾ ਗੁਰੂ ਹੀ ਕ੍ਰਿਸ਼ਨ ਹੋ ਗਿਆ। ਭਾਵ ਅਸੀਂ ਗੁਰੂ ਨੂੰ ਸਭ ਕੁਝ ਮੰਨਦੇ ਹਾਂ, ਇਸੇ ਤਰ੍ਹਾਂ ਸਾਡੇ ਲਈ ਸਾਡਾ ਗੁਰੂ ਹੀ ਪਾਰਸ ਹੋ ਗਿਆ। ਅਸੀਂ ਸੁਣਿਆ ਵੀ ਪਾਰਸ ਲੋਹੇ ਨੂੰ ਸੋਨਾ ਕਰਦਾ ਹੈ, ਪਰ ਸਾਡਾ ਗੁਰੂ ਪਾਰਸ ਹੈ, ਜਿਹਨੇ ਮੇਰੇ ਵਰਗੇ ਲੋਹੇ ਸਰੀਰ ਨੂੰ ਸੋਨਾ ਕਰ ਦਿੱਤਾ। ਕੰਚਨ ਤਨ ਹੋਏ ਪਾਰਸ ਪਰਸ ਕੋ। ਉਹਨਾਂ ਗੁਰਮੁਖਾਂ ਦੇ ਸਰੀਰ ਕੀਮਤੀ ਹੋ ਜਾਂਦੇ ਨੇ ਸੋਨੇ ਦੀ ਤਰ੍ਹਾਂ, ਜਿਹੜੇ ਗੁਰੂ ਰੂਪੀ ਪਾਰਸ ਨੂੰ ਛੋਹ ਲੈਂਦੇ ਹਨ। ਗੁਰੂ ਪਾਰਸ ਦੀ ਤਰ੍ਹਾਂ ਹੈ, ਜਿਹੜਾ ਜੀਵਨ ਨੂੰ ਸੋਨੇ ਵਰਗਾ ਕੀਮਤੀ ਕਰ ਦਿੰਦਾ ਹੈ। ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰਮ। ਜੋਤ ਦੇ ਤੱਤੇ ਨੂੰ ਆ ਗਈ ਸਿਆਰੀ, ਇਹ ਆਪਣੀ ਮੌਲਿਕ ਸਿਆਰੀ ਸ਼ਬਦ ਨਾਲ ਲੈ ਕੇ ਆਇਆ।
ਲਗਭਗ ਬਹੁਤ ਸਾਰੇ ਇਸਤਰੀਲਿੰਗ ਸ਼ਬਦ ਜਿਹੜੇ ਨੇ ਆਪਣੀ ਮੌਲਿਕ ਸਿਆਰੀ ਸੰਸਕ੍ਰਿਤ ਰੂਟ ਤੋਂ ਹਿੰਦੀ ਤੋਂ ਆਂਦੇ ਗੁਰਬਾਣੀ ਵਿੱਚ ਆਂਦਿਆਂ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਂਦੇ ਨੇ। ਜੋਤੀ ਤੋਂ ਜੋਤ ਬਣਿਆ, ਮੁਕਤੀ, ਭੁਕਤ, ਜੁਗਤ, ਇਹ ਸਾਰੇ ਸ਼ਬਦ ਰਿੱਧ, ਸਿੱਧ, ਨਿੱਧ ਸਿਆਰੀ ਵਾਲੇ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਉਂਦੇ ਨੇ। ਇਸੇ ਤਰ੍ਹਾਂ ਜੋਤੀ ਤੋਂ ਜੋਤ ਤੱਤੇ ਦੀ ਸਿਆਰੀ ਨਾਲ ਆ ਗਈ। ਜੋਤ ਸਰੂਪੀ, ਜੋਤ ਰੂਪ, ਜਿਵੇਂ ਜੋਤ ਦਾ ਕੰਮ ਹੈ ਰੋਸ਼ਨੀ ਦੇਣੀ, ਗੁਰੂ ਵੀ ਰੋਸ਼ਨੀ ਦਿੰਦਾ ਹੈ, ਗੁਰੂ ਵੀ ਪ੍ਰਕਾਸ਼ ਦਿੰਦਾ ਹੈ, ਬਲਕਿ ਗੁਰੂ ਦਾ ਕੰਮ ਹੀ ਰੋਸ਼ਨੀ ਦੇਣਾ ਹੈ। ਗੁਰੂ ਦੇ ਅਖਰੀ ਅਰਥ ਵੀ ਇਹ ਹੁੰਦੇ ਨੇ, ਗੂ ਮੈਨੇ ਹਨੇਰਾ, ਰੂ ਮੈਨੇ ਖਾ ਜਾਣ ਵਾਲਾ ਪ੍ਰਕਾਸ਼। ਗੁਰੂ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦਾ ਹੈ, ਉਹ ਹੈ ਜੋਤ ਸਰੂਪੀ। ਗੁਰੂ ਤੇ ਜੋਤ ਹੈ, ਪਰ ਸਾਡੀ ਬਦਕਿਸਮਤੀ ਅਸੀਂ ਗੁਰੂ ਜੋਤ ਨੂੰ ਦੇਖ ਹੀ ਨਹੀਂ ਸਕਦੇ। ਸਿਰਫ ਜ਼ਬਾਨੀ ਕਲਾਮੀ ਕਹਿੰਦੇ ਆ ਵੀ 10 ਪਾਤਸ਼ਾਹੀਆਂ ਦੀ ਜੋਤ, ਪਰ ਉਹਦੇ ਨਾਲ ਬਰਾਬਰ ਅਸੀਂ ਇੱਕ ਸ਼ਰੀਕ ਵੀ ਲਿਆ ਕੇ ਬਿਠਾ ਦਿੰਦੇ ਆ, ਇੱਕ ਹੋਰ ਜੋਤ ਨਾਲ ਲਗਾ ਕੇ ਜਗਾ ਦਿੰਦੇ ਆ, ਗੁਰੂ ਦਾ ਸ਼ਰੀਕ ਵੀ ਨਾਲੇ ਬਿਠਾ ਦਿੰਦੇ ਆ। ਅਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੋਤ ਨਜ਼ਰ ਨਹੀਂ ਆਉਂਦੀ, ਅਸੀਂ ਬਾਹਰੋਂ ਲਿਆ ਕੇ ਜੋਤਾਂ ਨਾਲ ਜਗਾ ਕੇ ਰੱਖ ਦਿੰਦੇ ਆ। ਤੇ ਉਹ ਜੋਤਾਂ ਐਸੀਆਂ ਨੇ, ਬੜੀਆਂ ਡਰਪੋਕ, ਮੌਤ ਦੇ ਅਧੀਨ ਨੇ, ਜਰਾ ਕੋ ਹਵਾ ਦਾ ਬੁੱਲਾ ਆਇਆ ਮਰ ਜਾਂਦੀਆਂ ਨੇ। ਫਿਰ ਇਸ ਕਰਕੇ ਉਹਨੂੰ ਸ਼ੀਸ਼ੇ ਦੇ ਬਕਸੇ 'ਚ ਬੰਦ ਕਰਕੇ ਰੱਖਣਾ ਪੈਂਦਾ ਵੀ ਹਵਾ ਨਾ ਬੁਝਾ ਦੇਣ। ਸਤਿਗੁਰੂ ਕਹਿਣ ਲੱਗੇ ਨਹੀਂ, ਇਹੋ ਜਿਹਾ ਦੀਵਾ ਜਗਾ ਜਿਹਨੂੰ ਹਵਾ ਬੁਝਾ ਨਾ ਸਕੇ, ਪਾਣੀ ਡੋਲ ਦੇ ਤਾਂ ਵੀ ਨਾ ਬੁਝੇ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ, ਡੋਲੇ ਵਾਓ ਨਾ ਵੱਡਾ ਹੋਏ, ਜਾਪੇ ਜਿਉ ਸਿੰਘਾਸਣ ਲੋਏ। ਉਹ ਦੀਵਾ ਜਗਾਈ, ਉਹ ਕਿਹੜਾ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ, ਸ਼ਬਦ ਦਾ ਦੀਵਾ, ਗੁਰੂ ਸ਼ਬਦ ਦੇ ਦੀਵੇ ਨੂੰ ਜਗਾ ਲਈ। ਗੁਰੂ ਉਹ ਸ਼ਬਦ ਦੀਪਕ ਹੈ ਕਿ ਜਿਹੜਾ ਸਾਡੇ ਜ਼ਿੰਦਗੀ ਦੇ ਆਤਮਿਕ ਜੀਵਨ ਦੇ ਅੰਧਕਾਰਾਂ ਨੂੰ ਖਤਮ ਕਰ ਦਿੰਦਾ, ਜਿਹੜਾ ਕਦੀ ਬੁਝਦਾ ਨਹੀਂ। ਸਤਿਗੁਰੂ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਗ੍ਰੰਥ ਸਾਹਿਬ ਜੋਤ ਸਾਨੂੰ ਨਜ਼ਰ ਨਹੀਂ ਆਉਂਦੀ, ਉਦੋਂ ਅਸੀਂ ਅਗਿਆਨਤਾ ਵਿੱਚ ਅੰਨੇ ਹੁੰਦੇ ਆ, ਸਾਨੂੰ ਬਾਹਰੋਂ ਲਿਆ ਕੇ ਦੀਵੇ ਜਗਾ ਕੇ ਰੱਖਣੇ ਪੈਂਦੇ ਨੇ। ਔਰ ਗੁਰਮਤਿ ਵਿੱਚ ਤੇ ਸਿੱਖ ਰਹਿਤਮਨਾ ਵਿੱਚ ਕਿਤੇ ਵੀ ਜ਼ਿਕਰ ਨਹੀਂ ਵੀ ਇਸ ਤਰ੍ਹਾਂ ਦਾ ਕੋਈ ਮਨਮਤ ਕਰਮ ਕਾਂਡ ਕਰੇ। ਇੱਥੋਂ ਤੱਕ ਸਿੱਖ ਰਹਿਤ ਮਰਾਦਾ ਵਿੱਚ ਸਪਸ਼ਟ ਲਿਖਿਆ ਹੈ, ਅਖੰਡ ਪਾਠ ਸਾਹਿਬ ਵੇਲੇ ਵੀ ਜੋਤ, ਨਾਰੀਅਲ, ਕੁੰਭ ਆਦਿਕ ਰੱਖਣੀਆਂ ਚੀਜ਼ਾਂ ਮਨਮਤ ਹੈਗੀਆਂ ਨੇ। ਜਿਹੜੀ ਜੋਤ ਅਸੀਂ ਦੇਖਣੀ ਉਹ ਦੇਖ ਨਹੀਂ ਰਹੇ ਹਾਂ। ਭਲਾ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਜੋਤ ਕਿਹੜੀ ਹੋ ਸਕਦੀ ਹੈ ਜਿਹੜੀ ਅਸੀਂ ਉਹਦੇ ਦੇ ਬਰਾਬਰ ਲਿਆ ਕੇ ਟਿਕਾ ਦਿੰਦੇ ਹਾਂ ਅਸੀਂ? ਗੁਰੂ ਗ੍ਰੰਥ ਸਾਹਿਬ ਬਾਣੀ ਤੋਂ ਵੱਡੀ ਜੋਤ ਕੋਈ ਨਹੀਂ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਅਸੈ ਮਨਾਏ। ਬਾਹਰੋਂ ਇੱਕ ਦੀਵਾ ਛੱਡੋ, ਸੂਰਜ ਚੰਦਰਮਾ ਵੀ ਹਜ਼ਾਰਾਂ ਨਿਕਲ ਆਣ ਤਾਂ ਵੀ ਗੁਰੂ ਦੇ ਜੋਤ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਪ੍ਰਕਾਸ਼। ਜੇ 100 ਚੰਦਾ ਉਗਵੇਂ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬਾਹਰੋਂ ਹਜ਼ਾਰਾਂ ਦੀਵੇ ਵੀ ਜਗਾ ਲਓ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਬਿਨ ਸ਼ਬਦ ਨਾ ਸੁਰਤ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇਮਨ ਮੇਰੇ। ਗੁਰ ਕਰ ਸ਼ਬਦ ਸਪੁਨ ਅਗਨ ਕੱਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹਿ। ਜਿਹਨੂੰ ਗੁਰੂ ਨਹਿ ਦੇਖਿਓ ਨੌ ਕੀਓ, ਤੇ ਅਕਥ ਸੰਸਾਰ ਮੈਂ। ਜਿਹਨੂੰ ਗੁਰੂ ਜੋਤ ਨਜ਼ਰ ਨਹੀਂ ਆਈ, ਉਹਦਾ ਸੰਸਾਰ ਤੇ ਆਉਣਾ ਹੀ ਵਿਅਰਥ ਹੈ। ਅਸਲੀ ਜੋਤ ਗੁਰੂ ਸ਼ਬਦ ਹੈ, ਗੁਰੂ ਗਿਆਨ ਹੈ। ਇਸ ਕਰਕੇ ਜੋਤ ਸਰੂਪੀ ਧਿਆਨ ਤਰੰਗ, ਗੁਰੂ ਜੋਤ ਸਰੂਪ ਹੈ। ਗੁਰੂ ਹੀ ਪ੍ਰਕਾਸ਼ ਗਿਆਨ ਦਾ ਦਿੰਦਾ ਹੈ। ਧਿਆਨ ਤਰੰਗ, ਇੱਥੇ ਧਿਆਨ ਦੇ ਫਿਰ ਤੱਦੇ ਦੇ ਪੈਰ 'ਚ ਅੱਧਾ ਹੀ ਆ ਗਿਆ। ਇਹਦਾ ਉਚਾਰਨ ਕਿਵੇਂ ਕਰਨਾ ਹੈ? ਤੱਦੇ ਨੂੰ ਲਾ ਦੇਣੀ ਸਿਆਰੀ, ਅੱਗੇ ਲੱਗ ਜਾਏਗਾ ਐੜਾ, ਕੰਨਾ ਲੱਗ ਜਾਏਗਾ ਐੜੇ ਨੂੰ, ਬਣ ਜਾਏਗਾ ਧਿਆਨ। ਏਦਾਂ ਅੱਧੇ ਹੀ ਦਾ ਉਚਾਰਨ ਹੋ ਜਾਏਗਾ। ਇੱਕ ਨੁਕਤਾ ਹੈ ਇਹ। ਧਰਮ ਧਰਦੇ ਹਨ, ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਤਰੰਗ। ਗੁਰੂ ਜੋਤ ਰੂਪ ਦਾ ਜਿਹੜਾ ਧਿਆਨ ਧਰਦੇ ਹਨ, ਗੁਰੂ ਪਾਰਸ ਨੂੰ ਛੋਹ ਕੇ ਉਹਨਾਂ ਦਾ ਸਰੀਰ ਕੰਚਨ ਵੱਤ ਹੋ ਜਾਂਦਾ ਹੈ, ਭਾਵ ਸੋਨੇ ਵਰਗਾ ਉਹਨਾਂ ਦਾ ਸਰੀਰ ਕੀਮਤੀ ਹੋ ਜਾਂਦਾ ਹੈ। ਉਹਨਾਂ ਦਾ ਸਰੀਰ ਜਿਹੜਾ ਕੀਮਤੀ ਹੋ ਜਾਂਦਾ ਹੈ, ਭਾਵ ਸੋਨੇ ਵਰਗਾ ਕੀਮਤੀ ਹੋ ਜਾਂਦਾ ਹੈ। ਹਾਂਜੀ, ਹੁਣ ਇੱਥੇ ਸਾਰੇ ਤੁਕਾਂ ਦਾ ਅਰਥ ਬਣ ਗਿਆ। ਇਸ਼ਨਾਨ ਕਰੇ ਪ੍ਰਭਾਤ, ਸ਼ੁੱਧ ਮਨ ਗੁਰ ਪੂਜਾ ਵਿਦ ਸਹਿਤ ਕਰੰ। ਭਾਵ ਜਿਹੜੇ ਗੁਰੂ ਸ਼ੁੱਧ ਹਿਰਦੇ ਨਾਲ ਗੁਰੂ ਦੀ ਪੂਜਾ ਕਰਦੇ ਹਨ, ਗੁਰੂ ਦੀ ਪੂਜਾ ਦਾ ਭਾਵ ਗੁਰੂ ਦੇ ਗਿਆਨ ਅਨੁਸਾਰ ਜ਼ਿੰਦਗੀ ਬਤੀਤ ਕਰਨਾ, ਆਹੀ ਗੁਰੂ ਦੀ ਪੂਜਾ ਹੈ। ਵਿਦ ਸਹਿਤ ਕਰਨਾ, ਮਰਿਆਦਾ ਦੇ ਨਾਲ ਇੱਕ ਮਨ ਹੋ ਕੇ ਗੁਰੂ ਦੇ ਗਿਆਨ ਨੂੰ ਜਿਹੜੇ ਵਸਾਉਂਦੇ ਹਨ, ਉਹ ਪ੍ਰਭਾਤ ਵੇਲੇ ਦਾ ਇਸ਼ਨਾਨ ਕਰਦੇ ਹਨ। ਗੁਰੂ ਜੋਤ ਸਰੂਪ ਹੈ, ਗੁਰੂ ਪਾਰਸ ਵਰਗਾ ਹੈ। ਗੁਰੂ ਨੂੰ ਛੂਹ ਕੇ ਉਹਨਾਂ ਦਾ ਤਨ ਕੀਮਤੀ ਹੋ ਜਾਂਦਾ ਹੈ। ਜਗ ਜੀਵਨ ਜਗਨਨਾਥ
ਜਲ ਥਲ ਮੈਂ ਰਹਿਆ ਪੂਰ ਬਹੁ ਬਿਦ ਵਰਨੰ, ਜਗ ਜੀਵਨ ਦੇ ਨੰਨੇ ਨੂੰ ਆ ਗਈ ਔਂਕੜ, ਜਗਨਨਾਥ ਦੇ ਥੱਥੇ ਨੂੰ ਆ ਗਈ ਔਂਕੜ। ਭਾਵ ਇੱਕ ਵਚਨ ਜਗਤ ਦਾ ਜੀਵਨ ਪ੍ਰਭੂ, ਜਗਤ ਦਾ ਨਾਥ ਪ੍ਰਭੂ, ਉਹ ਗੁਰੂ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਹੈ। ਗੁਰੂ ਨੂੰ ਜਗਜੀਵਨ ਤਾਂ ਕਿ ਹੈ, ਗੁਰੂ ਦਾ ਕੰਮ ਹੀ ਜੀ ਦਾਨ ਦੇਣਾ ਹੈ। ਜਨਮ ਮਰਨ ਦੂਹ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਨੈਣ ਮਿਲਾਏ। ਗੁਰੂ ਵੀ ਆਤਮਿਕ ਜੀਵਨ ਦਾਨ ਦਿੰਦਾ ਹੈ। ਰੱਬ ਜਗਜੀਵਨ ਹੈ, ਰੱਬ ਸਾਰਿਆਂ ਜੀਵਾਂ ਨੂੰ ਜੀਵਨ ਦਿੰਦਾ ਹੈ। ਗੁਰੂ ਜਗਜੀਵਨ ਹੈ, ਗੁਰੂ ਆਤਮਿਕ ਤੌਰ ਤੇ ਜੀਵਨ ਦੇ ਦਿੰਦਾ ਹੈ। ਮਰੇ ਹੋਏ ਜਿਉਂਦੇ ਹੋ ਉੱਠਦੇ ਨੇ, ਜ਼ਮੀਰਾਂ ਜਾਗ ਜਾਂਦੀਆਂ ਨੇ। ਜਗਨਨਾਥ ਕੁੱਲ ਜਗਤ ਦਾ ਨਾਥ ਹੈ, ਭਾਵ ਪੂਰੇ ਜਗਤ ਵਿੱਚ ਜਿੱਥੇ ਮਰਜੀ ਕੋਈ ਗੁਰੂ ਸ਼ਬਦ ਦਾ ਪ੍ਰਚਾਰ ਕਰ ਲਵੇ, ਉੱਥੇ ਹੀ ਉਹ ਸ਼ਬਦ ਮਾਲਕ ਬਣ ਕੇ ਅਗਵਾਈ ਕਰਦਾ ਹੈ। ਕਿਉਂਕਿ ਗੁਰੂ ਸ਼ਬਦ ਗੁਰੂ ਸਰਬਦੇਸ਼ੀ ਹੈ। ਜੇ ਪੰਜਾਬ ਦੇ ਵਿੱਚ ਗੁਰੂ ਕੀ ਬਾਣੀ ਸੱਚ ਹੈ ਤੇ ਕੈਨੇਡਾ, ਅਮਰੀਕਾ, ਇੰਗਲੈਂਡ ਵਿੱਚ ਵੀ ਸੱਚ ਹੈ, ਉੱਥੇ ਜਾ ਕੇ ਝੂਠ ਨਹੀਂ ਹੋ ਜਾਂਦੀ। ਕੱਲ ਨੂੰ ਮਾਰਸ ਗ੍ਰਹਿ ਤੇ ਮੰਗਲ ਗ੍ਰਹਿ ਤੇ ਮਨੁੱਖ ਕਲੋਨੀ ਵਸਾਏਗਾ, ਬਾਣੀ ਉੱਥੇ ਵੀ ਸੱਚ ਰਹੇਗੀ। ਕਿਸੇ ਹੋਰ ਗ੍ਰਹਿ ਤੋਂ ਪ੍ਰਾਣੀ ਆਣਗੇ, ਉਹਨਾਂ ਗ੍ਰਹਿ ਦੇ ਉੱਪਰ ਵੀ ਬਾਣੀ ਸੱਚ ਰਹੇਗੀ, ਕਿਉਂਕਿ ਜਗਤ ਦਾ ਮਾਲਕ ਹੈ ਗੁਰੂ। ਪੂਰੇ ਜਗਤ ਵਿੱਚ ਇਹਦੇ ਹੁਕਮ, ਇਹਦੇ ਨਿਯਮ ਲਾਗੂ ਹੁੰਦੇ ਨੇ। ਜਲ ਥਲ ਮੈਂ ਰਹਿਆ ਪੂਰ, ਇੱਥੇ ਜਲ ਤੇ ਥਲ ਦੇ ਲੱਲੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਮਹਿ ਸੰਬੰਧਕ ਆ ਗਿਆ। ਰਹਿਆ ਪੂਰ, ਪੂਰ ਦੇ ਆਗੀ ਰਾਰੇ ਨੂੰ ਸਿਆਰੀ, ਪੂਰਿਆ ਹੈ, ਪੂਰਿਆ ਹੋਇਆ ਹੈ, ਮੈਨੇ ਵਿਆਪਕ ਹੈ, ਪੂਰਿਆ ਹੋਇਆ ਹੈ। ਜਿੱਥੇ ਤੇ ਪੂਰ ਦੇ ਰਾਰੇ ਨੂੰ ਔਂਕੜ ਆ ਜਾਏਗੀ, 3 ਵਾਰੀ ਗੁਰਬਾਣੀ ਚ ਪੂਰ ਦੇ ਰਾਰੇ ਨੂੰ ਔਂਕੜ ਆਉਂਦੀ ਹੈ, ਉੱਥੇ ਅਰਥ ਹੋਰ ਬਣ ਜਾਣਗੇ ਇੱਕ ਵਚਨ ਪੁਲਿੰਗ ਨਾਉਨ ਦੇ। ਜਿਵੇਂ ਦਿਨ ਸ਼ਬਦ ਹੈ ਭਰਮਾਈਆ, ਡੁੱਬਦਾ ਡੋਬੈ ਪੂਰ, ਪੂਰ ਮੈਨੇ ਪੂਰਾ ਪਰਿਵਾਰ, ਸਾਰੇ ਇੰਦਰੇ, ਸਾਰੇ ਗਿਆਨ ਇੰਦਰੇ। ਜਿੱਥੇ ਆਏਗਾ ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਉੱਥੇ ਮੈਨੇ ਬੇੜੀ ਦਾ ਪੂਰ, ਸਾਰੇ ਬੇੜੀ ਦੇ ਮੁਸਾਫਰ, ਉੱਥੇ ਵੀ ਇੱਕ ਵਚਨ ਪੁਲਿੰਗ ਦੇ ਅਰਥ ਆ ਜਾਣਗੇ। ਜਿੱਥੇ ਆਏਗਾ ਜੀਵਨ ਸੁਖ ਸਭ ਸਾਧ ਸੰਗ, ਪ੍ਰਭ ਮਨਸਾ ਪੂਰ, हे ਪ੍ਰਭੂ ਮੇਰੀ ਮਨਸਾ ਪੂਰੀ ਕਰ, ਉੱਥੇ ਵੀ ਰਾਰੇ ਨੂੰ ਔਂਕੜ। 3 ਜਗ੍ਹਾ ਰਾਰੇ ਨੂੰ ਔਂਕੜ। ਉਦਾਂ ਪੂਰ ਜਿਹੜਾ ਰਾਰਾ ਮੁਕਤਾ, ਉਹ ਕਈ ਅਰਥਾਂ ਦੇ ਵਿੱਚ ਆਇਆ ਹੈਗਾ। ਖੈਰ, ਇੱਥੇ ਪੂਰ ਦੇ ਰਾਰੇ ਨੂੰ ਸਿਆਰੀ ਆ ਗਈ, ਮੈਨੇ ਪੂਰਿਆ ਹੋਇਆ, ਰਵਿਆ ਹੋਇਆ, ਜਿਹੜਾ ਪਾਣੀ ਵਿੱਚ ਵੀ ਤੇ ਜਿਹੜਾ ਜ਼ਮੀਨ ਤੇ ਵੀ ਪੂਰਿਆ ਹੋਇਆ ਹੈ। ਭਾਵ ਹਰ ਥਾਂ ਤੇ ਗੁਰੂ ਦੇ ਗਿਆਨ ਦਾ ਪਸਾਰਾ ਹੋ ਸਕਦਾ ਹੈ, ਹਰ ਥਾਂ ਗੁਰੂ ਦੇ ਹੁਕਮ ਲਾਗੂ ਹੋ ਸਕਦੇ ਨੇ। ਬਹੁ ਬਿਦ ਵਰਨੰ, ਉਹ ਕਈਆਂ ਵਿਧੀਆਂ, ਕਈਆਂ ਰੰਗਾਂ ਦੇ ਵਿੱਚ। ਬਿਦ ਫਿਰ ਤਦ ਆਪਣੀ ਮੌਲਿਕ ਸਿਆਰੀ ਨਾਲ ਲੈ ਕੇ ਆਇਆ, ਵਿਧੀ ਤੋਂ ਸ਼ਬਦ ਆਇਆ, ਇਸਤਰੀ ਲਿੰਗ ਸ਼ਬਦ ਹੈ, ਬਹੁਤ ਵਿਧੀਆਂ ਨਾਲ। ਵਰਨੰ, ਵਰਨੰ ਮੈਨੇ ਰੰਗਾਂ ਵਿੱਚ, ਬੜੀਆਂ ਕਿਸਮਾਂ ਦੇ ਰੰਗਾਂ ਦੇ ਵਿੱਚ ਜਿਹੜਾ ਵਿਆਪ ਰਿਹਾ ਹੈ। ਭਾਵ ਉਸ ਗੁਰੂ ਰਾਮਦਾਸ ਪਾਤਸ਼ਾਹ ਦੀ ਸੇਵਾ ਕਰੋ, ਜੋ ਗੁਰੂ ਜਗਤ ਦਾ ਜੀਵਨ ਹੈ, ਜਗਨਨਾਥ ਨਾਥ ਹਰੀ ਦਾ ਰੂਪ ਹੈ, ਜਿਹੜਾ ਹਰੀ ਕਈਆਂ ਕਿਸਮਾਂ ਦੇ ਵਿੱਚ, ਕਈਆਂ ਰੰਗਾਂ ਵਿੱਚ, ਜਲਾਂ ਥਲਾਂ ਵਿੱਚ ਵਿਆਪਕ ਹੈ। ਗੁਰੂ ਉਸ ਰੱਬ ਦਾ ਰੂਪ ਹੈ। ਸਤਿਗੁਰ ਗੁਰ ਸੇਵ, ਸਤਿਗੁਰੂ ਗੁਰ ਸੇਵ ਲੋ, ਇੱਥੇ ਸਤਿਗੁਰ ਗੁਰ ਇੱਕ ਵਚਨ ਪੁਲਿੰਗ ਨਾਉ ਤੇ ਉਹਦਾ ਵਿਸ਼ੇਸ਼ਣ, ਉਹ ਗੁਰ ਜਿਹੜਾ ਸੱਚ ਦਾ ਗਿਆਨ ਦਿੰਦਾ ਹੈ, ਸੱਚਾ ਗੁਰ। ਸੇਵ ਮੈਨੇ ਸੇਵ ਲੋ ਉਹਨੂੰ, ਅਲਖ ਗਤ ਜਾਗੀ, ਜਿਹਦੀ ਅਵਸਥਾ ਅਲਖ ਮੈਨੇ ਲਖੀ ਨਾ ਜਾ ਸਕੇ। ਗਤ ਤੱਤੇ ਨੂੰ ਸਿਆਰੀ, ਮੌਲਿਕ ਔਂਕੜ ਆਪਣੀ ਨਾਲ ਸਿਆਰੀ ਨਾਲ ਲੈ ਕੇ ਆਇਆ। ਇਹ ਸ਼ਬਦ ਇਸਤਰੀ ਲਿੰਗ ਸ਼ਬਦ ਹੈ ਤੇ ਉਹਦਾ ਵਿਸ਼ੇਸ਼ਣ ਅਲਖ ਖੱਖਾ ਮੁਕਤਾ ਆ ਗਿਆ। ਜਾ ਕੀ ਮੈਨੇ ਜਿਸ ਦੀ, ਜਾ ਨਹੀਂ ਜਾ, ਜਾ ਮੈਨੇ ਜਿਸ, ਉਹ ਗੁਰੂ ਜਿਹਦੀ ਅਵਸਥਾ ਪਰੇ ਤੋਂ ਪਰੇ ਹੈ, ਬਿਆਨ ਨਹੀਂ ਕੀਤੀ ਜਾ ਸਕਦੀ, ਅਲਖ ਹੈ, ਦੂਰ ਤੱਕ ਦੇਖੀ ਨਹੀਂ ਜਾ ਸਕਦੀ। ਸ਼੍ਰੀ ਰਾਮਦਾਸ, ਸ਼੍ਰੀ ਆਦਰਬੋਧਕ ਸ਼ਬਦ ਹੈ। ਰਾਮਦਾਸ ਦੇ ਸੱਸੇ ਨੂੰ ਆ ਗਈ ਔਂਕੜ, ਭਾਵ ਇੱਕ ਵਚਨ ਪੁਲਿੰਗ ਗੁਰੂ ਰਾਮਦਾਸ ਪਾਤਸ਼ਾਹ ਦੀ ਇੱਥੇ ਗੱਲ ਚੱਲ ਰਹੀ ਹੈ। ਤਾਰਨ ਤਰਨੰ, ਤਾਰਨ ਦੇ ਲਈ, ਤਰਨੰ ਮੈਨੇ ਜਹਾਜ਼ ਹਨ। ਉਹ ਗੁਰੂ ਰਾਮਦਾਸ ਪਾਤਸ਼ਾਹ ਨੂੰ ਸੇਵੋ, ਜਿਹੜੇ ਆਤਮਿਕ, ਜਿਨ੍ਹਾਂ ਦੀ ਆਤਮਿਕ ਅਵਸਥਾ ਕਥਨ ਤੋਂ ਪਰੇ ਹੈ, ਜੋ ਤਾਰਨ ਦੇ ਲਈ ਜਹਾਜ਼ ਹਨ। ਜਿਨੋਂ ਬਾਤ ਨਿਸ਼ਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਬੱਚਾ। ਜਿਨੋਂ, ਇੱਥੇ ਜਿਨੋਂ ਆ ਗਿਆ ਬਹੁਵਚਨ ਅਰਥਾਂ ਵਿੱਚ, ਜਿਨ੍ਹਾਂ ਮਨੁੱਖਾਂ ਨੇ, ਇੱਥੇ ਜਿਨ੍ਹਾਂ ਦੀ ਗੱਲ ਚੱਲ ਰਹੀ ਹੈ। ਜਿਨੋਂ ਬਾਤ, ਬਾਤ ਦੇ ਤੱਤੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਗੱਲ। ਜਿਨੋਂ ਬਾਤ, ਜਿਨ੍ਹਾਂ ਨੇ ਗੱਲ, ਕਿਹਦੀ ਗੱਲ? ਗੁਰੂ ਦੀ ਗੱਲ। ਨਿਸ਼ਚਲ ਧਰੂ ਜਾਨੀ, ਅਟਲ ਕਰਕੇ, ਧਰੂ ਦੀ ਤਰ੍ਹਾਂ ਜਾਣ ਲਈ। ਜਿਵੇਂ ਕਹਿੰਦੇ ਨੇ ਧਰੂ ਕਦੀ ਡੋਲਿਆ ਨਹੀਂ ਸੀ, ਅਟਲ ਰਿਹਾ, ਉੱਤੇ 1000 ਜ਼ੁਲਮ ਵੀ ਕੀਤੇ ਗਏ, ਉਹ ਅਡੋਲ ਰਿਹਾ, ਅਟਲ ਰਿਹਾ, ਡੋਲਿਆ ਨਹੀਂ।
ਤੇ ਸਾਡੀ ਧਰਤੀ ਤੋਂ ਨਜ਼ਰ ਆਉਣ ਵਾਲਾ ਬਿਲਕੁਲ ਸਾਡੀ ਧਰਤੀ ਦੀ ਸਪੀਡ ਵਾਂਗ ਚੱਲਣ ਵਾਲਾ ਤਾਰਾ ਉਹ ਵੀ ਸਾਨੂੰ ਅਟਲ ਨਜ਼ਰ ਆਉਂਦਾ ਹੈ। ਤੇ ਧਰੂ ਦੀ ਯਾਦ ਵਿੱਚ ਉਸ ਤਾਰੇ ਦਾ ਨਾਮ ਹੀ ਧਰੂ ਰੱਖ ਦਿੱਤਾ ਗਿਆ। ਹਾਲਾਂਕਿ ਉਹ ਤਾਰਾ ਰੁਕਿਆ ਨਹੀਂ ਹੋਇਆ, ਉਹਦੀ ਸਪੀਡ ਇਸ ਤਰ੍ਹਾਂ ਹੈ ਸਾਡੀ ਧਰਤੀ ਦੀ ਸਪੀਡ ਦੇ ਨਾਲ ਕਿ ਇੱਕ ਥਾਂ ਖੜਿਆ ਲੱਗਦਾ ਹੈ। ਮੰਨ ਲਓ ਜਿਵੇਂ ਦੋ ਗੱਡੀਆਂ ਇਕੱਠੀਆਂ ਚੱਲਦੀਆਂ ਹੋਣ ਤੇ ਇੱਕ ਗੱਡੀ 'ਚ ਬੈਠੇ ਹੋਏ ਬੰਦੇ ਨੂੰ ਦੂਜੀ ਗੱਡੀ ਰੁਕੀ ਕਈ ਵਾਰ ਨਜ਼ਰ ਆਉਂਦੀ ਹੈ, ਪਰ ਦੋਨੋਂ ਬਰਾਬਰ ਸਪੀਡ ਤੇ ਚੱਲਦੀਆਂ ਨੇ। ਇਸੇ ਤਰ੍ਹਾਂ ਧਰੂ ਮੈਨੇ ਅਟਲ ਦ੍ਰਿੜ ਜਿਹੜਾ ਡੋਲੇ ਨਾ ਤੇ ਨਿਸ਼ਚਲ ਦੇ ਲੱਲੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਇਹ ਬਾਤ ਦਾ ਵਿਸ਼ੇਸ਼ਣ ਆ ਗਿਆ। ਨਿਸ਼ਚਲ ਬਾਤ, ਅਟਲ ਗੱਲ, ਇਸਤਰੀ ਲਿੰਗ ਦਾ ਵਿਸ਼ੇਸ਼ਣ ਵੀ ਔਂਕੜ ਤੋਂ ਬਿਨਾਂ ਆਉਂਦਾ ਹੈ। ਜਾਨੀ ਮੈਨੇ ਜਾਣ ਲਿਆ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਗੱਲ ਨੂੰ ਅਟਲ ਜਾਣ ਲਿਆ, ਧਰੂ ਦੀ ਤਰ੍ਹਾਂ ਦ੍ਰਿੜ ਕਰਕੇ ਮੰਨ ਲਿਆ, 23 ਜੀਵ ਕਾਲ ਤੇ ਬਚਾ। 23 ਮੈਨੇ ਉਹੀ ਬਹੁਵਚਨ, ਜੀਵ ਇਹ ਵੀ ਬਹੁਵਚਨ ਆ ਗਿਆ। ਜੀਓ ਊੜੇ ਨੂੰ ਔਂਕੜ ਨਾਲ ਇੱਕ ਜੀਵ ਤੇ ਊੜੇ ਦੀ ਔਂਕੜ ਹਟਾ ਕੇ ਵਾਵਾ ਲੱਗ ਗਿਆ ਤੇ ਬਹੁਵਚਨ ਬਣ ਗਿਆ ਬਹੁਤੇ ਜੀਵ। ਥਾਉ ਊੜੇ ਨੂੰ ਔਂਕੜ ਇੱਕ ਥਾਂ, ਥਾਮ ਊੜੇ ਦੀ ਔਂਕੜ ਹਟਾ ਕੇ ਵਾਵਾ ਲੱਗ ਗਿਆ ਬਹੁਤੇ ਥਾਮ। ਨਾਉ ਊੜੇ ਨੂੰ ਔਂਕੜ ਨਾਲ ਇੱਕ ਨਾਮ, ਊੜੇ ਦੀ ਔਂਕੜ ਹਟਾ ਕੇ ਵਾਵਾ ਲੱਗ ਗਿਆ ਤੇ ਬਹੁਤੇ ਨਾਮ। ਅਸੰਖ ਨਾਮ, ਅਸੰਖ ਥਾਮ। ਪਾਉ ਊੜੇ ਨੂੰ ਔਂਕੜ ਨਾਲ ਇੱਕ ਪੈਰ ਤੇ ਊੜੇ ਦੀ ਔਂਕੜ ਹਟਾ ਕੇ ਵਾਵਾ ਲਾ ਦਿੱਤਾ ਪਾਮ ਬਹੁਤੇ ਪੈਰ। ਚਾਰ ਪਾਮ ਦੋਏ ਸਿੰਘ, ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਇਸ ਤਰ੍ਹਾਂ ਜੀਵ ਬਹੁਤੇ ਜੀਵ, 23 ਜੀਵ ਉਹ ਜਿਹੜੇ ਬਹੁਤੇ ਜੀਵ ਨੇ। ਕਿਹੜੇ ਬਹੁਤੇ ਜੀਵ? ਜਿਨ੍ਹਾਂ ਬਾਤ ਨਿਸ਼ਚਿਤ ਰੂ ਜਾਣੀ, ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਅਟਲ ਕਰਕੇ ਜਾਣਿਆ, ਉਹ ਮਨੁੱਖ, ਉਹ ਜੀਵ ਕਾਲ ਤੇ ਬਚਾ, ਮੌਤ ਤੋਂ ਬਚ ਗਏ। ਕਾਲ ਦੇ ਲੱਲੇ ਨੂੰ ਔਂਕੜ ਤਾਂ ਨਹੀਂ ਆਈ, ਅੱਗੇ ਤੇ ਕਰ ਕੀ ਅਰਥ ਆ ਗਿਆ। ਕਾਲ ਤੇ ਬਚਾ, ਉਹ ਮੌਤ ਦੇ ਭੈ ਤੋਂ, ਮੌਤ ਦੇ ਡਰ ਤੋਂ ਬਚ ਗਏ। ਸਰੀਰਕ ਮੌਤ ਤੇ ਆਉਣੀ ਹੋਣੀ, ਆਤਮਿਕ ਮੌਤ ਦਾ ਡਰ ਨਹੀਂ ਰਿਹਾ। ਆਤਮਿਕ ਤੌਰ ਤੇ ਉਹ ਅਮਰ ਹੋ ਗਏ। ਤਿੰਨ ਤਰਿਓ ਸਮੁੰਦਰ ਰੁਦਰ, ਕਿਉਂਕਿ ਇੱਥੇ ਸਰੀਰਕ ਮੌਤ ਡਰ ਦੀ ਗੱਲ ਨਹੀਂ ਹੈ। ਅਨੇਕਾਂ ਸੂਰਮੇ ਮਹਾਬਲੀ ਐਸੇ ਨੇ ਦੁਨੀਆ ਤੇ ਜਿਹੜੇ ਮੌਤ ਤੋਂ ਬਿਲਕੁਲ ਨਹੀਂ ਡਰਦੇ, ਤਾਂ ਹੀ ਤੇ ਮੈਦਾਨੀ ਜੰਗ ਵਿੱਚ ਸਿੱਧਾ ਜਾ ਕੇ ਲੜ ਲੈਂਦੇ ਨੇ। ਪਰ ਉਹ ਸਾਰੇ ਧਰਮੀ ਨਹੀਂ ਹੁੰਦੇ। ਬੜੇ ਐਸੇ ਵੀ ਗੁੰਡੇ ਬਦਮਾਸ਼ ਨੇ, ਐਸੇ ਬੁਰੇ ਲੋਕ ਨੇ ਜਿਹੜੇ ਬਿਲਕੁਲ ਮੌਤ ਦਾ ਡਰ ਉਹਨਾਂ ਦੇ ਅੰਦਰੋਂ ਕੱਢਿਆ ਹੋਇਆ ਹੈ। ਦੁਨੀਆ ਭਰ ਵਿੱਚ ਲੁੱਟਾਂ ਖੋਹਾਂ ਵੀ ਕਰਦੇ ਨੇ, ਲੜਾਈਆਂ ਵੀ ਕਰਦੇ ਨੇ, ਪਰ ਉਹ ਧਰਮੀ ਨਹੀਂ ਹਨ। ਇੱਥੇ ਕਾਲ ਤੇ ਬਚਾ ਭਾਵ ਮੌਤ ਦੇ ਭੈ ਤੋਂ ਬਚ ਕੇ, ਆਤਮਿਕ ਮੌਤ ਦੇ ਡਰ ਤੋਂ ਬਚ ਗਏ। ਤਾਂ ਹੁਣ ਆਤਮਿਕ ਮੌਤ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੀ। ਉਹ ਵਾਲੇ ਗੁਰਮੁਖ ਜਨਾਂ ਦੀ ਇੱਥੇ ਗੱਲ ਹੈ। 23 ਜੀਵ ਕਾਲ ਤੇ ਬਚਾ, ਉਹ ਜਿਹੜੇ ਮਨੁੱਖ ਨੇ ਮੌਤ ਦੇ ਭੈ ਤੋਂ, ਆਤਮਿਕ ਮੌਤ ਦੇ ਡਰ ਤੋਂ ਬਚ ਗਏ। ਤਿੰਨ ਤਰਿਓ ਸਮੁੰਦਰ ਰੁਦਰ, ਇੱਥੇ ਸੰਸਾਰ ਸਮੁੰਦਰ ਦੀ ਗੱਲ ਚੱਲ ਰਹੀ ਹੈ। ਉਹ ਸੰਸਾਰ ਸਮੁੰਦਰ ਜਿਹੜਾ ਰੁਦਰ ਮੈਨੇ ਭਿਆਨਕ ਹੈ। ਸਮੁੰਦਰ ਦੇ ਰਾਰੇ ਨੂੰ ਔਂਕੜ ਆ ਗਈ, ਰੁਦਰ ਦੇ ਰਾਰੇ ਨੂੰ ਔਂਕੜ ਆ ਗਈ। ਇਹ ਦੋਨੋਂ ਇੱਕ ਵਚਨ ਪੁਲਿੰਗ ਤੇ ਉਹਦਾ ਵਿਸ਼ੇਸ਼ਣ ਹੈ। ਸਮੁੰਦਰ ਭਾਵੇਂ ਸੰਸਾਰ, ਰੁਦਰ ਜਿਹੜਾ ਭਿਆਨਕ ਹੈ, ਡਰਾਉਣਾ ਹੈ। ਕਿਉਂ? ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ ਲਹਿਰਾਂ ਨੇ, ਘੁੰਮਣ ਘੇਰੀਆਂ ਨੇ, ਚੱਕਰ ਤੂਫਾਨ ਨੇ। ਇਸ ਕਰਕੇ ਸੰਸਾਰ ਡਰਾਉਣਾ ਸਮੁੰਦਰ ਹੈ। ਉਸ ਸਮੁੰਦਰ ਤੋਂ ਤਰ ਗਏ ਉਹ। ਤਿੰਨ ਨੰਨਾ ਮੁਕਤਾ ਹੈ, ਸਿਹਾਰੀ ਨਹੀਂ ਆਈ, ਬਹੁਤਿਆਂ ਦੀ ਗੱਲ ਚੱਲ ਰਹੀ ਹੈ। ਤਿੰਨ ਮੈਨੇ ਉਹ ਜਿਹੜੇ ਬਹੁਤੇ ਹਨ, ਤਰਿਓ ਸਮੁੰਦਰ ਰੁਦਰ, ਉਹਨਾਂ ਨੇ ਭਿਆਨਕ ਸਮੁੰਦਰ ਤਰ ਲਿਆ। ਖਿਨ ਇੱਕ ਮੈਂ, ਇੱਕ ਖਿਨ ਦੇ ਵਿੱਚ ਹੀ ਭਾਵ ਉਹ ਵਿਕਾਰਾਂ ਤੋਂ ਰਹਿਤ ਹੋ ਗਏ, ਵਿਕਾਰਾਂ ਤੋਂ ਤਰ ਗਏ। ਜਿਨ੍ਹਾਂ ਦੇ ਜੀਵਨ ਦੇ ਵਿੱਚ ਵਿਕਾਰਾਂ ਸੀ, ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ, ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੂੰ ਖੇਵ ਨਾ ਸਕੋ, ਤੇਰਾ ਪਾਰ ਨਾ ਪਾਇਆ ਬੀਠਲਾ। ਉਹ ਵਾਲਾ ਸਮੁੰਦਰ ਹੁਣ ਕੀ ਹੋਇਆ? ਹੁਣ ਇਹ ਸਾਗਰ ਨੂੰ ਤਰ ਲਿਆ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਉਹ ਤਰ ਗਏ। ਤਿੰਨ ਤਰਿਓ ਸਮੁੰਦਰ ਰੁਦਰ, ਉਹਨਾਂ ਨੇ ਵਿਕਾਰਾਂ ਦਾ ਭਿਆਨਕ ਸਮੁੰਦਰ ਤਰ ਲਿਆ। ਖਿਨ ਇੱਕ ਮੈਂ, ਇੱਕ ਖਿਨ ਦੇ ਵਿੱਚ ਹੀ। ਖਿਨ ਦੇ ਨੰਨੇ ਨੂੰ ਤਾਂ ਔਂਕੜ ਨਹੀਂ ਆਈ, ਮੈਂ ਉਹਦਾ ਸੰਬੰਧਕ ਹੈ, ਇਸ ਕਰਕੇ ਕੱਕਾ ਵੀ ਔਂਕੜ ਤੋਂ ਮੁਕਤ ਆ ਗਿਆ। ਇੱਕ ਖਿਨ ਵਿੱਚ ਜਲ ਹਰ ਬਿੰਬ ਜੁਗਤ ਜਗ ਰਚਾ। ਜਲ ਹਰ ਮੈਨੇ ਜਲ ਧਰ, ਜਲ ਨੂੰ ਧਰਨ ਵਾਲਾ, ਜਲ ਨੂੰ ਇਕੱਠਾ ਕਰਨ ਵਾਲਾ, ਉਹ ਹੈ ਬੱਦਲ ਜਿਹਦੇ ਵਿੱਚ ਪਾਣੀ ਹੈ। ਇੱਥੇ ਬੱਦਲ ਦੀ ਗੱਲ ਚੱਲ ਰਹੀ ਹੈ। ਇੱਥੇ ਜਲਹਰ ਦੇ ਰਾਰੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਬਹੁਵਚਨ ਸ਼ਬਦ ਹੈ, ਬਹੁਤੇ ਬੱਦਲ। ਬਿੰਬ, ਬਿੰਬ ਮੈਨੇ ਛਾਂ, ਬਿੰਬ ਕਿਉਂਕਿ ਇਸਤਰੀ ਲਿੰਗ ਸ਼ਬਦ ਹੈ ਬਿੰਬ, ਇਸ ਕਰਕੇ ਬੱਬੇ ਨੂੰ ਔਂਕੜ ਨਹੀਂ ਆਈ। ਬੱਦਲਾਂ ਦੀ ਛਾਂ ਦੀ ਤਰ੍ਹਾਂ ਜੁਗਤ, ਜਾਂ ਇੱਥੇ ਕਹਿ ਲਓ ਵੀ ਜੁਗਤ ਆ ਗਿਆ ਅੱਗੇ ਦੀ ਤਰ੍ਹਾਂ, ਤਾਂ ਵੀ ਬੱਬੇ ਨੂੰ ਔਂਕੜ ਨਹੀਂ ਆਏਗੀ। ਵੈਸੇ ਬਿੰਬ ਦੇ ਬੱਬੇ ਨੂੰ ਔਂਕੜ ਆਉਂਦੀ ਤਾਂ ਹੈ
क्योंकि परछावां भी पुलिंग शब्द हुंदा वै। पर इत्थे बिंब जुगत आ गया, बहुते बदलां दी छां वांग, इस करके बब्बी दी औंकड़ इत्थों उड़ गई। जग रचा, जग दे गगे नूं आ गई औंकड़, एक जगत रचा मैंने रचिया होया। ਉਹਨਾਂ ਨੇ ਭਿਆਨਕ ਵਿਕਾਰਾਂ ਨਾਲ ਭਰਿਆ ਸਮੁੰਦਰ ਇੱਕ ਪਲ ਚ ਤਰ ਲਿਆ, ਜਿਨ੍ਹਾਂ ਨੇ ਜਗਤ ਨੂੰ ਬੱਦਲ ਦੀ ਛਾਂ ਸਮਝਿਆ ਹੋਇਆ ਸੀ। ਜਿਹੜੇ ਜਗਤ ਨੂੰ ਬੱਦਲਾਂ ਦੀ ਛਾਂ ਵਾਂਗ ਰਚਿਆ ਸਮਝਦੇ ਸਨ, ਉਹ ਤਰ ਗਏ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਕੁੰਡਲਨੀ ਮੈਨੇ ਉਹਨਾਂ ਦੀ ਗੁੰਝਲ, ਉਹਨਾਂ ਦੇ ਮੱਥੇ ਦੀ ਤਿਉੜੀਆਂ, ਉਹਨਾਂ ਦੇ ਮਨ ਦੀਆਂ ਸੋਚਾਂ ਫਿਕਰ, ਉਹਨਾਂ ਦੇ ਸੰਸੇ, ਉਹਨਾਂ ਦੇ ਸਹਿਮ, ਉਹਨਾਂ ਦੇ ਸ਼ੰਕੇ, ਉਹਨਾਂ ਦੇ ਭਰਮ, ਜਿਹੜੀ ਕੁੰਡਲਨੀ ਸੀ, ਜਿਹੜੀ ਗੁੰਝਲਾਂ ਸਨ, ਉਹ ਗੁੰਝਲਾਂ ਜਿਹੜੇ ਅਸੀਂ ਕਹਿ ਲਈਏ ਮਨ ਦੇ ਫਿਕਰ ਸ਼ੰਕੇ, ਉਹ ਕੁੰਡਲਨੀ ਸੁਲਝ ਗਈ, ਉਹ ਸਾਰੀਆਂ ਉਲਝਣਾਂ ਖਤਮ ਹੋ ਗਈਆਂ। ਸੁਰਜੀ ਮੈਨੇ ਸੁਲਝ ਗਈ ਉਹ ਕੁੰਡਲਨੀ, ਉਹ ਗੁੰਝਲ ਖਤ ਖੁੱਲ ਗਈ। ਕਿਵੇਂ ਖੁੱਲੀ? ਸਤ ਸੰਗਤ, ਤੱਤੇ ਨੂੰ ਆ ਗਈ ਸਿਆਰੀ। ਸਤ ਸੰਗਤ ਵਿੱਚ ਆ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਉਹਨਾਂ ਦੀ ਗੁੰਝਲ ਹੱਲ ਹੋ ਗਈ। ਪਰਮਾਨੰਦ, ਉਹ ਪਰਮ ਆਨੰਦ ਵਿੱਚ ਆ ਗਏ। ਇੱਥੇ ਬਹੁਵਚਨ ਆ ਗਏ ਪਰਮਾਨੰਦ। ਉਹ ਜਿਹੜੇ ਪਰਮਾਨੰਦ ਮਾਣਦੇ ਨੇ, ਗੁਰੂ ਮੁਖ ਮਚਾ, ਗੁਰੂ ਮੁਖ ਦੇ ਖੱਖੇ ਨੂੰ ਆ ਗਈ ਸਿਆਰੀ, ਗੁਰੂ ਦੇ ਰਾਹੀਂ, ਮੁਖ ਮੈਨੇ ਦੇ ਰਾਹੀਂ, ਗੁਰੂ ਦੇ ਮੁਖ ਰਾਹੀਂ, ਭਾਵ ਗੁਰੂ ਦੇ ਰਾਹੀਂ ਮਚਾ, ਮਚਾ ਮੈਨੇ ਮਚ ਗਏ, ਚਮਕ ਉੱਠੇ, ਪ੍ਰਗਟ ਹੋ ਗਏ। ਸ੍ਰੀ ਗੁਰੂ ਸਾਹਿਬ ਸਭ ਉਪਰ, ਮਨ ਬਚ ਕਰਮ ਸੇਵੀਐ ਸੱਚਾ। ਸ੍ਰੀ ਗੁਰੂ ਸਾਹਿਬ, ਸ੍ਰੀ ਸਤਿਕਾਰਯੋਗ ਸ਼ਬਦ ਹੈ, ਇੱਥੇ ਰਾਰਾ ਪੂਰਾ ਆਇਆ, ਇੱਕ ਮਾਤਰਾ ਵੱਧ ਗਈ। ਸ਼੍ਰੀ ਤੇ ਸ੍ਰੀ ਵਿੱਚ ਬਸ ਇਹੀ ਇੱਕ ਫਰਕ ਹੈਗਾ। ਗੁਰੂ ਸਾਹਿਬ ਬੱਬੇ ਨੂੰ ਆ ਗਈ ਔਂਕੜ, ਭਾਵ ਉਹ ਸਤਿਗੁਰੂ ਜਿਹੜੇ ਸਾਹਿਬ ਹਨ, ਮਾਲਕ ਹਨ, ਸਭ ਉੱਪਰ, ਸਾਰਿਆਂ ਤੋਂ ਉੱਚੇ ਹਨ। ਸਭ ਉੱਪਰ ਦੇ ਰਾਰੇ ਨੂੰ ਆ ਗਈ ਸਿਆਰੀ। ਉੱਪਰ ਸਿਆਰੀ ਤਾਂ ਹੀ ਕਿਉਂਕਿ ਸੰਬੰਧਕ ਲਫ਼ਜ਼ ਜਿਹੜਾ ਉੱਪਰ ਹੈ, ਇਹ ਸੰਬੰਧਕ ਹੋਣ ਕਰਕੇ ਆਪਣੀ ਸਿਆਰੀ ਨਾਲ ਲੈ ਕੇ ਆਇਆ। ਸੰਗ, ਮਹਿ, ਸਾਥ, ਬਰਾਬਰ, ਜਦੋਂ ਇਹੋ ਜਿਹੇ ਸ਼ਬਦ ਸਿਆਰੀ ਨਾਲ ਆਣ, ਉਹ ਸੰਬੰਧਕ ਹੁੰਦੇ ਨੇ। ਸਭ ਉੱਪਰ ਮੈਨੇ ਸਭਨਾ ਉੱਪਰ, ਸਾਰਿਆਂ ਉੱਪਰ, ਸ੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਉਸ ਗੁਰੂ ਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੇਵਣਾ ਚਾਹੀਦਾ ਹੈ। ਬਹੁਤ ਸਾਰੀਆਂ ਹੱਥ ਲਿਖਤੀ ਪੀੜਾਂ ਵਿੱਚ ਮਨ, ਬਚ ਤੇ ਕਰਮ ਦੇ ਆਖਰੀ ਅੱਖਰ ਨੂੰ ਸਿਆਰੀ ਲੱਗੀ ਹੈ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਪਰ ਪ੍ਰਿੰਟਡ ਬੀੜਾਂ ਵਿੱਚ ਹੀ ਸਿਆਰੀ ਨਹੀਂ ਮਿਲਦੀ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸੇਵੀਐ ਸੱਚਾ, ਗੁਰੂ ਨੂੰ ਸੇਵਣਾ ਚਾਹੀਦਾ ਹੈ। ਗੁਰੂ ਦੀ ਪੂਜਾ, ਗੁਰੂ ਦੀ ਸੇਵਾ, ਇਹ ਕੀ ਹੈ? ਗੁਰੂ ਦੇ ਗਿਆਨ ਦੇ ਨਾਲ ਜੁੜਨਾ ਹੀ ਗੁਰੂ ਦੀ ਪੂਜਾ ਹੈ। ਗੁਰੂ ਦੇ ਗਿਆਨ ਨਾਲ ਜੁੜਨਾ ਹੀ ਅਸਲ ਵਿੱਚ ਗੁਰੂ ਦੀ ਸੇਵਾ ਹੈ। ਹੋਰ ਕੋਈ ਤਰੀਕਾ ਨਹੀਂ ਗੁਰੂ ਦੀ ਸੇਵਾ ਪੂਜਾ ਕਰਨ ਦਾ। ਇੱਕੋ ਤਰੀਕਾ ਹੈ ਕਿ ਸਤਿਗੁਰੂ ਦੀ ਸ਼ਬਦ ਦੀ ਵਿਚਾਰ ਕਰਨੀ। ਗੁਰੂ ਕੀ ਸੇਵਾ, ਸ਼ਬਦ ਵਿਚਾਰ, ਗੁਰੂ ਦੇ ਦੱਸੇ ਸ਼ਬਦ ਨੂੰ ਵਿਚਾਰ ਕੇ ਜੀਵਨ ਵਿੱਚ ਧਾਰਨਾ, ਇਹ ਗੁਰੂ ਦੀ ਸੇਵਾ ਹੈ। ਸ੍ਰੀ ਗੁਰੂ ਸਾਹਿਬ ਸਭ ਉੱਪਰ, ਮਨ ਬਚ ਕਰਮ ਸੇਵੀਐ ਸੱਚਾ। ਮਨ ਕਰਕੇ, ਕਰਮਾਂ ਕਰਕੇ, ਬਚਨਾ ਕਰਕੇ ਉਸ ਨੂੰ ਸੇਵਣਾ ਚਾਹੀਦਾ ਹੈ, ਜੋ ਗੁਰੂ ਸਭ ਤੋਂ ਉੱਚਾ, ਸੁੱਚਾ ਤੇ ਮਹਾਨ ਹੈ। ਭਾਵ ਭੱਟ ਗਿਆਨੰਦ ਜੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਿਫਤ ਗਾ ਰਹੇ ਹਨ ਕਿ ਉਸ ਗੁਰੂ ਦੇ ਮਨ ਬਚ ਕਰਮਾਂ ਦੁਆਰਾ ਹੀ ਗੁਰੂ ਨੂੰ ਸੇਵਣਾ ਚਾਹੀਦਾ ਹੈ। ਮੇਰੇ ਪਾਸੋਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਜੀ ਦਾ ਤੋਂ ਉਹਨਾਂ ਦੀ, ਹਾਂਜੀ ਡਾਕਟਰ ਅਮਰਜੀਤ ਸਿੰਘ ਜੀ ਪਲੀਜ਼ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ। ਮੇਰਾ ਸਿੰਪਲ ਹੀ ਸਵਾਲ ਸੀ ਜੀ ਵੀਰ ਜੀ ਨੂੰ ਕਿ ਉਹ ਜਿਹੜਾ ਪਹਿਲਾ ਸੋਈਆ ਪੜਿਆ ਸੀਗਾ, ਸੰਸਾਰ ਅਗਮ ਅਥਾ ਕੀ ਸੀਗਾ, ਸੰਸਾਰ ਅਗਮ ਸਾਗਰ, ਸਾਗਰ ਦੁਲਹਾ ਹਰ ਨਾਮ ਹੈ। ਉੱਥੇ ਅਗਮ ਦੇ ਥੱਲੇ ਔਂਕੜ ਕਿਉਂ ਨਹੀਂ ਆਈ? ਇਹ ਨਾ ਹੱਥ ਲਿਖਤ ਬੀੜਾਂ ਤੋਂ ਸੇਧ ਲੈਣੀ ਪਏਗੀ। ਇੱਥੇ ਅਗਮ ਦੇ ਮੰਮੀ ਨੂੰ ਔਂਕੜ ਹੋਣੀ ਚਾਹੀਦੀ ਹੈਗੀ ਹੈ, ਵਿਸ਼ੇਸ਼ਣ ਹੈਗਾ, ਬਿਲਕੁਲ ਹੋਣੀ ਚਾਹੀਦੀ ਹੈ। ਸੰਸਾਰ ਵੀ ਔਂਕੜ ਹੈ, ਸਾਗਰ ਵੀ ਔਂਕੜ ਹੈ, ਅਗਮ ਥੱਲੇ ਔਂਕੜ ਹੈ। ਹਾਂਜੀ, ਮੈਂ ਇਹ ਕਾਫੀ ਸਰਚ ਕੀਤੀ ਸੀ, ਕਿਸੇ ਹੱਥ ਲਿਖਤ ਪੁਰਾਤਨ ਬੀੜ ਦੇ ਵਿੱਚੋਂ ਮੈਨੂੰ ਕੋਈ ਮਿਲ ਜਾਵੇ ਰੈਫਰੈਂਸ ਅਗਮ ਦੇ ਮੰਮੀ ਦੇ ਔਂਕੜ ਵਾਲਾ, ਪਰ ਮੈਨੂੰ ਨਹੀਂ ਮਿਲਿਆ ਹੈਗਾ। ਤੇ ਪਰ ਇੱਥੇ ਵਿਆਕਰਨਿਕ ਨਿਯਮਾਂ ਦੇ ਤਹਿਤ ਔਂਕੜ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ, ਧੰਨਵਾਦ। ਹਾਂਜੀ, ਚੈਟ ਵਿੱਚ ਕੁਝ ਇੱਕ ਮੈਸੇਜ ਨੇ ਗਿਆਨੀ ਜੀ, ਅੰਮ੍ਰਿਤਪਾਲ ਸਿੰਘ ਜੀ। ਇੱਕ ਤਾਂ ਹੈਗਾ ਕੁੰਡਲਨੀ ਦੇ ਬਾਰੇ ਔਰ ਇੱਕ ਹੈਗਾ ਪੂਜਾ ਦੇ ਬਾਰੇ।
तो इन्हां दी थोड़ी बहुत आप एक ਸਿੰਘ ने लिखिया कि पूजा ਦਾ ਕਨਸੈਪਟ ਪੂਜਾ ਸਿੱਖੀ ਤਾਂ ਕਰ ਦਿੱਤੀ ਸਿਧਾਂਤਾਂ 'ਚ ਨਹੀਂ ਸਪਸ਼ਟ ਹੈਗਾ। ਨਾਲ, ਪੂਜਾ ਦਾ ਸਪਸ਼ਟ ਕਰਤਾ ਸੀ ਅੱਗੇ ਨਾਲ ਦੁਬਾਰਾ। ਹਾਂਜੀ, ਮੈਂ ਪੂਜਾ ਦਾ ਕਰ ਦਿੱਤਾ ਹੈ, ਸਪਸ਼ਟ ਕਰ ਦਿੱਤਾ ਪੂਜਾ ਦਾ। ਹੈ ਨਾ? ਗੁਰੂ ਦੀ ਪੂਜਾ ਕਿਹੜੀ ਹੈ? ਕੁੰਡਲਨੀ ਦੇ ਬਾਰੇ ਹਾਂਜੀ, ਗੁਰੂ ਦੀ ਪੂਜਾ, ਗੁਰੂ ਦੀ ਸੇਵਾ, ਗੁਰੂ ਦੇ ਸ਼ਬਦ ਨਾਲ ਜੁੜਨਾ ਹੀ ਹੈ। ਇਹੀ ਗੁਰੂ ਦੀ ਪੂਜਾ, ਇਹੀ ਗੁਰੂ ਦੀ ਸੇਵਾ ਹੈ। ਇਸ ਤੋਂ ਉੱਤੇ ਅਸੀਂ ਕੁਝ ਨਹੀਂ ਕਰ ਸਕਦੇ। ਤੇ ਇੱਥੇ ਮੰਦਿਰਾਂ ਵਾਲਾ ਸਿਧਾਂਤ ਨਹੀਂ ਹੈਗਾ ਜਿਵੇਂ ਮੂਰਤੀ ਦੀ ਪੂਜਾ, ਕਿ ਬਾਹਰੋਂ ਪੂਜਾ ਕੀਤੀ ਤੇ ਸਾਰਾ ਕੁਝ ਹੋ ਗਿਆ। ਇਸ ਤਰ੍ਹਾਂ ਨਹੀਂ ਹੈਗਾ। ਅਸੀਂ ਇੱਥੇ ਗੁਰੂ ਕੋਲੋਂ ਕੁਝ ਸਿੱਖਣ ਆਉਂਦੇ ਹਾਂ, ਤੇ ਗੁਰੂ ਤੋਂ ਸਿੱਖਣਾ, ਗੁਰੂ ਤੋਂ ਗਿਆਨ ਲੈਣਾ ਹੀ ਇੱਥੇ ਗੁਰੂ ਦੀ ਪੂਜਾ ਹੈਗੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਸੇਧ ਲੈਣਾ। ਜਿਹੜੀ ਕੁੰਡਲਨੀ ਹੈਗੀ ਹੈ, ਕੁੰਡਲਨੀ ਸੁਰਜੀ ਸਤ ਸੰਗਤ, ਭਾਵ ਜਿਸ ਕੁੰਡਲਨੀ ਨੂੰ ਸੁਲਝਾਉਣ ਦੇ ਚੱਕਰ ਵਿੱਚ ਜੋਗੀ ਲੋਕ ਫਸੇ ਫਿਰਦੇ ਨੇ, ਉਹ ਕੁੰਡਲਨੀ ਵੀ ਸੁਲਝ ਗਈ। ਚਾਹੇ ਇਹ ਅਰਥ ਕਰ ਲਓ, ਪਰ ਇੱਥੇ ਕੁੰਡਲਨੀ ਦਾ ਅਰਥ ਹੈ ਕਿ ਮੱਥੇ ਦੀ ਤਿਉੜੀ। ਮੱਥੇ ਦੀ ਤਿਉੜੀ ਦਾ ਭਾਵ ਮੱਥੇ ਦੀਆਂ ਸੋਚਾਂ, ਸ਼ੰਕੇ, ਸਵਾਲ ਕਿ ਕੀ ਹੈ, ਇਹਦਾ ਮਤਲਬ ਕੀ ਹੈ, ਇਹ ਗੁੰਝਲ ਕਿਵੇਂ ਖੁੱਲੇਗੀ। ਇੱਥੇ ਕੁੰਡਲਨੀ ਦਾ ਮਤਲਬ ਗੁੰਝਲ ਹੈਗੀ ਹੈ। ਮੱਥੇ ਵਿੱਚ ਹੁੰਦੀ ਹੈ ਮੱਤ, ਤੇ ਮੱਤ ਵਿੱਚ ਹੁੰਦੇ ਨੇ ਸਵਾਲ, ਮੱਤ ਵਿੱਚ ਹੁੰਦੇ ਨੇ ਸ਼ੰਕੇ, ਮੱਤ ਵਿੱਚ ਹੁੰਦੀਆਂ ਨੇ ਵਿਚਾਰਾਂ। ਉਹ ਸਾਰੀਆਂ ਵਿਚਾਰਾਂ, ਸੋਚਾਂ, ਉਹ ਸਾਰੇ ਹੀ ਸਵਾਲ ਸੁਲਝ ਗਏ। ਸੁਰਜੀ ਮੈਨੇ ਸੁਲਝੀ, ਇਸ ਕਰਕੇ ਕੁੰਡਲ ਦੇ ਨਾਲ ਸੁਰਜੀ ਲਫ਼ਜ਼ ਆਇਆ, ਭਾਵ ਗੁੰਝਲ ਸੁਲਝ ਗਈ। ਜੇ ਕੋਈ ਜੋਗੀਆਂ ਵਾਲੀ ਵੀ ਕੁੰਡਲਨੀ ਕਰੇ ਤੇ ਤਾਂ ਵੀ ਗੁਰੂ ਸਾਹਿਬ ਦੀ ਇਹ ਜਿਹੜਾ ਵਿਆਖਿਆ ਹੈਗੀ ਗੁਰਬਾਣੀ ਦੀ, ਉਹਨੂੰ ਕੰਡੈਮ ਕਰ ਦਿੰਦੀ ਹੈ। ਭਾਵ ਜਿਨ੍ਹਾਂ ਕੁੰਡੀਆਂ ਦੇ ਚੱਕਰ 'ਚ ਲੋਕ ਸਾਹ ਤਾਂ ਠਾਂ ਕਰ ਰਹੇ ਨੇ, ਸਵਾਸ ਚੜਾ ਰਹੇ ਨੇ, ਉਹ ਵੀ ਇੱਥੇ ਸੁਲਝ ਜਾਂਦੀ ਹੈ। ਭਾਵ ਇੱਥੇ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ। ਕੁੰਡਲੀਆਂ ਵੀ ਇੱਥੇ ਖੁੱਲ ਜਾਂਦੀਆਂ ਨੇ। ਗੁਰੂ ਦੇ ਗਿਆਨ ਦਾ ਨਾਲ ਹੀ ਸਾਹ ਚੜਾਉਣ ਦੀ ਲੋੜ ਨਹੀਂ ਪੈਂਦੀ। ਵੈਸੇ ਵੀ ਈੜਾ, ਪਿੰਗਲਾ, ਸੁਖਮਨਾ ਆ ਜੋਗੀਆਂ ਵਾਲੇ ਕੰਮਾਂ ਨੂੰ ਗੁਰੂ ਸਾਹਿਬ ਨੇ ਔਗਣ ਕਿਹਾ, ਐਬ ਕਿਹਾ। ਇਹ ਐਬ ਨੇ ਬਸ। ਅਸੀਂ ਜਦੋਂ ਪੜ੍ਹਦੇ ਹਾਂ ਨਾ, ਈੜਾ, ਪਿੰਗਲਾ, ਸੁਖਮਨ ਬੰਦੇ, ਇਹ ਅਵਗਣ ਕੱਤ ਜਾਹੀ, ਇਹ ਔਗਣ ਨੇ। ਇਹ ਈੜਾ, ਪਿੰਗਲਾ, ਸੁਖਮਨਾ ਦੇ ਕਰਮਾਂ 'ਚ ਫਸੀ ਜਾਣਾ, ਇਹ ਐਬ ਹੈਗੇ ਨੇ। ਪਰ ਇੱਥੇ ਤੇ ਕੁੰਡਲਨੀ ਸੁਰਜੀ ਸਤ ਸੰਗਤ, ਸਤ ਸੰਗਤ ਵਿੱਚ ਆ ਕੇ ਕੁੰਡਲਨੀ ਦੇ ਸਾਰੇ ਭੇਦ ਖੁੱਲ ਜਾਂਦੇ ਨੇ। ਇਹ ਭਰਮ, ਸਾਰੇ ਭੁਲੇਖੇ ਖਤਮ ਹੋ ਜਾਂਦੇ ਨੇ। ਮੱਥੇ ਦੀਆਂ ਗੁੰਝਲਾਂ, ਤਿਉੜੀਆਂ, ਸਵਾਲ, ਸ਼ੰਕੇ ਮੱਥੇ ਦੀ ਮੱਤ ਦੇ, ਉਹ ਸਾਰੇ ਸੁਲਝ ਜਾਂਦੇ ਨੇ। ਭਾਵ ਕੋਈ ਸਵਾਲ ਨਹੀਂ ਬਚਦਾ। ਹਰ ਸਵਾਲ ਸਪਸ਼ਟ ਗੁਰੂ ਦੇ ਗਿਆਨ ਵਿੱਚ ਪ੍ਰਗਟ ਹੋ ਜਾਂਦਾ ਹੈ। ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਹਾਂ। ਹਾਂਜੀ, ਇੱਕ ਲਫ਼ਜ਼ ਆਇਆ ਜੀ ਹੁਣੇ, ਮੱਥੇ ਦੀ ਲਕੀਰਾਂ ਵਾਸਤੇ ਲਫ਼ਜ਼ ਤ੍ਰਿਕੁਟੀ ਹੈ। ਬਿਲਕੁਲ ਤ੍ਰਿਕੁਟੀ ਹੈ, ਪਰ ਇੱਥੇ ਜਿਹੜਾ ਅਸੀਂ ਪੜ੍ਹਦੇ ਹਾਂ ਕੁੰਡਲਨੀ, ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ ਗੁੰਝਲ ਕਿਹਾ ਹੈਗਾ। ਗੁੰਝਲ ਸੁਲਝ ਗਈ। ਤੇ ਗੁੰਝਲ ਹੁੰਦੀ ਮਨੁੱਖ ਦੇ ਮਨ ਦੇ ਵਿੱਚ, ਮਨੁੱਖ ਦੀ ਮੱਤ ਦੇ ਵਿੱਚ ਗੁੰਝਲਾਂ ਹੁੰਦੀਆਂ ਨੇ। ਇਹਦਾ ਕੀ ਭਾਵ ਹੈ, ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ। ਤੇ ਜਿਹੜਾ ਕੁੰਡਲਨੀ ਦਾ ਲਫ਼ਜ਼ ਹੈ ਨਾ ਜੀ, ਉਹ ਜਿਹੜੀ ਵੀ ਉਹ ਨਾੜੀ ਦੇ ਥੱਲੇ ਕਰਕੇ ਉਹਨੂੰ ਜਿਹੜਾ ਸੱਪ ਵਰਗੀ ਗੁੰਝਲ ਪਾ ਕੇ ਬੈਠੀ ਰਹਿੰਦੀ ਹੈ, ਇਸ ਕਰਕੇ ਉਹਨੂੰ ਗੁੰਝਲ ਦੇ ਨਾਲ ਤੁਲਨਾ ਦਿੱਤੀ ਗਈ। ਉਹਦਾ ਮੱਥੇ ਦੀ ਲਕੀਰਾਂ ਨਾਲ ਤਾਲੁਕ ਨਹੀਂ ਹੋਣਾ ਚਾਹੀਦਾ। ਉਹ ਕਿਉਂਕਿ ਕੁੰਡਲਨੀ ਦੀ ਸ਼ੇਪ ਹੋਈ ਹੈ, ਕਿਉਂਕਿ ਗੁੰਝਲ ਮਾਰ ਕੇ ਉਹ ਕੁੰਡਲਨੀ ਬਣੀ ਹੁੰਦੀ ਹੈ, ਜਿਹਨੂੰ ਉਹ ਰੇਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਇਸ ਲਈ ਉਹਦਾ ਮੱਥੇ ਦੀ ਲਕੀਰਾਂ ਵਾਲੀ ਗੁੰਝਲ ਨਾਲ ਤਾਲੁਕ ਨਹੀਂ ਹੈ, ਉਸ ਗੁੰਝਲ ਨਾਲ ਤਾਲੁਕ ਹੈ ਜਿਹੜੀ ਉਹਦੀ ਸ਼ੇਪ ਹੈ ਕੁੰਡਲਨੀ ਦੀ। ਹਾਂਜੀ, ਹਾਂ, ਪ੍ਰੋਫੈਸਰ ਸਾਹਿਬ ਸਿੰਘ ਨੇ ਇਹੀ ਲਿਖਿਆ ਵੀ ਮਨ ਦੇ ਮਾਇਆ ਨਾਲ ਵਲੇਵੇਂ, ਜਿਹੜੇ ਮਨ ਦੀਆਂ ਮਾਇਆ ਦੀਆਂ ਸੋਚਾਂ ਨੇ, ਲਿੰਕ ਕਰ ਲਿਆ, ਪਰ ਮੱਥੇ ਨਾਲ ਉਹਦਾ ਤਾਲੁਕ ਨਹੀਂ ਬਣਦਾ। ਮੇਰਾ ਇਹ ਸੋਚ ਨਹੀਂ, ਮੱਥੇ ਨਾਲ ਤਾਂ ਬਣਦਾ ਹੀ ਨਹੀਂ। ਮੱਥਾ ਤੇ ਸਾਡਾ ਸਰੀਰ ਦਾ ਅੰਗ ਹੈ। ਇਹਦੇ ਅੰਦਰ ਜਿਹੜੀ ਮੱਤ ਹੈਗੀ ਹੈ, ਉਹ ਮੱਤ 'ਚ ਜਿਹੜੀ ਆਮ ਤੌਰ ਗੁੰਝਲਾਂ ਤੇ ਪਈਆਂ ਜਿਹੜੀਆਂ ਨੇ, ਮੱਥੇ ਦੀਆਂ ਤਿਉੜੀਆਂ ਜਿਹੜੀਆਂ ਨੇ, ਉਹਨਾਂ ਦੇ ਵਾਸਤੇ ਲਫ਼ਜ਼ ਵਿੱਚ ਤ੍ਰਿਕੁਟੀ ਆਉਂਦਾ ਹੈ। ਹਾਂ, ਤ੍ਰਿਕੁਟੀ ਵੀ ਆਉਂਦਾ ਲਫ਼ਜ਼। ਹਾਂਜੀ, ਮਾਥੇ ਤ੍ਰਿਕੁਟੀ, ਦ੍ਰਿਸ਼ਟ ਕਰੂਰ, ਉੱਥੇ ਮੱਥੇ ਬੜੀ ਤ੍ਰਿਕੁਟੀ ਵੀ ਸਪਸ਼ਟ ਆਉਂਦਾ ਹੈ। ਗੱਲ ਹੈਗੀ ਹੈ ਵੀ ਜਿਹੜੀ ਸਾਡੀਆਂ ਸੋਚਾਂ ਸੱਪ ਵਾਂਗੂ ਕੁੰਡਲ ਮਾਰ ਕੇ ਬੈਠੀਆਂ ਹੋਈਆਂ ਨੇ, ਉਹ ਸੋਚਾਂ ਜਿਹੜੀਆਂ ਗੁੰਝਲ ਕੀ ਹੁੰਦੀ ਹੈ, ਗੁੰਝਲ ਉਹੀ ਹੁੰਦੀ ਹੈ ਜਿਹੜੀ ਸਾਨੂੰ ਸਮਝ ਨਾ ਆਵੇ, ਜਿਹੜੀ ਮਤਲਬ ਬਲੇਟੇ ਮਾਰ ਕੇ ਬੈਠੀ ਹੋਵੇ, ਜਿਹਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਤੁਹਾਡੇ ਅੰਦਰ ਆਉਂਦੇ ਹੋਣ। ਹਾਂਜੀ, ਇਸੇ ਕੁੰਡਲਨੀ ਦਾ ਤੇ ਗੁੰਝਲ ਦਾ ਲਫ਼ਜ਼ ਇਹੋ ਹੀ ਹੈਗਾ, ਤੇ ਭਾਵ ਇੱਕੋ ਹੀ ਦੱਸਿਆ ਗਿਆ ਕਿ ਜਿਹੜੀ ਉਹ ਸਾਡੇ ਕਈ ਤਰ੍ਹਾਂ ਦੇ ਬਲੇਟੇ ਮਾਰ ਕੇ ਬੈਠੀਆਂ ਹੋਈਆਂ ਸੋਚਾਂ ਨੇ, ਉਹ ਸੁਲਝ ਜਾਂਦੀਆਂ ਹਨ। ਉਹਨਾਂ ਦਾ ਹੱਲ ਸਾਨੂੰ ਮਿਲ ਜਾਂਦਾ ਹੈ। ਹਾਂਜੀ, ਬਿਲਕੁਲ ਜੀ, ਧੰਨਵਾਦ ਜੀ। ਨੈਕਸਟ ਜੀ ਸਰਦਾਰ ਸਰਬਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਜ਼ਬਰਦਸਤ ਸੈਸ਼ਨ ਆਪ ਜੀ ਨੇ ਦੱਸਿਆ। ਜਿਸ ਤਰ੍ਹਾਂ ਵਿਆਕਰਨ ਦੇ ਨਾਲ ਆਪ ਜੀ ਸਮਝਾਉਂਦੇ ਹੋ ਇੱਕ ਲਫ਼ਜ਼ ਨੂੰ, ਬਹੁਤ ਵਧੀਆ। ਸਿਰਫ ਮੈਂ ਇੱਕ ਲਫ਼ਜ਼ ਤੇ ਦੇਖ ਰਿਹਾ ਸੀਗਾ ਜਿਹੜਾ ਕਿ ਪਹਿਲੋਂ ਵੀ ਭੱਟਾਂ ਨੇ ਯੂਜ਼ ਕੀਤਾ ਹੈ ਲਫ਼ਜ਼। ਇੱਥੇ ਗਯੰਤ ਜੀ ਨੇ ਯੂਜ਼ ਕੀਤਾ ਕਿ ਤਿੰਨ ਤਰਿਓ ਸਮੁੰਦਰ ਰੁਦਰ। ਇੱਕ
ਖਿਨ ਇੱਕ ਮੈਂ। ਤੇ ਇੱਥੇ ਰੁਦਰ ਦਾ ਭਾਵ ਭਿਆਨਕ ਆਇਆ, ਤੇ ਦੂਸਰੇ ਪਾਸੇ ਜਦੋਂ ਗੁਰੂ ਅਮਰਦਾਸ ਜੀ ਦੀ ਉਸਤਤ ਕੀਤੀ ਗਈ ਸੀ ਉੱਥੇ ਕਿ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਾਲਿਆ ਉਹਨੂੰ ਜੋ ਗਾਵੇ। ਸੋ ਉੱਥੇ ਰੁਦਰ ਜਿਹੜਾ ਹੈਗਾ ਲਫ਼ਜ਼ ਸੇਮ ਹੈਗਾ, ਪਰ ਇਹਦੇ ਮੀਨਿੰਗ ਦੋ ਡਿਫਰੈਂਟ ਨੇ ਇਹਦੇ। ਹਾਂਜੀ, ਲਫ਼ਜ਼ ਸੇਮ ਹੈ, ਅਰਥ ਮੀਨਿੰਗ ਵੱਖਰੇ ਨੇ। ਅਸਲ 'ਚ ਰੁਦਰ ਦਾ ਅਰਥ ਹੁੰਦਾ ਵੈ ਭਿਆਨਕ, ਡਰਾਵਣਾ। ਸ਼ਿਵ ਦਾ ਇੱਕ ਵਿਸ਼ੇਸ਼ਣ ਹੈਗਾ ਰੁਦਰ, ਉਹਨੂੰ ਉਦੋਂ ਮਿਲਦਾ ਵੈ ਜਦੋਂ ਉਹ ਕਹਿੰਦੇ ਨੇ ਤੀਜੀ ਅੱਖ ਖੋਲਦਾ ਵੈ ਤੇ ਤਾਂਡਵ ਨਾਚ ਨੱਚਦਾ ਹੈਗਾ, ਫਿਰ ਰੌਦਰ ਰੂਪ 'ਚ ਮੈਨੇ ਭਿਆਨਕ ਰੂਪ 'ਚ ਆ ਜਾਂਦਾ ਹੈ। ਫਿਰ ਉਹਦਾ ਇੱਕ ਵਿਸ਼ੇਸ਼ਣ ਰੱਖ ਦਿੱਤਾ ਵੀ ਉਹ ਰੌਦਰ ਵੀ ਹੈਗਾ ਵੈ, ਉਹਨੂੰ ਰੌਦਰ ਕਹਿੰਦੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਰੁਦਰ ਕਹਿ ਦਿੰਦੇ ਹਾਂ। ਰੁਦਰ ਮੈਨੇ ਭਿਆਨਕ ਇੱਕ ਵਿਸ਼ੇਸ਼ਣ ਹੈ। ਜਿਵੇਂ ਅਸੀਂ ਕਹਿੰਦੇ ਸੁੰਦਰ, ਅਸੀਂ ਸੁੰਦਰ ਕਿਸੇ ਨਾਲ ਵੀ ਲਾ ਸਕਦੇ ਹਾਂ ਵੀ ਫਲਾਣਾ ਆਦਮੀ ਸੁੰਦਰ ਹੈ, ਫਲਾਣੀ ਔਰਤ ਸੁੰਦਰ ਹੈ, ਫਲਾਣਾ ਬੱਚਾ ਸੁੰਦਰ ਹੈ। ਸੁੰਦਰ ਤੇ ਕਿਸੇ ਨਾਲ ਵੀ ਲੱਗ ਜਾਏਗਾ। ਇਸੇ ਤਰ੍ਹਾਂ ਰੁਦਰ ਮੈਨੇ ਭਿਆਨਕ, ਡਰਾਵਣਾ, ਉਹ ਕਿਸੇ ਨਾਲ ਵੀ ਲੱਗ ਜਾਏਗਾ। ਸੰਸਾਰ ਸਮੁੰਦਰ ਵੀ ਰੁਦਰ ਹੈ, ਭਾਵ ਜਿੱਥੇ ਵਿਕਾਰਾਂ ਦੀ ਛੱਲਾ ਲਹਿਰਾਂ ਨੇ ਉੱਥੇ ਸਮੁੰਦਰ ਡਰਾਵਣਾ ਹੈ। ਜਦੋਂ ਸ਼ਿਵ ਜੀ ਆਪਣੇ ਤਾਂਡਵ ਦੇ ਰੂਪ ਚ ਆਉਂਦਾ ਵੈ ਉਦੋਂ ਉਹ ਰੁਦਰ ਹੋ ਜਾਂਦਾ, ਉਦੋਂ ਉਹ ਭਿਆਨਕ ਹੋ ਜਾਂਦਾ ਹੈ। ਇਸ ਕਰਕੇ ਉਹਦਾ ਵਿਸ਼ੇਸ਼ਣ ਇੱਕ ਰੁਦਰ ਦੇ ਦਿੱਤਾ। ਜਿਵੇਂ ਧਰੂ ਲਫ਼ਜ਼ ਆਇਆ ਸੀਗਾ, ਅਸੀਂ ਤਾਰੇ ਨੂੰ ਧਰੂ ਨਾਂ ਦੇ ਦਿੱਤਾ ਕਿਉਂਕਿ ਧਰੂ ਅਡੋਲ ਰਿਹਾ, ਅਟਲ ਰਿਹਾ। ਹੁਣ ਧਰੂ ਇੱਕ ਵਿਸ਼ੇਸ਼ਣ ਬਣ ਚੁੱਕਿਆ ਵੈ, ਉਹ ਵਿਸ਼ੇਸ਼ਣ ਇੱਕ ਤਾਰੇ ਨੂੰ ਦੇ ਦਿੱਤਾ ਵੀ ਆ ਤਾਰਾ ਵੀ ਇੱਧਰ ਉੱਧਰ ਹਿਲਦਾ, ਇਹ ਵੀ ਇੱਕ ਥਾਂ ਟਿਕਿਆ ਹੋਇਆ ਹੈ, ਇਹ ਵੀ ਧਰੂ ਹੈ। ਏਦਾਂ ਕੁਝ ਵਿਸ਼ੇਸ਼ਣ ਐਸੇ ਹੁੰਦੇ ਨੇ ਜਿਹੜੇ ਕਈਆਂ ਦੇ ਨਾਲ ਲੱਗ ਜਾਂਦੇ ਨੇ। ਜਿਵੇਂ ਪਾਰਸ, ਹੁਣ ਪਾਰਸ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਜੋੜ ਦਿੱਤਾ, ਭਾਵ ਗੁਰੂ ਵੀ ਉਹ ਹੈ ਜਿਹੜਾ ਸਾਨੂੰ ਸੋਨਾ ਕਰ ਦਿੰਦਾ ਹੈ, ਇਸ ਕਰਕੇ ਗੁਰੂ ਵੀ ਪਾਰਸ ਹੈ। ਇਹ ਵਿਸ਼ੇਸ਼ਣ ਹੈਗਾ ਰੁਦਰ, ਜਿਹੜਾ ਕਿਸੇ ਦੇ ਨਾਲ ਵੀ ਲੱਗ ਸਕਦਾ ਹੈ। ਸ਼ਿਵ ਜੀ ਦਾ ਇੱਕ ਉਪਨਾਮ ਹੈਗਾ ਰੁਦਰ, ਭਾਵ ਡਰਾਵਣਾ ਰੂਪ ਵਾਲਾ ਦੇਵਤਾ, ਜਿਹੜਾ ਬੜਾ ਭਿਆਨਕ ਅਤੇ ਡਰਾਵਣੇ ਰੂਪ ਦੇ ਵਿੱਚ ਜਦੋਂ ਆਉਂਦਾ ਵੈ ਉਦੋਂ ਰੁਦਰ ਅਖਵਾਉਂਦਾ ਹੈਗਾ। ਤੇ ਇੱਥੇ ਸੰਸਾਰ ਸਾਗਰ ਨੂੰ ਵੀ ਰੁਦਰ ਮੈਨੇ ਡਰਾਵਣਾ ਕਿਹਾ ਹੋਇਆ। ਜਿੱਥੇ ਰੁਦਰ ਧਿਆਨ ਦੀ ਗੱਲ ਆਉਂਦੀ ਹੈ ਉੱਥੇ ਵੀ ਉਹਦਾ ਅਰਥ ਇਸ ਕਰਕੇ ਹੀ ਗਹਿਰਾ ਧਿਆਨ ਬਣਦਾ ਹੈਗਾ ਕਿਉਂਕਿ ਸ਼ਿਵ ਜੀ ਦਾ ਧਿਆਨ ਬੜਾ ਮੰਨਿਆ ਜਾਂਦਾ ਗਹਿਰਾ ਹੈਗਾ। तो शिव जी रुद्र का अर्थ शिव ही है, पर क्योंकि ਉਹਦਾ ਧਿਆਨ ਗਹਿਰਾ ਹੈ ਇਸ ਲਈ ਰੁਦਰ ਧਿਆਨ ਗਹਿਰਾ ਧਿਆਨ ਹੈ। ਹਾਂਜੀ ਬਿਲਕੁਲ ਜੀ, ਉੱਥੇ ਸ਼ਿਵ ਜੀ ਦੇ, ਉੱਥੇ ਰੁਦਰ ਦਾ ਅਰਥ ਸ਼ਿਵ ਹੈਗਾ ਹੈ, ਉੱਥੇ ਸ਼ਿਵ ਜੀ ਦਾ ਵਿਸ਼ੇਸ਼ਣ ਦਿੱਤਾ ਹੋਇਆ ਸ਼ਿਵ ਦਾ। ਪਰ ਇੱਥੇ ਸਮੁੰਦਰ ਰੁਦਰ ਜਿਹੜਾ ਹੈਗਾ ਉਹ ਗਹਿਰਾ ਨਹੀਂ ਹੈਗਾ, ਭਿਆਨਕ ਹੈਗਾ। ਇੱਥੇ ਸਮੁੰਦਰ ਗਹਿਰਾ ਨਹੀਂ ਆ ਰਿਹਾ, ਭਿਆਨਕ ਹੈ ਜੀ, ਭਿਆਨਕ। ਉੱਥੇ ਧਿਆਨ ਦੀ ਗੱਲ ਕੀਤੀ ਹੈ ਵੀ ਰੁਦਰ ਦਾ ਧਿਆਨ ਗਹਿਰਾ ਮੰਨਿਆ ਜਾਂਦਾ ਵੈ, ਵੀ ਰੁਦਰ ਜਿਹੜਾ ਸ਼ਿਵ ਹੈ ਨਾ ਉਹਦਾ ਧਿਆਨ ਬੜਾ ਗਹਿਰਾ ਵੈ। ਰੁਦਰ ਦਾ ਮਤਲਬ ਸ਼ਿਵ ਹੈ ਉੱਥੇ, ਇੱਥੇ ਰੁਦਰ ਉੱਥੇ ਸ਼ਿਵ ਦਾ ਉਪਨਾਮ ਹੈ, ਇੱਥੇ ਰੁਦਰ ਦਾ ਮਤਲਬ ਭਿਆਨਕ ਸਮੁੰਦਰ ਹੈਗਾ। ਯਾਨੀ ਕਿ ਇੱਕ ਜਿਹੜੀ ਪੰਕਤੀ ਹੈ ਜਿਨ੍ਹਾਂ ਬਾਤ ਨਿਸ਼ਚਲ ਧਰੂ ਜਾਣੀ, ਇਹ ਜਿਹੜਾ ਜਿਨ੍ਹਾਂ ਦੇ ਹਾਹੇ ਨੂੰ ਔਂਕੜ ਹੈ ਇਹਦਾ ਕੀ ਨਿਯਮ ਹੈ, ਕਿਸ ਤਰ੍ਹਾਂ ਇਹਦਾ ਐਕਸਪਲੇਨੇਸ਼ਨ ਹੈ? ਜਿਨ੍ਹਾਂ ਨੇ ਨਹੀਂ ਹਾਹੇ ਦੀ ਔਂਕੜ ਕਿਉਂ ਆਈ ਇੱਥੇ? ਹਾਂ ਇਹ ਪੜਨਾਮੀ ਜਿਹੜੇ ਵਿਸ਼ੇਸ਼ਣ ਹੁੰਦੇ ਨੇ ਨਾ, ਇਹ ਪੜਨਾਮੀ ਵਿਸ਼ੇਸ਼ਣ ਹੈਗਾ ਇੱਕ ਕਿਸਮ ਦਾ। ਤੇ ਪੜਨਾਮੀ ਵਿਸ਼ੇਸ਼ਣ ਜਦੋਂ ਆਉਂਦੇ ਨੇ ਤਿੰਨੋਂ, ਜਿਨੋਂ, ਉਹਨਾਂ, ਉਹਨੂੰ, ਤੇ ਇਹ ਕਈ ਰੂਪਾਂ ਦੇ ਵਿੱਚ ਆ ਜਾਂਦੇ ਨੇ, ਇਹਦਾ ਕੋਈ ਵੱਖਰਾ ਨਿਯਮ ਨਹੀਂ ਹੁੰਦਾ ਹੈਗਾ। ਤਿੰਨਾਂ ਵੀ ਆ ਜਾਂਦਾ ਹੈ, ਤਿੰਨੋਂ ਵੀ, ਜਿਨ੍ਹਾਂ ਵੀ, ਜਿਨੋਂ ਵੀ, ਉਹਨਾਂ, ਉਹਨੋਂ, ਉਨਹੋਂ ਨੇ ਭਾਵ ਉਹਨਾਂ ਨੇ। ਅਸੀਂ ਪੰਜਾਬੀ ਚ ਉਹਨਾਂ ਲਿਖ ਦਿੰਦੇ ਹਾਂ, ਹਿੰਦੀ ਚ ਉਨਹੋਂ ਲਿਖਿਆ ਜਾਂਦਾ ਵੈ। ਜਿਨਹੋਂ ਨੇ, ਜਿਨੋਂ ਲਿਖਿਆ ਜਾਂਦਾ ਹਿੰਦੀ ਚ, ਪੰਜਾਬੀ ਚ ਅਸੀਂ ਜਿਨ੍ਹਾਂ ਕਹਿੰਦੇ ਹਾਂ। ਭੱਟ ਕਿਉਂਕਿ ਸੰਸਕ੍ਰਿਤ ਤੇ ਹਿੰਦੀ ਪੜ੍ਹੇ ਹੋਏ ਨੇ, ਉਹਨਾਂ ਨੇ ਜਿਨ੍ਹਾਂ ਕਹਿਣ ਦੀ ਬਜਾਏ ਜਿਨੋਂ ਕਹਿ ਦਿੱਤਾ। ਜਿਨੋਂ ਨੇ ਬਾਤ ਨਿਸ਼ਚਲ ਧਰੂ ਜਾਣੀ, ਜਿਨ੍ਹਾਂ ਨੇ ਇਹ ਅਟਲ ਕਰਕੇ ਗੱਲ ਸਮਝ ਲਈ। ਠੀਕ ਠੀਕ ਠੀਕ। ਤੇ ਬਾਣੀ ਦੇ ਦੋਨੋਂ ਰੂਪ ਆਉਂਦੇ ਨੇ, ਬਾਣੀ ਦੇ ਜਿਨੋਂ ਦੇ ਦੋਨੋਂ ਰੂਪ ਆਉਂਦੇ ਨੇ। ਇਹ ਦੋਨੋਂ ਰੂਪ ਆਉਂਦੇ ਨੇ। ਜਿਹੜਾ ਸੰਸਕ੍ਰਿਤ ਰੂਟ ਦਾ ਹਿੰਦੀ ਲਫ਼ਜ਼ ਹੈਗਾ ਉਹ ਜਿਨੋਂ, ਤਿੰਨੋਂ, ਉਨਹੋਂ ਹੈਗਾ ਵੈ। ਪੰਜਾਬੀ ਦਾ ਰੂਪ ਬਣ ਜਾਂਦਾ ਵੈ ਜਿਨ੍ਹਾਂ, ਤਿੰਨਾਂ, ਉਹਨਾਂ, ਦੋਨਾਂ ਰੂਪਾਂ ਦੇ ਵਿੱਚ ਗੁਰਬਾਣੀ ਚ ਆਉਂਦਾ ਹੈ। ਭੱਟ ਕਿਉਂਕਿ ਸੰਸਕ੍ਰਿਤ ਹਿੰਦੀ ਪੜ੍ਹੇ ਨੇ, ਉਹਨਾਂ ਨੇ ਆਪਣੀ ਲੈਂਗੁਏਜ ਜਿਨੋਂ ਕਰਕੇ ਇਹ ਸ਼ਬਦ ਇੱਥੇ ਉਹਨਾਂ ਨੇ ਵਰਤਿਆ ਹੈਗਾ। ਠੀਕ ਹੈ, ਬਹੁਤ ਧੰਨਵਾਦ ਜੀ। ਧੰਨਵਾਦ ਜੀ। ਹਾਂਜੀ, ਸੰਗਤ ਵਿੱਚੋਂ ਹੋਰ ਕਿਸੇ ਦਾ ਕੋਈ ਸਵਾਲ, ਕੋਈ ਕਮੈਂਟ? ਹਾਂਜੀ ਸਰ, ਫੂਲਾ ਸਿੰਘ ਜੀ ਨੇ ਹੱਥ ਖੜਾ ਕੀਤਾ ਹੋਇਆ। ਓਹੋ, ਫੂਲਾ ਸਿੰਘ ਦਾ ਹੈਂਡ ਫਿਜ਼ੀਕਲ ਰੇਜ਼ ਹੁੰਦਾ। ਹਾਂਜੀ। ਦੂਸਰਾ ਆਉਂਦਾ ਨਹੀਂ ਜੀ ਐਕਸ਼ਨ ਤੇ, ਹੁਣ ਆਉਂਦਾ ਨਹੀਂ, ਪਹਿਲੇ ਆਉਂਦਾ ਸੀ। ਚਲੋ ਮੇਰਾ ਕੁਐਸਚਨ ਡਾਕਟਰ ਅਮਰਜੀਤ ਸਿੰਘ ਜੀ ਵਾਲਾ ਸੀ, ਸੋ ਸਪਸ਼ਟ ਹੋ ਗਿਆ, ਬਹੁਤ ਮਿਹਰਬਾਨੀ। ਧੰਨਵਾਦ ਜੀ, ਧੰਨਵਾਦ। ਠੀਕ ਹੈ ਜੀ। ਫੂਲਾ ਸਿੰਘ ਜੀ ਵੈਸੇ ਤੁਹਾਡੇ ਜੇ ਕੰਪਿਊਟਰ ਤੋਂ ਤੁਸੀਂ ਜਾਂ ਮੋਬਾਈਲ ਤੋਂ? ਸੈਕਿੰਡ, ਫਿਰ ਮਿਊਟ ਹੋ ਗਿਆ। ਇੱਕ ਸੈਕਿੰਡ। ਹਾਂਜੀ,
ਮੈਂ ਕੰਪਿਊਟਰ ਤੇ ਹਾਂ ਜੀ, ਜਿੱਥੇ ਰਿਐਕਸ਼ਨ ਤੇ ਜਾਣਾ ਉੱਥੇ ਤੇ ਦੋ ਉੱਥੇ ਆ ਰਹੀ ਆਪਸ਼ਨ ਹੈਗੀ ਹੈ ਰੇਜ਼ ਹੈਂਡ ਵਾਲੀ। ਰਿਐਕਸ਼ਨ ਦੇ ਉਹਦੇ ਵਿੱਚ ਦੋ ਹਾਥੀ ਆਉਂਦੇ ਨੇ, ਕਲੈਪ ਤੇ ਥੰਬਸ ਅਪ ਤੇ ਰੇਜ਼ ਉਹਦੇ ਹੈਂਡ। ਥੱਲੇ ਇੱਕ ਹੋਰ ਨਹੀਂ ਹੈਗਾ, ਥਲਵੀਂ ਲਾਈਨ 'ਚ ਰੇਜ਼ ਹੈਂਡ। ਮੇਰੇ ਕੋਲ ਵੀ ਨਹੀਂ ਆ ਰਿਹਾ ਜੀ, ਮੇਰੇ ਕੋਲ ਵੀ ਨਹੀਂ ਆ ਰਿਹਾ, ਮੇਰੇ ਕੋਲ ਤੇ ਵੀ ਨਹੀਂ ਮੈਨੂੰ ਆ ਲੱਗਦਾ ਰਿਹਾ। ਫਿਰ ਜਾਂ ਤੇ ਨਾ ਤੁਹਾਨੂੰ ਮੇਰੇ ਖਿਆਲ ਅਪਡੇਟ ਕਰਨਾ ਪਏਗਾ, ਇਹਨਾਂ ਤੇ ਚੇਂਜ ਹੋ ਗਿਆ ਵੇ, ਤੇ ਇਹਨੂੰ ਅਪਗ੍ਰੇਡ ਕਰੋਗੇ ਤੇ ਹੋ ਜਾਏਗਾ। ਠੀਕ ਹੈ ਜੀ, ਪਹਿਲੇ ਆਉਂਦਾ ਸੀ, ਹੁਣ ਨਹੀਂ ਆਉਂਦਾ। ਚਲੋ ਹਾਂਜੀ। ਖੈਰ ਜੀ, ਅਲਬੇਲ ਸਿੰਘ ਜੀ ਦਾ ਹੈਂਡ ਰੇਜ਼ ਹੈ, ਪਲੀਜ਼ ਅਨਮਿਊਟ ਕਰ ਲਓ ਜੀ। ਵੈਸੇ ਮੈਂ ਥੋੜਾ ਜਿਹਾ ਏਦਾਂ ਪੁੱਛਣਾ ਸੀਗਾ ਕਿ ਜਦੋਂ ਭੱਟਾਂ ਨੇ ਇਸ ਵਈ ਲਿਖੇ ਹੋਣਗੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਸੰਪਾਦਨ ਕੀਤਾ, ਉਹ ਜਿੱਦਾਂ ਉਹਨਾਂ ਨੇ ਲਿਖਿਆ ਉਦਾਂ ਹੀ ਸੰਪਾਦਨ ਕੀਤਾ ਕਿ ਉਹਨਾਂ ਨੇ ਫਿਰ ਲਗਾ ਮਾਤਰਾ ਜਿੱਦਾਂ ਵੀ ਚੇਂਜ ਕੀਤੀਆਂ ਹੋਣਗੀਆਂ, ਜਾਂ ਇਹਦੇ ਬਾਰੇ ਆਪਾਂ ਨੂੰ ਪਤਾ ਕੁਛ? ਐਕਚੁਅਲੀ ਉਸ ਜ਼ਮਾਨੇ ਦੇ ਵਿੱਚ ਲਿਖਤ ਜਿਹੜੀ ਸੀ ਹੁੰਦੀ ਏਦਾਂ ਸੀ। ਉਦੋਂ ਜਿਹੜੇ ਕਾਰਕੀ ਸ਼ਬਦ ਹੁੰਦੇ ਸੀ, ਨੇ, ਤੋਂ, ਕੋਲੋਂ, ਵਿੱਚੋਂ, ਇਹ ਯੂਜ਼ ਨਹੀਂ ਸੀ ਹੁੰਦੇ, ਆਖਰੀ ਅੱਖਰ ਨੂੰ ਸਿਹਾਰੀ ਲਾ ਦਿੱਤੀ ਜਾਂਦੀ ਸੀ, ਉਦੋਂ ਆਮ ਸੀ ਇਹ। ਤੇ ਔਰ ਜਿੱਥੇ ਤੱਕ ਅਸੀਂ ਭੱਟਾਂ ਦੀ ਗੱਲ ਕਰਦੇ ਹਾਂ, ਉਹ ਸੰਸਕ੍ਰਿਤ ਦੇ ਵਿਦਵਾਨ ਪੜ੍ਹੇ ਲਿਖੇ ਨੇ, ਸੁਭਾਵਕ ਉਹਨਾਂ ਨੇ ਆਪ ਹੀ ਆਪਣੀ ਜਿਵੇਂ ਰਚਨਾ ਰਚੀ, ਗੁਰੂ ਸਾਹਿਬ ਨੇ ਐਜ਼ ਇਟ ਇਜ਼ ਹੀ ਦਰਜ ਕੀਤੀ ਹੈ, ਉਹ 'ਚ ਕੋਈ ਵੀ ਸੰਪਾਦਿਤ ਨਹੀਂ ਕੀਤਾ ਹੋਏਗਾ, ਕਿਉਂਕਿ ਉਹ ਵਿਦਵਾਨਾਂ ਦੀ ਹੀ ਰਚਨਾ ਹੈ। ਇਹੀ ਕਾਰਨ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਆਪਣਾ ਨਾਮ ਹੀ ਆਇਆ ਨਾ, ਹਾਲਾਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਅਰਜਨ ਹੈਗਾ ਵੈ, ਸਾਡੀਆਂ ਸਾਰੇ ਇਤਿਹਾਸਕ ਸੋਮਿਆਂ ਵਿੱਚ, ਲਿਖਤਾਂ ਵਿੱਚ, ਸੱਤਾ ਬਲਵੰਡ ਜੀ ਦੀ ਰਾਮਕਲੀ ਕੀ ਵਾਰ ਵਿੱਚ ਵੀ ਅਰਜਨ ਆਉਂਦਾ ਵੈ। ਉੱਥੇ ਜਦੋਂ ਭੱਟਾਂ ਨੇ ਅਰਜੁਨ ਕਿਹਾ ਆਪਣੀ ਲੈਂਗੁਏਜ ਦੇ ਵਿੱਚ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੇ ਸੰਪਾਦਿਤ ਕਰਨਾ ਹੁੰਦਾ ਤੇ ਉੱਥੇ ਆਪਣਾ ਨਾਮ ਠੀਕ ਕਰ ਦਿੰਦੇ, ਅਰਜਨ ਕਰ ਦਿੰਦੇ। ਉੱਥੇ ਆਪਣਾ ਨਾਮ ਵੀ ਉਹਨਾਂ ਨੇ ਠੀਕ ਨਹੀਂ ਕੀਤਾ, ਅਰਜੁਨ ਹੀ ਰਹਿਣ ਦਿੱਤਾ ਜੱਜੇ ਨੂੰ ਔਂਕੜ ਦੇ ਨਾਲ, ਕਿਉਂਕਿ ਹਿੰਦੀ ਸੰਸਕ੍ਰਿਤ ਵਿੱਚ ਅਰਜੁਨ ਬੋਲਿਆ ਜਾਂਦਾ ਵੈ, ਪੰਜਾਬੀ 'ਚ ਅਸੀਂ ਅਰਜਨ ਕਹਿੰਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਅਰਜਨ ਹੈਗਾ। ਭਾਈ ਗੁਰਦਾਸ ਜੀ ਨੂੰ ਪੜ੍ਹ ਲਓ ਜਾਂ ਸੱਤਾ ਬਲਵੰਡ ਦੀ ਵਾਰ ਪੜ੍ਹ ਲਓ, ਸਭ ਨੇ ਅਰਜਨ ਹੀ ਕਿਹਾ ਹੈਗਾ। ਪਰ ਭੱਟਾਂ ਨੇ ਅਰਜੁਨ ਕਿਹਾ, ਇਹ ਉਹਨਾਂ ਦੀ ਆਪਣੀ ਬੋਲੀ ਸੀ, ਸਤਿਗੁਰੂ ਨੇ ਕੋਈ ਤਬਦੀਲੀ ਨਹੀਂ ਕੀਤੀ, ਅਰਜੁਨ ਹੀ ਰਹਿਣ ਦਿੱਤਾ। ਇੱਥੋਂ ਪਤਾ ਲੱਗਦਾ ਹੈ ਕਿ ਜਿਵੇਂ ਭੱਟਾਂ ਨੇ ਰਚਿਆ ਉਦਾਂ ਹੀ ਗੁਰੂ ਸਾਹਿਬ ਨੇ ਐਜ਼ ਇਟ ਇਜ਼ ਦਰਜ ਕਰ ਦਿੱਤਾ। ਤੇ ਨਾਲ ਇਹ ਵੀ ਪੁਰਾਤਨ ਜ਼ਮਾਨੇ ਦੀਆਂ ਲਿਖਤਾਂ ਦੇ ਵਿੱਚ ਵਿਆਕਰਨਿਕ ਰੂਪ ਵਿੱਚ ਲਿਖਿਆ ਹੀ ਇਸ ਤਰ੍ਹਾਂ ਜਾਂਦਾ ਸੀਗਾ। ਤੁਸੀਂ ਭਗਤ ਕਬੀਰ, ਫਰੀਦ ਰਵਿਦਾਸ ਜੀ ਦੇ ਜਦੋਂ ਅਸੀਂ ਉਹਨਾਂ ਦੀਆਂ ਪੁਸਤਕਾਂ ਦੇ ਵਿੱਚੋਂ, ਉਹਨਾਂ ਦੇ ਗ੍ਰੰਥਾਂ ਵਿੱਚੋਂ ਜਦੋਂ ਸ਼ਬਦ ਪੜ੍ਹਦੇ ਹਾਂ, ਉਹਨਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਹਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 2-3 ਕੰਮ ਜ਼ਰੂਰੀ ਕੀਤੇ। ਉਹ ਇਹ ਕੀਤੇ, ਇਸ ਗ੍ਰੰਥ ਵਿੱਚ 2 ਡੰਡੀਆਂ ਲਗਾਈਆਂ, 1 ਡੰਡੀ ਦੀ ਬਜਾਏ। ਦੂਜਾ, ਅੰਕ ਸਿਸਟਮ ਦੇ ਦਿੱਤਾ, ਨੰਬਰ ਸਿਸਟਮ ਲਗਾ ਦਿੱਤਾ, ਲੋਕਿੰਗ ਸਿਸਟਮ ਜਿਹਨੂੰ ਅਸੀਂ ਕਹਿੰਦੇ ਆ। ਤੀਜਾ, ਬਹੁਤ ਥਾਵਾਂ ਦੇ ਉੱਪਰ ਉਹਨਾਂ ਨੇ ਔਂਕੜ ਦੇ ਨਾਲ ਇੱਕ ਵਚਨ ਪੁਲਿੰਗ ਦਾ ਕਾਰਜ ਵੀ ਕੀਤਾ ਹੈਗਾ। ਇਹ ਕਹਿਣ ਵਿੱਚ ਆਉਂਦਾ ਹੈਗਾ। ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਇਹਨਾਂ ਨੇ ਵਿਲੱਖਣ ਚੀਜ਼ ਦਿੱਤੀ ਹੈ। ਸਿਹਾਰੀ ਲਗਭਗ ਪਹਿਲਾਂ ਪ੍ਰਚਲਿਤ ਸੀ ਆਖਰੀ ਅੱਖਰ ਦੇ ਨਾਲ। ਹਾਂਜੀ।